ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮਾਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ। ਕੱਢ ਲੇ ਵਹੁ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ। ਹਰ ਬਾਹਾਂ ਪ੍ਰਭੂ ਪਕਰਾਏ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹੇਲਾ, ਸਿਵਰਿਹੁ ਸਿਰਜਣਹਾਰੋ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹੇਲਾ, ਸਿਵਰਿਹੁ ਸਿਰਜਣਹਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ, ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਅੰਦਰ ਇਹ ਤੀਜੀ ਬਾਣੀ ਹੈ ਸੋਹੇਲਾ ਸਾਹਿਬ। ਇਸ ਨੂੰ ਕੀਰਤਨ ਸੋਹੇਲਾ ਵੀ ਕਿਹਾ ਜਾਂਦਾ ਹੈ। ਪੁਰਾਤਨ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਪੰਚਮ ਪਾਤਸ਼ਾਹ ਦੇ ਵੇਲੇ ਤੱਕ ਅੰਮ੍ਰਿਤ ਵੇਲੇ ਦਾ ਨਿਤਨੇਮ ਹਰ ਮਾਈ ਭਾਈ ਗੁਰਸਿੱਖ ਲਈ ਜ਼ਰੂਰੀ ਸੀ। ਸ਼੍ਰੀ ਜਪ ਸਾਹਿਬ, ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਔਰ ਸੂਰਜ ਅਸਤ ਹੋਣ ਵੇਲੇ ਸੰਧਿਆ ਸਮੇਂ, ਸ਼ਾਮਾਂ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ, ਔਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਸੋਹੇਲਾ ਸਾਹਿਬ ਦੇ 3 ਸ਼ਬਦ, ਇਹਨਾਂ ਦਾ ਪਾਠ ਸਾਉਣ ਸਮੇਂ ਬਿਰਾਜਣ ਵੇਲੇ ਗੁਰਸਿੱਖ ਮਾਈ ਭਾਈ ਕਰਦੇ ਸਨ। ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 5 ਸ਼ਬਦ ਕਰ ਦਿੱਤੇ, ਇੱਕ ਚੌਥੇ ਪਾਤਸ਼ਾਹ ਜੀ ਦਾ ਅਤੇ ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਆਪਣਾ ਸ਼ਬਦ। ਇਹ 5 ਸ਼ਬਦ ਸੋਹੇਲਾ ਸਾਹਿਬ ਜੀ ਦੇ ਇਹ ਸਾਉਣ ਵੇਲੇ ਦਾ ਗੁਰਸਿੱਖਾਂ ਦਾ ਨਿਤਨੇਮ ਹੈ। ਇਤਿਹਾਸ ਵਿੱਚ ਇੱਕ ਸਾਖੀ ਵੀ ਹੈ ਕਿ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ 'ਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਨ। ਪਾਵਨ ਸ਼੍ਰੀ ਲਹਿਣਾ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਵਿੱਚ ਸਨ। ਮੁੱਠੀ ਚਾਪੀ ਕਰ ਰਹੇ ਸੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਜੰਘਾਂ ਦੇ ਉੱਪਰ, ਚਰਨਾਂ ਦੇ ਉੱਪਰ ਜਿਵੇਂ ਕੰਡਿਆਂ ਦੀਆਂ ਚੋਭਾਂ ਲੱਗੀਆਂ ਦਿਖਾਈ ਦਿੱਤੀਆਂ। ਖੂਨ ਸਿਮਰਦਾ ਦਿਸਿਆ ਤਾਂ ਹੈਰਾਨ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਪੁੱਛ ਲਿਆ ਵੀ ਮਹਾਰਾਜ ਆਪ ਜੀ ਤਾਂ ਬਿਰਾਜੇ ਹੋਏ ਹੋ, ਤਾਂ ਇਹ ਖੂਨ ਕਿਵੇਂ ਸਿਮਿਆ, ਝਰੀਟਾਂ ਕਾਹਦੀਆਂ? ਤਾਂ ਸਤਿਗੁਰਾਂ ਨੇ ਭੇਜਿਆ ਕਿ ਬਾਹਰ ਇੱਕ ਅਯਾਲੀ ਬੱਕਰੀਆਂ ਆਦਿਕ ਚਾਰਦਾ ਹੈ, ਅਤੇ ਉੱਥੇ ਉਹ ਸੋਹੇਲਾ ਸਾਹਿਬ ਬਾਣੀ ਦਾ ਪਾਠ ਉਚਾਰਨ ਕਰ ਰਿਹਾ ਬੜੇ ਪ੍ਰੇਮ ਨਾਲ। ਅਸੀਂ ਉਹਦੇ ਨਾਲ ਹੀ ਫਿਰਦੇ ਸੀ, ਅਤੇ ਇਸ ਕਰਕੇ ਉਹ ਝਾੜੀਆਂ ਵਿੱਚ ਫਿਰਦਾ, ਉਹਨੂੰ ਝਰੀਟਾਂ ਆਈਆਂ ਤਾਂ ਇਹ ਸਾਡੇ ਸਰੀਰ 'ਤੇ ਤਾਂ ਝਰੀਟਾਂ ਆਈਆਂ, ਜੰਘਾਂ 'ਤੇ ਚਰਨਾਂ 'ਤੇ ਤਾਂ ਝਰੀਟਾਂ ਆਈਆਂ। ਤਾਂ ਉਸ ਪ੍ਰੇਮੀ ਅਯਾਲੀ ਨੂੰ ਫਿਰ ਸੱਦ ਕੇ ਸਮਝਾਇਆ ਗਿਆ ਗੁਰੂ ਅੰਗਦ ਸਾਹਿਬ ਜੀ ਵੱਲੋਂ ਕਿ ਤੁਸੀਂ ਸ਼ਾਮਾਂ ਨੂੰ ਸਾਉਣ ਵੇਲੇ, ਬਿਰਾਜਣ ਵੇਲੇ ਇਸ ਬਾਣੀ ਦਾ ਪਾਠ ਕਰਿਆ ਕਰੋ। ਇੱਕ ਤਾਂ ਇਹ, ਇੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੀ ਇਹ ਵੀ ਸਾਖੀ ਹੈ ਵੀ ਇੱਕ ਸੁਦਾਗਰ ਸਿੱਖ ਸੀ, ਘੋੜਿਆਂ ਦਾ ਵਪਾਰੀ। ਉਹਦੇ ਘੋੜੇ ਚੋਰੀ ਹੋ ਜਾਂਦੇ ਸੀ ਤਾਂ ਉਹ ਸਤਿਗੁਰੂ ਅਰਜਨ ਦੇਵ ਦੀ ਸ਼ਰਨ ਆਇਆ
ਤਾਂ ਉਸ ਵੇਲੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਘੋੜੇ ਚੋਰੀ ਹੋ ਜਾਂਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇਹ ਸੋਹਲਾ ਸਾਹਿਬ ਬਾਣੀ ਦਾ ਪਾਠ ਕਰਕੇ ਰਾਤ ਨੂੰ ਬਰਾਜਣ ਵੇਲੇ ਤੇ ਫਿਰ ਬਰਾਜਣ ਦਾ ਉਪਦੇਸ਼ ਦਿੱਤਾ ਕਿ ਤੇਰੇ ਚੋਰ ਵੀ ਪਕੜੇ ਜਾਣਗੇ। ਔਰ ਇੱਕ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ, ਇੱਕ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸਰਣਾਈ, ਇੱਕ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਤੇ ਇੱਕ ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ। ਇਹ 4 ਸ਼ਬਦ, 2 ਸ਼ਬਦ ਤੇ 2 ਸ਼ਲੋਕ ਔਰ 5 ਸ਼ਬਦ ਇਹ ਸੋਹਲਾ ਸਾਹਿਬ ਬਾਣੀ ਦੇ ਤੇ 10ਵੀਂ ਅਰਦਾਸ ਇਹ ਕਰਨ ਵਾਸਤੇ ਕਿਹਾ ਸੀ। ਔਰ ਉਹ ਕਰਦਾ ਸੀ ਤੇ ਕਹਿੰਦੇ ਭਈ ਚੋਰ ਉਹਦੀ ਚੋਰੀ ਨਹੀਂ ਸੀ ਕਰ ਸਕਦੇ। ਇੱਕ ਦਿਨ ਸਿੱਖ ਨੂੰ ਆਲਸ ਆ ਗਿਆ, ਚੋਰ ਵੀ ਮਗਰ ਹੀ ਲੱਗੇ ਰਹਿੰਦੇ ਸੀ, ਤਾਂ ਉਹ ਸੋਹਲਾ ਸਾਹਿਬ ਦਾ ਪਾਠ ਕਰਦਾ ਕਰਦਾ ਉਹਨੂੰ ਆਲਸ ਆ ਗਿਆ, ਬਰਾਜ ਗਿਆ। ਚੋਰ ਅੰਦਰ ਘੋੜਿਆਂ ਦੀਆਂ ਪਛਾੜੀਆਂ ਖੋਲ੍ਹ ਲਈਆਂ ਸੀ ਉਹਨਾਂ ਨੇ। ਤਾਂ ਸਿੱਖ ਨੂੰ ਫਿਰ ਸੁਚੇਤਾ ਹੋਇਆ, ਉੱਠ ਕੇ 5 ਇਸ਼ਨਾਨਾਂ ਕਰਕੇ ਇਹਨੇ ਸੋਹਲਾ ਸਾਹਿਬ ਦਾ ਪਾਠ ਪੂਰਾ ਕੀਤਾ। ਤਾਂ ਫਿਰ ਜਿਵੇਂ ਲੋਹੇ ਦਾ ਕੋਟ ਉਸਰਦਾ ਇੰਝ ਹੋ ਗਿਆ, ਜਾਂ ਇੰਝ ਕਹਿ ਲਓ ਚੋਰਾਂ ਨੂੰ ਦਿਸਦਾ ਕੁਛ ਨਹੀਂ ਸੀ। ਕੋਈ ਐਸੀ ਖੇਡ ਵਾਪਰੀ ਕਿ ਉਹ ਫਿਰ ਕਹਿਣ ਲੱਗੇ ਵੀ ਅਸੀਂ ਇਸ ਬੰਦੇ ਨੂੰ ਮੰਤਰ ਪੁੱਛਣਾ ਹੈ, ਕਿਹੜਾ ਮੰਤਰ ਪੜ੍ਹਦਾ, ਜਿਸ ਕਰਕੇ ਅਸੀਂ ਜਾ ਨਹੀਂ ਸਕੇ, ਘੋੜੇ ਨਹੀਂ ਲਿਜਾ ਸਕੇ। ਫਿਰ ਉਹ ਸ਼ਰਨ ਪਿਆ ਸੀ। ਤਾਂ ਫਿਰ ਗੁਰਸਿੱਖ ਨੇ ਉਹਨਾਂ ਨੂੰ ਸੁਦਾਗਰਾਂ ਨੂੰ ਇਹ ਸੋਹਲਾ ਸਾਹਿਬ ਜੋ ਇਹ ਪਾਠ ਕਰਦਾ ਸੀ ਇਹ ਕਰਨ ਆਇਆ, ਜਾਂ ਸਤਿਗੁਰਾਂ ਦੀ ਸ਼ਰਨ 'ਚ ਲੈ ਕੇ ਆਇਆ। ਇਸ ਤਰ੍ਹਾਂ ਦਾ ਬਚਨ ਵੀ ਇਤਿਹਾਸ ਵਿੱਚ ਲਿਖਿਆ ਹੋਇਆ। ਔਰ ਜਿਹੜਾ ਗੁਰਸਿੱਖ ਮਾਈ ਭਾਈ ਭਾਵਨਾ ਨਾਲ ਹਜ਼ੂਰ ਦੇ ਇਹਨਾਂ ਬਚਨਾਂ ਦਾ ਸੌਣ ਵੇਲੇ ਬਰਾਜਣ ਵੇਲੇ ਪ੍ਰੇਮ ਪੂਰਵਕ ਪਾਠ ਕਰਕੇ ਅਰਦਾਸ ਕਰਦਾ ਹੈ, ਕਾਮ ਕ੍ਰੋਧ ਮੋਹ ਹੰਕਾਰ ਆਦਿਕ ਚੋਰ ਜਿਹੜੇ ਸਾਡੇ ਮਨਾਂ ਨੂੰ ਚੰਬੜੇ ਹੋਏ ਨੇ ਉਹਨਾਂ ਤੋਂ ਰੱਖਿਆ ਹੁੰਦੀ ਹੈ। ਔਰ ਸੁੱਤਿਆਂ ਪਿਆਂ ਬੁਰੇ ਸੁਪਨਿਆਂ ਤੋਂ ਬਚਾ ਰਹਿੰਦਾ। ਜੇ ਸੁੱਤਿਆਂ ਪਿਆਂ ਕੋਈ ਚੜ੍ਹਾਈ ਵੀ ਕਰ ਜਾਏ ਤਾਂ ਇਹ ਬਾਣੀ ਉਹਦੀ ਸਹਾਇਤਾ ਕਰੇਗੀ। ਇਹ ਸਮੇਂ ਸਮੇਂ 'ਤੇ ਸਤਿਗੁਰੂ ਮਹਾਰਾਜ ਨੇ ਬਾਰ-ਬਾਰ ਗੁਰੂ ਸ਼ਬਦ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਤਾਂ ਹੀ ਇਹ ਗੁਰਸਿੱਖਾਂ ਨੂੰ ਇਹਨਾਂ ਬਾਣੀਆਂ ਦਾ ਰੋਜ਼ ਨਿਤਨੇਮ, ਫਿਰ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੇ ਵੇਲੇ ਤੋਂ ਸਵੇਰ ਵੇਲੇ 5 ਬਾਣੀਆਂ ਦਾ ਨਿਤਨੇਮ ਪਾਠ ਔਰ ਆਸਾ ਦੀ ਵਾਰ ਸੁਖਮਨੀ ਸਾਹਿਬ ਦਾ ਪਾਠ ਵੀ ਗੁਰਸਿੱਖ ਪਿਆਰੇ ਦਿਨ ਵੇਲੇ ਜਦੋਂ ਵੀ ਸਮਾਂ ਮਿਲੇ ਕਰਦੇ ਰਹੇ ਨੇ, ਹੁਣ ਵੀ ਕਰਦੇ ਹਨ। ਇਹਦੋਂ ਵੱਧ 5 ਗ੍ਰੰਥੀ ਦਾ ਨਿਤਨੇਮ ਪਾਠ ਵੀ ਕਰਦੇ ਨੇ। ਔਰ ਰਹਿ ਰਾਸ ਦਾ ਪਾਠ ਵੀ ਜ਼ਰੂਰ ਹਦਾਇਤ ਹੈ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਦੀ ਸਤਿਗੁਰਾਂ ਦੀ। ਔਰ ਸ਼ਾਮ ਬਰਾਜਣ ਵੇਲੇ ਸੋਹਲਾ ਸਾਹਿਬ ਬਾਣੀ ਦੇ ਪਾਠ ਕਰਨ ਦੀ ਹਦਾਇਤ ਆਗਿਆ ਹੈ। ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਜਦੋਂ ਰਾਤ ਨੂੰ ਬਰਾਜਣਾ ਹੁੰਦਾ ਸੀ, ਸਾਰੇ ਸਿੰਘ ਆਪੋ ਆਪਣੇ ਮੰਜਿਆਂ 'ਤੇ ਆਸਣਾਂ 'ਤੇ ਚੌਂਕੜੇ ਮਾਰ ਕੇ ਬਹਿ ਜਾਂਦੇ ਸਨ। ਅਤੇ ਮਹਾਂਪੁਰਸ਼ਾਂ ਦਾ ਮੰਜਾ ਬਾਕੀ ਸਿੰਘਾਂ ਨਾਲੋਂ ਥੋੜ੍ਹਾ ਜਿਹਾ ਉੱਚਾ ਹੁੰਦਾ ਸੀ। ਫਿਰ ਇਸ ਕਰਕੇ ਆਪ ਬੋਲ ਕੇ ਬੜੇ ਪ੍ਰੇਮ ਦੇ ਨਾਲ ਪਾਠ ਕਰਦੇ ਸਨ, ਸਹਿਜੇ ਸਹਿਜੇ ਸਾਰੇ ਸਿੰਘਾਂ ਨੂੰ ਸੁਣਾ ਕੇ। ਅਤੇ ਉਦੋਂ ਬਾਅਦ ਫਿਰ ਅਰਦਾਸ ਕਰਕੇ 10 ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਫਿਰ ਉਹ ਬਿਰਾਜਦੇ ਸੀ। ਅਤੇ ਫਿਰ ਰਾਤ ਕਿਸੇ ਸਿੰਘ ਨੂੰ ਕੋਈ ਗੱਲਬਾਤ ਉੱਚੀ ਬੋਲਣ ਦੀ ਮਨਾਹੀ ਸੀ। ਕਿਤੇ ਐਮਰਜੈਂਸੀ ਕੋਈ ਬਚਨ ਕਰਨਾ ਪਏ, ਉੱਠਣਾ ਪਏ ਤਾਂ ਵੱਖਰੀ ਗੱਲ ਹੈ। ਅੰਮ੍ਰਿਤ ਵੇਲੇ ਸੰਤ ਜਦੋਂ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਜਲ ਦਾ ਛੱਟਾ ਦੇ ਕੇ ਸਾਰੇ ਸਿੰਘਾਂ ਨੂੰ ਉਠਾ ਦਿੰਦੇ ਸੀ। ਫਿਰ ਨਿਤਨੇਮ ਕਰਨ ਤੋਂ ਬਾਅਦ ਹੀ ਕੋਈ ਬਚਨ ਵਿਲਾਸ ਸਿੰਘ ਕਰਿਆ ਕਰਦੇ ਸੀ। ਇਸ ਤਰ੍ਹਾਂ ਦੀ ਉਹ ਬੜੀ ਮਰਿਆਦਾ ਰੱਖਦੇ ਸਨ ਮਹਾਂਪੁਰਸ਼। ਇੱਕ ਸਿੰਘ, ਸ਼ਾਇਦ ਉਹਨਾਂ ਦਾ ਨਾਮ ਬਾਪੂ ਲਾਹੌਰਾ ਸਿੰਘ ਸੀ, ਉਹਨਾਂ ਨੇ ਵਚਨ ਸੁਣਾਇਆ ਸੀ ਵੀ ਇੱਕ ਦਿਨ ਮਹਾਂਪੁਰਸ਼ ਰਾਤ ਨੂੰ ਪਲੰਘ 'ਤੇ ਬੈਠੇ ਇਹ ਸੋਹਲਾ ਸਾਹਿਬ ਦਾ ਪਾਠ ਕਰ ਰਹੇ ਸੀ, ਸਿੰਘਾਂ ਨੂੰ ਸੁਣਾ ਰਹੇ ਸੀ ਅਤੇ ਮੈਂ ਪਹਿਰੇ 'ਤੇ ਸੀ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਭਾਈ ਬਾਲਾ ਮਰਦਾਨਾ ਜੀ ਮਹਾਂਪੁਰਸ਼ਾਂ ਦੇ ਸਰਾਣੇ ਵੱਲ ਮੈਨੂੰ ਦਰਸ਼ਨ ਹੋਏ। ਤਾਂ ਮੈਂ ਸੰਤਾਂ ਨੂੰ ਸਵੇਰੇ ਦੱਸਿਆ ਤਾਂ ਸੰਤ ਅੱਗੋਂ ਇਹ ਕਹਿਣ ਲੱਗੇ ਵੀ ਸਿੰਘਾ ਅਰਦਾਸ ਕਰ, ਦਾਸ ਨੂੰ ਵੀ ਦਰਸ਼ਨ ਹੋਣ। ਮੈਂ ਫਿਰ ਚੁੱਪ ਕਰ ਗਿਆ। ਤਾਂ ਫਿਰ ਉਹਨਾਂ ਨੇ ਦੱਸਿਆ ਵੀ ਦੂਜੀ ਵਾਰੀ 10 ਸਤਿਗੁਰਾਂ ਦੇ ਦਰਸ਼ਨ ਹੀ ਮੈਨੂੰ ਹੋਏ ਮਹਾਂਪੁਰਸ਼ਾਂ ਦੇ। ਇੱਕ ਪਾਸੇ 5 ਸਤਿਗੁਰੂ, ਦੂਜੇ ਪਾਸੇ 5 ਸਤਿਗੁਰੂ ਸਾਹਿਬਾਨ, ਅਤੇ ਬੜਾ ਤੇਜ਼ ਰੋਸ਼ਨੀ ਪ੍ਰਕਾਸ਼ ਸੀ। ਤਾਂ ਫਿਰ ਮੈਂ ਰਾਤ ਤਾਂ ਚੁੱਪ ਕੀਤਾ ਰਿਹਾ, ਸਵੇਰ ਵੇਲੇ ਸੰਤਾਂ ਨੂੰ ਦੱਸਿਆ।
ਤਾਂ ਫਿਰ ਸੰਤਾਂ ਨੇ ਮੈਨੂੰ ਕਿਹਾ, ਕਹੋ ਨਾਨਕ ਅਜਰ ਜਨ ਜਰਿਆ ਤਿਸ ਹੀ ਕੋ ਬਣ ਆਵਤ। ਤੇ ਸਿੰਘਾ, ਇਹ ਬਖਸ਼ਿਸ਼ ਸਦਾ ਵਾਸਤੇ ਮੰਗੀ ਦੀ ਹੈ। ਇੱਕ ਵਾਰੀ ਦਰਸ਼ਨ ਹੋਣ ਨਾਲ ਮਨ 'ਚ ਉਛਾਲਾ ਨਹੀਂ ਹੋਣਾ ਚਾਹੀਦਾ, ਹੰਕਾਰ ਹੀ ਹੁੰਦਾ, ਹਉਮੈ ਹੁੰਦੀ ਵੀ ਮੈਂ ਦੱਸਾਂ ਸਾਰਿਆਂ ਨੂੰ। ਇਹ ਤਾਂ ਸਿੱਖ ਦੀ ਭਾਵਨਾ ਚਾਹੀਦੀ ਵੀ ਸਦਾ ਹੀ ਦਰਸ਼ਨ ਹੁੰਦੇ ਰਹਿਣ ਸਤਿਗੁਰਾਂ ਦੇ। ਔਰ ਇਸ ਪ੍ਰਕਾਰ ਫਿਰ ਬਚਨ ਕਿਹਾ ਸੀ ਕਿ ਇਹ ਬਚਨ ਦੱਸਣਾ ਨਹੀਂ ਕਿਸੇ ਨੂੰ ਵੀ, ਗੁਪਤ ਹੋ ਜਾ। ਤਾਂ ਫਿਰ ਬਜ਼ੁਰਗ ਹੋਏ ਹੋਏ ਸੀ ਉਹ ਬਾਪੂ ਜੀ, ਮਹਿਤੇ, ਉਹ ਪ੍ਰਸ਼ਾਦ ਵਰਤਾਇਆ ਕਰਦੇ ਸੀ ਗੁਰਦੁਆਰਾ ਸਾਹਿਬ। ਉਦੋਂ ਬਿਰਧ ਅਵਸਥਾ 'ਚ ਉਹਨਾਂ ਨੇ ਇਹ ਬਚਨ ਦੱਸਿਆ ਸੀ। ਰਹੋ ਵਿਚਾਰ, ਇਉਂ ਸਿੱਖ ਮਹਾਰਾਜ ਸਾਹਿਬ ਦੀ ਬਾਣੀ ਨਾਲ ਪ੍ਰੇਮ ਪੂਰਵਕ ਜੁੜਦਾ ਤਾਂ ਸਤਿਗੁਰੂ ਵੀ ਮਹਾਰਾਜ ਅੰਗ ਸੰਗ ਹੀ ਹਨ। ਐਸੀ ਭਾਵਨਾ ਚਾਹੀਦੀ ਹੈ। ਜੋ ਸਤਿਗੁਰੂ ਨੇ ਹਦਾਇਤ ਕੀਤੀ ਹੈ ਉਸ ਦਾ ਪਾਲਣ ਸਿੱਖਾਂ, ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ। ਜਿੰਨਾ ਵੱਧ ਗੁਰੂ ਕੀ ਬਾਣੀ ਨਾਲ ਸਾਡਾ ਪ੍ਰੇਮ ਹੋਵੇਗਾ, ਉਨੀ ਹੀ ਵੱਡੀ ਬਖਸ਼ਿਸ਼ ਸਤਿਗੁਰਾਂ ਦੀ ਸਾਨੂੰ ਪ੍ਰਾਪਤ ਹੋਵੇਗੀ। ਇਸ ਬਾਣੀ ਦਾ ਸਿਰਲੇਖ ਹੈ ਸੋਹਿਲਾ। ਸੋਹਿਲਾ ਦਾ ਅਰਥ ਹੈ ਜਸ, ਕੀਰਤੀ, ਮਹਿਮਾ ਦਾ ਗੀਤ। ਔਰ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ। ਸਤਿਗੁਰਾਂ ਨੇ ਸਾਰੀ ਬਾਣੀ ਰਾਗ ਰਾਗਣੀਆਂ ਛੰਦਾਬੰਦੀ ਵਿੱਚ ਉਚਾਰਨ ਕੀਤੀ ਹੈ। ਔਰ ਰਾਗ ਦੀ ਬੜੀ ਮਹਾਨਤਾ ਹੈ। ਜੇ ਰਾਗ ਵਿੱਚ ਵਾਹਿਗੁਰੂ ਦੀ ਕੀਰਤੀ ਗਾਈ ਜਾਏ ਤੇ ਸੋਨੇ ਤੇ ਸੁਹਾਗੇ ਵਾਲੀ ਬਾਤ ਹੈ। ਰਾਗ ਮਨ ਨੂੰ ਧੂ ਪਾਉਂਦਾ, ਖਿੱਚ ਪਾਉਂਦਾ। ਔਰ ਗੌੜੀ ਰਾਗਣੀ ਜੋ ਹੈ, ਇਹਦੀਆਂ ਕਈ ਕਿਸਮਾਂ ਨੇ, ਜਿਵੇਂ ਗੌੜੀ ਗੁਆਰੇਰੀ, ਗੌੜੀ ਦੀਪਕੀ, ਗੌੜੀ ਪੂਰਬੀ, ਔਰ ਇਸੇ ਤਰ੍ਹਾਂ ਗੌੜੀ ਚੇਤੀ ਆਦਿਕ। ਇਹ ਗੌੜੀ ਰਾਗ ਦੀ ਇੱਕ ਵੰਨਗੀ ਹੈ ਦੀਪਕੀ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਬਚਨ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਵਾਹਦ ਹਸਤੀ ਵਾਹਿਗੁਰੂ ਪ੍ਰਮਾਤਮਾ, ਜਿਸ ਵਰਗਾ ਹੋਰ ਕੋਈ ਨਹੀਂ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜਾਤੀ ਵਿਜਾਤੀ ਸਵਾਗਤ ਭੇਦ ਤੋਂ ਰਹਿਤ, ਸਤ ਚੇਤਨ ਆਨੰਦ ਸਰੂਪ ਅਤੇ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਘਰ ਅੰਦਰ, ਘਰ ਦਾ ਅਰਥ ਹੈ ਸਤਸੰਗ ਘਰ, ਜਿਸ ਸਤਸੰਗ ਘਰ ਦੇ ਅੰਦਰ ਵਾਹਿਗੁਰੂ ਜੀ ਦੀ ਕੀਰਤੀ ਆਖੀ ਜਾਂਦੀ ਹੈ, ਭਾਵ ਵਾਹਿਗੁਰੂ ਦਾ ਜਸ ਗਾਇਆ ਜਾਂਦਾ ਹੈ, ਕੀਰਤਨ ਕੀਤਾ ਜਾਂਦਾ ਹੈ। ਕਰਤੇ ਕਾ ਹੋਏ ਵਿਚਾਰੋ। ਕਰਤੇ ਅਕਾਲ ਪੁਰਖ ਪਰਮਾਤਮਾ ਦੀਆਂ ਵਡਿਆਈਆਂ ਦੀ, ਸਿਫਤਾਂ ਦੀ, ਗੁਣਾਂ ਦੀ ਜਿੱਥੇ ਵਿਚਾਰ ਹੁੰਦੀ ਹੈ। ਤਿਤ ਘਰ ਗਾਵਹੁ ਸੋਹਿਲਾ। ਹੈ ਪ੍ਰੇਮੀ ਜਨੋ, ਉੱਥੇ ਤੁਸੀਂ ਵੀ ਜਾ ਕੇ ਵਾਹਿਗੁਰੂ ਦੀ ਜਾ ਸੋਹਿਲਾ ਜਸ ਗਾਓ। ਸਿਵਰਿਓ ਸਿਰਜਣਹਾਰੋ। ਔਰ ਜੋ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਰਚੇਤਾ, ਸਿਰਜਣਹਾਰ ਪਰਮਾਤਮਾ, ਪੈਦਾ ਕਰਨ ਵਾਲਾ ਸਭ ਨੂੰ, ਉਸ ਦਾ ਸਿਮਰਨ ਵੀ ਕਰਿਆ ਕਰੋ। ਜਿਸ ਸਤਸੰਗ ਘਰ ਵਿੱਚ ਵਾਹਿਗੁਰੂ ਜੀ ਦਾ ਜਸ ਗਾਇਆ ਜਾਂਦਾ ਹੈ ਔਰ ਉਸ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਉਸ ਸਤਸੰਗ ਘਰ ਵਿੱਚ ਜਾ ਕੇ ਤੁਸੀਂ ਵੀ ਵਾਹਿਗੁਰੂ ਦੇ ਜਸ ਦਾ ਸੋਹਿਲਾ ਗਾਓ, ਵਡਿਆਈਆਂ ਕਰੋ ਔਰ ਸਿਰਜਣਹਾਰ ਪਰਮਾਤਮਾ ਨੂੰ ਸਿਮਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਜ਼ੂਰ ਕਹਿੰਦੇ, ਹਾਂ, ਜੋ ਮੇਰਾ ਵਾਹਿਗੁਰੂ ਹੈ, ਨਿਰਭਉ, ਨਿਡਰ ਸਰੂਪ, ਜਿਸ ਦੇ ਉੱਪਰ ਕਿਸ ਦਾ ਭੈ ਨਹੀਂ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਉਸ ਨਿਰਭਉ ਪ੍ਰਮਾਤਮਾ ਦਾ ਸੋਹਿਲਾ ਗਾਓ। ਜਿਹੜਾ ਕਿਸੇ ਦੇ ਡਰ ਅਧੀਨ ਹੈ, ਉਹਦਾ ਜਸ ਨਾ ਗਾਓ। ਉਹ ਡਰ ਦੇ ਅਧੀਨ ਹੋ ਕੇ ਤੇ ਤੁਹਾਨੂੰ ਵੀ ਅਧੀਨ ਨਹੀਂ ਰੱਖੇਗਾ। ਇਸ ਕਰਕੇ ਸਗਲ ਸਮੱਗਰੀ ਡਰਹਿ ਵਿਆਪੀ, ਬਿਨ ਡਰ ਕਰਨਾ ਹਾਰਾ। ਔਰ ਡਰਪੈ ਧਰਤ ਆਕਾਸ਼, ਨਖਯਤਰਾ ਸਿਰ ਉਪਰ ਅਮਰ ਕਰਾਰਾ। ਇਸ ਪ੍ਰਕਾਰ ਪੌਣ ਪਾਣੀ ਬੈ ਸੰਤਰ ਡਰਪੈ, ਡਰਪੈ ਇੰਦਰ ਵਿਚਾਰਾ। ਏਕਾ ਨਿਰਭਉ ਬਾਤ ਸੁਣੀ। ਇੱਕੋ ਹੀ ਵਾਹਿਗੁਰੂ ਨਿਰਭਉ ਹੈ। ਇਹ ਗੱਲ ਅਸੀਂ ਸੁਣੀ ਆਪਣੇ ਗੁਰਾਂ ਤੋਂ। ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਉਹੀ ਸੁਖੀਆ ਤੇ ਉਹੀ ਸੁਖ ਦੇ ਸਹਿਤ ਸਦਾ ਵਾਸਤੇ ਸੁਖੀ ਹੈ, ਜਿਹੜਾ ਗੁਰਾਂ ਨੂੰ ਮਿਲ ਕੇ ਵਾਹਿਗੁਰੂ ਗੁਣੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਇਸ ਕਰਕੇ ਤੁਸੀਂ ਮੇਰੇ ਵਾਹਿਗੁਰੂ ਪ੍ਰਮਾਤਮਾ ਨਿਰਭਉ ਸਰੂਪ ਦਾ ਹੀ ਸੋਹਿਲਾ ਗਾਓ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ।
ਜਿਸ ਪ੍ਰਮਾਤਮਾ ਦਾ ਸੋਹਿਲਾ ਜਸ ਗਾਇਨ ਕਰਨ ਨਾਲ, ਜਿਸ ਦਾ ਕੀਰਤਨ ਕਰਨ ਨਾਲ ਸਦਾ ਵਾਸਤੇ ਸਦੀਵੀ ਸਮੇਂ ਲਈ ਹਮੇਸ਼ਾ ਹਮੇਸ਼ਾ ਲਈ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ, ਉਸ ਸੋਹਿਲੇ ਤੋਂ ਮੈਂ ਵਾਰੀ ਫੇਰੀ ਕੁਰਬਾਨ ਜਾਂਦਾ ਹਾਂ। ਰਹਾਓ, ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ। ਨਿਤ ਨਿਤ ਰੋਜ਼ ਰੋਜ਼ ਜੀੜੇ, ਹੇ ਜਿੰਦੇ ਜਾਂ ਜਿਹੜੇ ਜੀਵੜੇ ਹਨ, ਸੰਭਾਲੀਅਨ, ਉਹਨੂੰ ਯਾਦ ਕਰਦੇ ਹਨ। ਦੂਜਾ ਅਰਥ ਹੈ ਕਿ ਨਿਤ ਨਿਤ ਜੋ ਵਾਹਿਗੁਰੂ ਪਰਮਾਤਮਾ ਆਪਣੇ ਪੈਦਾ ਕੀਤੇ ਜੀਆਂ ਨੂੰ ਸੰਭਾਲਦਾ ਹੈ, ਦੇਖੇਗਾ ਦੇਵਨਹਾਰ, ਔਰ ਦੇਵਨਹਾਰ ਪਰਮਾਤਮਾ ਸੰਭਾਲ ਕਰਦਾ ਪਿਆ ਹੈ, ਵੇਖਦਾ ਪਿਆ ਹੈ। ਦੇਵਨਹਾਰ ਵਾਹਿਗੁਰੂ ਸਾਰੇ ਜੀਆਂ ਨੂੰ, ਜਿਹੜੇ ਚੇਤੇ ਕਰਦੇ ਹਨ ਉਹਨਾਂ ਨੂੰ ਵੀ ਵੇਖਦਾ ਹੈ ਪਰਮਾਤਮਾ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੇਖਦਾ ਹੈ। ਸੋ ਇਸ ਪ੍ਰਕਾਰ ਹੇ ਜੀੜੇ, ਨਿਤ ਨਿਤ ਜਿਹੜੇ ਰੋਜ਼ ਰੋਜ਼ ਵਾਹਿਗੁਰੂ ਨੂੰ ਯਾਦ ਕਰਦੇ ਹਨ ਤੇ ਦੇਖਣਹਾਰ ਪਰਮਾਤਮਾ ਦੇਵਨਹਾਰ ਵਾਹਿਗੁਰੂ ਅਕਾਲ ਪੁਰਖ ਦੇਖੇਗਾ ਜ਼ਰੂਰ, ਮਿਹਰ ਦੀ ਨਜ਼ਰ ਕਰਕੇ ਉਹਨਾਂ ਵੱਲ ਵੇਖੇਗਾ, ਭਾਵ ਕਿਰਪਾ ਦ੍ਰਿਸ਼ਟੀ ਕਰੇਗਾ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਤੇਰੇ ਪਾਸੋਂ ਦਾਨੈ ਕੀਮਤ, ਵਾਹਿਗੁਰੂ ਨੇ ਜੋ ਦਾਤਾਂ ਬਖਸ਼ੀਆਂ ਹਨ, ਜੋ ਦਾਨ ਦਿੱਤਾ, ਤੁਧ ਸਭ ਸੈਨੋਂ ਦਾਨ ਦਿੱਤਾ, ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਏ। ਜੋ ਕੁਝ ਵੀ ਅਸੀਂ ਭੋਗ ਰਹੇ ਹਾਂ ਵਾਹਿਗੁਰੂ ਦਾ ਦਿੱਤਾ ਦਾਨ ਹੈ। ਤੇਰੇ ਪਾਸੋਂ ਵਾਹਿਗੁਰੂ ਦੇ ਦਿੱਤੇ ਦਾਨ ਦੀ ਕੀਮਤ ਮੁੱਲ ਨਹੀਂ ਪੈ ਸਕਦਾ। ਤਿਸ ਦਾਤੇ ਕਵਣ ਸੁਮਾਰ, ਉਸ ਦਾਤੇ ਦਾ ਕੌਣ ਸ਼ੁਮਾਰ ਗਿਣਤੀ ਮਿਣਤੀ ਕਰ ਸਕਦਾ, ਜਿਸ ਦੀਆਂ ਦਾਤਾਂ ਦਾ ਹੀ ਮੁੱਲ ਨਹੀਂ ਪਾਇਆ ਜਾ ਸਕਦਾ। ਐਸੇ ਦਾਤੇ ਵਾਹਿਗੁਰੂ ਦਾ ਕੀ ਸ਼ੁਮਾਰ ਹੈ, ਕੀ ਗਿਣਤੀ ਮਿਣਤੀ ਹੈ, ਕੀ ਹਿਸਾਬ ਕਿਤਾਬ ਹੈ, ਉਹ ਬੇਅੰਤ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ। ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਤਾਂ ਉਸ ਨੂੰ ਪਹਿਲਾਂ ਮਾਈਏ ਪਾਇਆ ਜਾਂਦਾ ਤੇ ਸਿਰ ਦੇ ਵਿੱਚ ਤੇਲ ਆਦਿਕ ਪਾਇਆ ਜਾਂਦਾ ਸੀ, ਉਹਨੂੰ ਕਹਿੰਦੇ ਤੇਲ ਚੜਾਉਣਾ। ਗੁਰਮਤਿ ਅਨੁਸਾਰ ਅਜਿਹੇ ਰੀਤੀ ਰਿਵਾਜ ਕਰਨ ਦੀ ਮਨਾਹੀ ਹੈ, ਕੁਝ ਲੋੜ ਨਹੀਂ ਐਸਾ ਕਰਨ ਦੀ, ਪਰ ਆਮ ਸੰਸਾਰ ਦੇ ਵਿੱਚ ਇਹ ਹੁੰਦਾ ਤੇ ਉਸ ਨੂੰ ਮਾਈਏ ਪਾਉਣ ਵੇਲੇ ਤੇਲ ਚੜਾਇਆ ਜਾਂਦਾ ਤੇ ਉਸ ਵਕਤ ਉਸ ਲੜਕੀ ਦੀਆਂ ਭਰਜਾਈਆਂ, ਭੈਣਾਂ, ਮਾਵਾਂ, ਤਾਈਆਂ, ਚਾਚੀਆਂ, ਸਹੇਲੀਆਂ ਸਭ ਉਹ ਇਸਤਰੀਆਂ ਗੀਤ ਗਾਉਂਦੀਆਂ ਹਨ, ਉਹਨੂੰ ਕਹਿੰਦੇ ਸੋਹਲੜੇ ਗਾਉਣੇ। ਔਰ ਇਸ ਪ੍ਰਕਾਰ ਉਹਦੇ ਵਿੱਚ ਬੈਰਾਗ ਵਾਲੇ ਬਚਨ ਵੀ ਹੁੰਦੇ ਸਨ ਤੇ ਖੁਸ਼ੀ ਦੇ ਬਚਨ ਵੀ। ਬੈਰਾਗ ਇਸ ਗੱਲ ਦਾ ਕਿ ਉਸ ਲੜਕੀ ਨੇ ਆਪਣੇ ਸਾਰੇ ਸੰਬੰਧੀਆਂ ਤੋਂ, ਮਾਤਾ ਪਿਤਾ, ਭੈਣਾਂ ਭਰਾਵਾਂ, ਭਰਜਾਈਆਂ, ਤਾਤੀਆਂ, ਚਾਚੀਆਂ, ਤਾਈਆਂ, ਸਹੇਲੀਆਂ ਸਭ ਤੋਂ ਵਿਛੜ ਕੇ ਚਲੇ ਜਾਣਾ, ਵਿਛੋੜੇ ਦਾ ਦਰਦ, ਤੇ ਨਾਲ ਖੁਸ਼ੀ ਦਾ ਇਹ ਭਈ ਉਹ ਆਪਣੇ ਸਹੁਰੇ ਘਰ ਜਾ ਰਹੀ ਹੈ। ਔਰ ਇਸ ਪ੍ਰਕਾਰ ਇਹ ਖੁਸ਼ੀ ਮਿਲਾਪ, ਜਿਹੜਾ ਪਤੀ ਨਾਲ ਮਿਲਾਪ ਹੋ ਰਿਹਾ, ਉਹਦੇ ਬਾਰੇ 'ਚ ਖੁਸ਼ੀ ਦੇ ਗੀਤ ਇਤਿਆਦਿਕ ਗਾਏ ਜਾਂਦੇ ਸੀ। ਫਿਰ ਜਿਹੜਾ ਵਿਆਹ ਦਾ ਦਿਨ ਮੁਕਰਰ ਕੀਤਾ ਗਿਆ, ਸੋ ਉਸ ਵੇਲੇ ਵਿਆਹੁਣ ਵਾਸਤੇ ਲਾੜਾ ਆਉਂਦਾ ਸੀ ਤੇ ਉਹ ਵਿਆਹ ਕੇ ਲੈ ਜਾਂਦਾ ਸੀ। ਸੋ ਇਸ ਪ੍ਰਕਰਣ ਦੇ ਅਨੁਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਨੇ ਵੀ ਇਸ ਦੁਨੀਆ ਤੋਂ ਸਭ ਨੇ ਚਲੇ ਜਾਣਾ, ਕਿਸੇ ਨੇ ਵੀ ਬੈਠੇ ਨਹੀਂ ਰਹਿਣਾ ਤੇ ਵਾਹਿਗੁਰੂ ਦਾ ਜਸ ਗਾ ਲੈਣਾ ਚਾਹੀਦਾ। ਸਭਨਾ ਸਹੁਰੈ ਵੰਝਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸਭਨਾ ਜੀਵ ਰੂਪ ਇਸਤਰੀਆਂ ਨੇ ਆਪਣੇ ਸਹੁਰੇ ਘਰ ਪਰਲੋਕ ਵਿੱਚ ਜਾਣਾ ਹੈ। ਇੱਧਰ ਜਿਹੜੇ ਮਾਤ ਲੋਕ ਤੇ ਸਾਡੇ ਸੰਬੰਧੀ ਹਨ, ਇਹਨਾਂ ਨਾਲੋਂ ਸਾਡਾ ਵਿਛੋੜਾ ਵੀ ਪੈਣਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸੰਬਤ ਸਾਹਾ ਲਿਖਿਆ। ਸੰਬਤ ਦਾ ਅਰਥ ਹੈ ਸਾਲ, ਉਹ ਸਾਲ, ਤੇ ਸਾਹਾ ਉਹ ਦਿਨ, ਵਿਆਹ ਦਾ ਦਿਨ। ਇਹ ਪਹਿਲਾਂ ਮੁਕਰਰ ਕੀਤਾ ਹੋਇਆ, ਜਿਵੇਂ ਫਰੀਦ ਨੇ ਕਿਹਾ, ਜਿੱਤ ਦਿਹਾੜਾ ਧਨ ਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕਹਿ ਗੱਲ ਲੱਗੈ ਧਾਏ। ਵਾਲਹੁ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ,
ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮਹਾਏ। ਫਰੀਦ ਜੀ ਕਹਿੰਦੇ ਨੇ ਜਿਸ ਦਿਨ ਧਨ ਇਸਤਰੀ ਲੜਕੀ ਕਾਕੀ ਵਰੀ ਵਿਆਹੀ ਜਾਂਦੀ ਆ, ਉਹ ਸਾਹੇ ਦਾ ਦਿਨ ਪਹਿਲਾਂ ਦਾ ਲਿਖਿਆ ਆ। ਭਾਵ ਜਦੋਂ ਵੀ ਇਸ ਜੀਵ ਨੇ ਜਨਮ ਲਿਆ ਉਦੋਂ ਪਹਿਲਾਂ ਦਾ, ਇਹਦੇ ਸਰੀਰ ਦੇ ਅੰਤ ਦਾ, ਪ੍ਰਲੋਕ ਨੂੰ ਜਾਣ ਦਾ, ਸਹੁਰੇ ਘਰ ਜਾਣ ਦਾ ਉਹ ਸਾਹਾ ਪਹਿਲਾਂ ਲਿਖਿਆ ਗਿਆ। ਜਿਤ ਦਿਹਾੜਾ ਧਨ ਵਰੀ ਸਾਹੇ ਲੈ ਲਿਖਾਏ। ਮਲਕ ਜੇ ਕੰਨੀ ਸੁਣੀ ਦਾ, ਜਿਹੜਾ ਮਲਕ ਪਾਤਸ਼ਾਹ ਮਤਲਬ ਲਾੜਾ ਦੂਲਾ, ਜਿਹੜਾ ਪਹਿਲਾਂ ਕੰਨਾਂ 'ਚ ਸੁਣੀਦਾ ਸੀ ਵੀ ਉਸਨੇ ਆਉਣਾ ਵਿਆਹ ਕੇ ਲੈ ਜਾਣਾ, ਉਹ ਉਸ ਦਿਨ ਸਾਹੇ ਵਾਲੇ ਦਿਨ ਆ ਮੂੰਹ ਵਿਖਾਉਂਦਾ। ਮਲਕ ਜੇ ਕੰਨੀ ਸੁਣੀਦਾ, ਇੱਧਰ ਕਾਲ ਧਰਮਰਾਜ ਦੇ ਦੂਤ, ਮਲਕ ਜੇ ਕੰਨੀ ਸੁਣੀਦਾ ਮੂੰਹ ਦੇ ਖਾਲੇ ਆਏ। ਫਿਰ ਉਹ ਕੀ ਹੁੰਦਾ, ਜਿੰਦ ਨਿਮਾਣੀ ਕੱਢੀ ਆ, ਨਿਮਾਣੀ ਜਿੰਦ ਜਿਹੜੀ ਇਹਨੂੰ ਕੱਢਿਆ ਜਾਂਦਾ ਹੱਡਾਂ ਕੂ ਕੜਕਾਏ। ਸੋ ਇਸ ਪ੍ਰਕਾਰ ਸੂਖਮ ਸਰੀਰ ਨੂੰ ਸਥੂਲ ਸਰੀਰ ਨਾਲੋਂ ਕੱਟਿਆ ਜਾਂਦਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਇਆ। ਆਪਣੀ ਜਿੰਦ ਨੂੰ ਜਿਉਂਦਿਆਂ ਜਿਉਂਦਿਆਂ ਸਮਝਾ ਲੈਣਾ ਚਾਹੀਦਾ ਮਨ ਦੇ ਤਾਈਂ, ਭਈ ਜਿਹੜੇ ਸਾਹੇ ਦਾ ਸਮਾਂ ਲਿਖਿਆ ਹੋਇਆ ਉਹ ਟਲਣਾ ਨਹੀਂ ਹੈ, ਚਲਾਏਮਾਨ ਨਹੀਂ ਹੋਣਾ। ਜਿੰਦ ਵਹੁਟੀ, ਇਹ ਜਿੰਦ ਹੀ ਵਹੁਟੀ ਹੈ ਜਿਸ ਨੂੰ ਵਿਆਹ ਕੇ ਲਿਜਾਣਾ। ਮਰਨ ਵਰ ਤੇ ਮੌਤ ਦਾ ਫਰਿਸ਼ਤਾ ਜਾਂ ਮਰਨ ਜਿਹੜਾ ਹੈ ਕਾਲ, ਇਹ ਲਾੜਾ ਹੈ। ਲੈ ਜਾਸੀ ਪਰਣਾਏ ਆਪਣ ਹੱਥੀਂ ਜੋਲ ਕੈ ਗਲ ਲੱਗਿਆ ਤਾਂ। ਆਪਣੀ ਹੱਥੀਂ ਜਿੰਦ ਨੂੰ ਤੋੜ ਕੇ ਦੇ, ਫਿਰ ਕਿਹਦੇ ਗਲ ਧਾ ਕੇ ਲੱਗੇਗੀ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀਂ ਜੋਲ ਕੈ ਗਲ ਲੱਗਿਆ ਤਾਂ। ਵਾਲਹੁ ਨਿੱਕੀ ਪੁਰ ਸਲਾਤ, ਪੁਰ ਮੈਨੇ ਪੁਲ, ਸਲਾਤ ਸੱਲਾਂ ਵਾਲਾ, ਦੁਖਦਾਈ ਜਿਹੜਾ ਪੁਲ ਹੈ, ਬਹੁਤ ਬਰੀਕ ਰਸਤਾ, ਵਾਲ ਨਾਲੋਂ ਵੀ ਬਰੀਕ ਆ ਕਹਿੰਦੇ ਫਰੀਦ ਜੀ, ਇਸਲਾਮ ਦੀਆਂ ਕਿਤਾਬਾਂ 'ਚ ਲਿਖਿਆ। ਵਾਲਹੁ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣੀਆ। ਧਾਰਮਿਕ ਸਥਾਨਾਂ 'ਤੇ ਮਸੀਤਾਂ, ਗੁਰਦੁਆਰਿਆਂ, ਮੰਦਰਾਂ 'ਚ, ਇਹ ਜੀਵ ਤੂੰ ਕੰਨਾਂ 'ਚ ਆ ਕੇ ਸੁਣਿਆ ਨਹੀਂ ਉਹਦੇ ਬਾਰੇ। ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮੁਹਾਏ। ਹੇ ਫਰੀਦ, ਕੀੜੀ ਪਹਾੜੀ ਬੋਲੀ ਹੈ, ਕੀੜੀ ਮੈਨੇ ਆਵਾਜ਼ਾਂ ਕੰਨਾਂ 'ਚ ਪੈਂਦਿਆਂ, ਅੱਜ ਫਲਾਨਾ ਗੁਜ਼ਰਿਆ, ਅੱਜ ਫਲਾਨਾ ਗੁਜ਼ਰਿਆ, ਤੇ ਚਲੇ ਜਾਣਾ ਇਸ ਦੁਨੀਆ ਤੋਂ, ਬੰਦੋਬਸਤ ਪ੍ਰਬੰਧ ਕਰ ਲੈਣਾ ਚਾਹੀਦਾ। ਖਲੋਤਾ ਆਪਣੇ ਆਪ ਨੂੰ ਲਟਾਈ ਨਾ ਜਾ। ਆਪਣਾ ਸ਼ੁਭ ਗੁਣਾਂ ਦਾ ਧਨ, ਆਪਣੇ ਸਵਾਸਾਂ ਦਾ ਧਨ ਬਰਬਾਦ ਨਾ ਕਰੀ ਜਾ। ਕੌਡੀਆਂ ਭਾਅ ਨਾ ਰੋਲ। ਇੱਥੇ ਇਹੀ ਗੱਲ ਸਮਝਾ ਰਹੇ ਨੇ ਸਤਿਗੁਰੂ ਮਹਾਰਾਜ ਕਿ ਸੰਬਤ ਸਾਹਾ ਲਿਖਿਆ, ਉਹ ਸੰਬਤ ਵਰਾ ਤੇ ਉਹ ਸਾਹਾ ਦਿਨ ਲਿਖਿਆ ਹੋਇਆ ਮਸਤਕ ਤੇ ਜਦੋਂ ਜਾਣਾ। ਮਿਲ ਕਰ ਪਾਵੋ ਤੇਲ, ਮਿਲ ਕੇ ਤੇਲ ਪਾਓ। ਵਾਹਿਗੁਰੂ ਦਾ ਜਸ ਗਾਉਣਾ, ਸੁਣਨਾ, ਸ਼ੁਭ ਗੁਣਾਂ ਦੀ ਵਿਚਾਰ ਕਰਨੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਹੇ ਸੱਜਣ ਪਿਆਰਿਓ, ਮੈਨੂੰ ਅਸੀਸਾਂ ਦਿਓ, ਉਹ ਅਸੀਸਾਂ ਜਿਸ ਤਰ੍ਹਾਂ ਸਾਹਿਬ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਜਿਵੇਂ ਹਜ਼ੂਰ ਨੇ ਕਿਹਾ, ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨਾ ਪਾਰੋ। ਇਹ ਕੇਵਲ ਜਨਮ ਦਿਨ ਮਨਾਉਣ ਲਈ ਸ਼ਬਦ ਨਹੀਂ ਸਤਿਗੁਰਾਂ ਨੇ ਉਚਾਰਿਆ। ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਦਾ ਸਿਮਰਨ ਕੀਤਿਆਂ ਪਾਪ ਨਸ਼ਟ ਹੋ ਜਾਂਦੇ ਨੇ, ਤੇ ਸਾਡੇ ਵੱਡੇ ਵਡੇਰੇ ਜਿਹੜੇ ਗੁਜ਼ਰ ਚੁੱਕੇ ਪਿਤਰ ਹਨ ਉਹਨਾਂ ਦਾ ਵੀ ਉਧਾਰ ਹੋ ਜਾਏਗਾ। ਐਸਾ ਵਾਹਿਗੁਰੂ ਦਾ ਸਿਮਰਨ ਹੈ। ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਐਸਾ ਉਪਦੇਸ਼ ਦਿੱਤਾ ਹਜ਼ੂਰ ਨੇ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਭਾਈ ਜਿਸ ਤਰ੍ਹਾਂ ਸਾਹਿਬ ਅਕਾਲ ਪੁਰਖ ਦੇ ਨਾਲ, ਪਤੀ ਵਰ ਲਾੜੇ ਅਕਾਲ ਪੁਰਖ ਨਾਲ ਮੇਲ ਹੋ ਜਾਏ, ਕਾਲ ਨਾਲੋਂ ਜਿਹੜਾ ਮੰਗੇਵਾ ਹੋਇਆ ਨਾ ਸੰਬੰਧ ਲਿਖਿਆ, ਉਹ ਟੁੱਟ ਜਾਏ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਏ। ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ। ਘਰ ਘਰ ਇੱਕ ਘਰ ਨਹੀਂ, ਹਰੇਕ ਘਰ ਘਰ ਦੇ ਅੰਦਰ ਇਹੋ ਪਾਹੁਚਾ, ਇਹ ਸੁਨੇਹਾ, ਪਹੁੰਚਾ ਸੁਨੇਹਾ ਚਲੇ ਜਾਣ ਦਾ ਸੱਦਾ। ਸੱਦੜੇ ਨਿਤ ਪਵਨ, ਘਰ ਘਰ ਵਿੱਚ ਹੀ ਇਹ ਸੱਦਾ ਆਇਆ ਤੇ ਨਿਤ ਹੀ ਸੱਦੇ ਪੈ ਰਹੇ ਨੇ। ਕਦੇ ਕਿਸੇ ਦੇ ਘਰ 'ਚ ਕਿਸੇ ਜੀਵ ਨੂੰ ਲੈ ਗਿਆ ਕਾਲ, ਕਦੇ ਕਿਸੇ ਨੂੰ। ਸੱਦਣ ਹਾਰਾ ਸਿਮਰੀਆ, ਕਹਿੰਦੇ ਇਸ ਕਾਲ ਦੇ ਪ੍ਰਭਾਵ ਤੋਂ ਬਚਣ ਲਈ, ਮੌਤ ਦੇ ਭੈ ਨੂੰ ਕੱਟਣ ਵਾਸਤੇ, ਤੇ ਸੱਦਣਹਾਰਾ ਜੋ ਵਾਹਿਗੁਰੂ ਆ ਜਿਹੜਾ ਜਿੰਦ ਨੂੰ ਇੱਥੋਂ ਲੈ ਜਾਂਦਾ, ਜਿਹਦੇ ਹੁਕਮ ਦੇ ਅੰਦਰ ਇਹ ਜਿੰਦ ਇੱਥੋਂ ਜਾਂਦੀ ਹੈ, ਉਹ ਸੱਦਣਹਾਰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ।
ਨਾਨਕ ਸੇ ਦੇਹ ਆਵੰਨ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੇ ਉਹ ਦੇਹ ਦਿਨ, ਉਹ ਦਿਹਾੜੇ ਆਵੰਨ ਆਉਂਦੇ ਪਏ ਨੇ। ਉਹ ਦਿਨ ਸਾਡੇ ਸਾਰਿਆਂ ਦੇ ਉੱਪਰ ਆਉਂਦੇ ਪਏ ਨੇ ਜਿਸ ਦਿਨ ਸਾਡੇ ਸਰੀਰਾਂ ਦਾ ਅੰਤ ਹੋਣਾ। ਕਿਉਂਕਿ ਉਹ ਲਿਖਿਆ ਹੋਇਆ ਪਹਿਲਾਂ ਦਾ, ngਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਨ ਤਿਲ ਸਾਰ। ਜੀਵਨ ਲੋਰੈ ਭਰਮ ਮੋਹ ਨਾਨਕ ਤੇਉ ਗਵਾਰ। ਉਹ ਦਿਨ ਆਉਂਦੇ ਪਏ ਨੇ ਸਾਰਿਆਂ ਦੇ ਸਿਰ ਤੇ, ਸਭਨਾਂ ਨੇ ਇੱਥੋਂ ਜਾਣਾ ਹੈ। ਤੇ ਇਸ ਕਰਕੇ ਜੋ ਸੱਦਣ ਵਾਲਾ ਪ੍ਰਮਾਤਮਾ ਉਹਦਾ ਸਿਮਰਨ ਕਰ ਲੈਣਾ ਚਾਹੀਦਾ। ਜੇ ਉਸ ਨੂੰ ਚੇਤੇ ਕਰਦੇ ਰਹਾਂਗੇ ਤੇ ਉਹ ਦਇਆ ਦ੍ਰਿਸ਼ਟੀ ਕਰੇਗਾ, ਉਸ ਦੇ ਬਣ ਜਾਵਾਂਗੇ। ਉਹਦੇ ਸਿਮਰਨ ਵਿੱਚ, ਨਾਮ ਵਿੱਚ ਤਾਕਤ ਹੈ ਕਿ ਸਾਨੂੰ ਉਹਦੇ ਵਰਗਾ ਬਣਾ ਦੇਗਾ। ਸਾਡੇ 'ਚ ਵੀ ਦੋਸ਼ ਵਿਕਾਰ ਔਗਣ ਨਹੀਂ ਰਹਿਣਗੇ। ਤੇ ਜਦੋਂ ਅਸੀਂ ਦੋਸ਼ੀ ਨਾ ਰਹੇ, ਵਿਕਾਰੀ ਨਾ ਰਹੇ, ਔਗਣਿਆਰੇ ਨਾ ਰਹੇ, ਗੁਨਾਹਗਾਰ ਨਾ ਹੋਏ, ਪਛਤਾਵਾ ਜਨਮ ਲੈ ਲਿਆ, ਅੰਦਰ ਪਛਤਾਵੇ ਨੇ ਜੋ ਪਿਛਲੇ ਕੀਤੇ ਹਨ ਉਹ ਮੁਆਫ ਹੋ ਜਾਣਗੇ। ਇਸ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਇਸ ਦੁਨੀਆ ਤੇ ਤਾਂ ਸਦਾ ਰਹਿਣਾ ਨਹੀਂ। ਅਗਲਾ ਸ਼ਬਦ ਉਚਾਰਦੇ ਹਨ ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮੁਬਾਰਕ ਬਚਨ ਹੈ, ਛੇ ਘਰ ਛੇ ਗੁਰ ਛੇ ਉਪਦੇਸ਼। ਹਿੰਦੁਸਤਾਨ ਦੇ ਅੰਦਰ ਜਿੱਥੇ 4 ਵੇਦ ਰਚੇ ਗਏ ਤੇ 18 ਪੁਰਾਣ, 27 ਸਿਮਰਤੀਆਂ, 108 ਉਪਨਿਸ਼ਦ ਵੀ ਹਨ, ਇਸੇ ਪ੍ਰਕਾਰ 6 ਸ਼ਾਸਤਰ ਰਚੇ ਗਏ ਨੇ। ਉਹਨਾਂ ਨੂੰ 6 ਘਰ ਇੱਥੇ ਹਜ਼ੂਰ ਨੇ ਕਿਹਾ। 6 ਘਰ, 6 ਦਰਸ਼ਨ, 6 ਸ਼ਾਸਤਰ ਜਿਹੜੇ ਰਚੇ ਗਏ। ਇੱਕ ਤਾਂ ਸਾਂਖ ਸ਼ਾਸਤਰ ਹੈ, ਇੱਕ ਨਿਆਏ ਸ਼ਾਸਤਰ ਹੈ, ਇੱਕ ਵੈਸ਼ੇਸ਼ਿਕ ਸ਼ਾਸਤਰ ਹੈ, ਇੱਕ ਇਸੇ ਪ੍ਰਕਾਰ ਯੋਗ ਸ਼ਾਸਤਰ ਹੈ, ਇੱਕ ਪਤੰਜਲ ਯੋਗ ਸ਼ਾਸਤਰ ਪਤੰਜਲੀ ਨੇ ਰਚਿਆ। ਇਸੇ ਪ੍ਰਕਾਰ ਇੱਕ ਹੈਗਾ ਜੋਤਿਸ਼ ਯੋਗ ਸ਼ਾਸਤਰ ਤੇ ਪੂਰਬ ਮੀਮਾਂਸਾ ਨਿਆਏ ਸ਼ਾਸਤਰ ਆਦਿ ਕੇ 6 ਸ਼ਾਸਤਰ ਨੇ। ਇੱਕ ਕਪਲ ਮੁਨੀ ਦਾ, ਇੱਕ ਕਣਾਦ ਮੁਨੀ ਦਾ ਨਿਆਏ ਸ਼ਾਸਤਰ ਗੌਤਮ ਜੀ ਦਾ ਹੈ, ਤੇ ਵਿਦਾਂਤ ਬਿਆਸ ਜੀ ਦਾ ਹੈ। ਯੋਗ ਸ਼ਾਸਤਰ ਪਤੰਜਲੀ ਰਿਸ਼ੀ ਦਾ ਹੈ। ਸੋ ਇਸ ਪ੍ਰਕਾਰ ਇੱਕ ਜੈਮਨ ਮੁਨੀ ਦਾ ਲਿਖਿਆ ਹੋਇਆ। ਇਹ 6 ਸ਼ਾਸਤਰ ਹਨ ਤੇ ਇਹ ਜਿਹੜੇ ਰਿਸ਼ੀ ਨੇ 6, ਇਹਨਾਂ ਦੇ ਰਚੇਤਾ ਇਹ ਗੁਰੂ ਹਿੰਦੁਸਤਾਨ 'ਚ ਮੰਨੇਗੇ ਵੀ ਇਹਨਾਂ 6 ਗੁਰੂਆਂ ਨੇ 6 ਸ਼ਾਸਤਰ ਰਚੇ ਨੇ। 6 ਆਚਾਰੀਆ ਹਨ ਤੇ 6 ਤਰ੍ਹਾਂ ਦਾ ਉਹਨਾਂ 6 ਸ਼ਾਸਤਰਾਂ ਦੇ ਵਿੱਚ ਉਪਦੇਸ਼ ਹੈ ਵੱਖਰਾ ਵੱਖਰਾ। ਕਿਸੇ ਨੇ ਲਿਖਿਆ ਭਈ ਕਰਮਾਂ ਦੇ ਅਨੁਸਾਰ ਜੀਆਂ ਦਾ ਜਨਮ ਹੁੰਦਾ, ਕਰਮਾਂ ਅਨੁਸਾਰ ਮ੍ਰਿਤੂ ਹੁੰਦੀ ਹੈ, ਕਰਮਾਂ ਦਾ ਹੀ ਸਾਰਾ ਚੱਕਰ ਲਿਖਿਆ। ਕਿਸੇ ਨੇ ਲਿਖਿਆ ਵੀ ਜਿਸ ਸਮੇਂ ਦਾ, ਕਿ ਸਮੇਂ ਅਨੁਸਾਰ ਸਾਰਾ ਕੁਝ ਬਣਦਾ, ਸਮੇਂ ਅਨੁਸਾਰ ਖਤਮ ਹੁੰਦਾ। ਕਿਸੇ ਨੇ ਲਿਖ ਦਿੱਤਾ ਭਈ ਜਿਹੜੇ ਅਣੂ ਪਰਮਾਣੂ ਨੇ ਇਹ ਇਕੱਠੇ ਹੋ ਕੇ ਸੰਸਾਰ ਬਣਦਾ, ਤੇ ਜਦੋਂ ਭਿੰਨ ਭਿੰਨ ਹੋ ਜਾਂਦੇ ਸੰਸਾਰ ਖਤਮ ਹੁੰਦਾ। ਕਿਸੇ ਨੇ ਕਿਹਾ ਕਿ 5 ਤੱਤਾਂ ਤੋਂ ਹੀ ਸਾਰਾ ਸੰਸਾਰ ਬਣਿਆ, ਹੋਰ ਕੁਛ ਨਹੀਂ ਸੀ ਪਹਿਲਾਂ ਵੀ, ਤੇ 5 ਤੱਤ ਜਦੋਂ ਖਿੰਡਦੇ ਉਦੋਂ ਸੰਸਾਰ ਖਤਮ ਹੁੰਦਾ ਇਤਿਆਦਿ। ਇਸ ਪ੍ਰਕਾਰ ਦੀ ਵੱਖਰੀ ਵੱਖਰੀ ਵਿਚਾਰਧਾਰਾ ਉਹਨਾਂ ਦੇ ਅੰਦਰ ਹੈ। ਸਤਿਗੁਰੂ ਕਹਿ ਰਹੇ ਨੇ ਗੁਰ ਗੁਰ ਏਕੋ ਵੇਸ ਅਨੇਕ। ਇਹਨਾਂ ਸਾਰੇ ਗੁਰੂਆਂ ਦਾ ਗੁਰੂ ਇੱਕ ਹੈ ਪ੍ਰਮਾਤਮਾ। ਉਸ ਵਾਹਿਗੁਰੂ ਦੇ ਵੇਸ ਸਰੂਪ ਅਨੇਕਾਂ ਹਨ। ਅਨੇਕਾਂ ਸਰੂਪਾਂ 'ਚ ਵਿਚਰਨ ਵਾਲਾ ਇਹਨਾਂ ਗੁਰੂਆਂ ਦਾ ਗੁਰੂ ਇੱਕ ਵਾਹਿਗੁਰੂ ਪ੍ਰਮਾਤਮਾ ਹੈ। ਹੁਣ ਸਤਿਗੁਰੂ ਬਚਨ ਕਰਦੇ ਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ। ਬਾਬਾ ਹੈ ਭਾਈ, ਜੈ ਘਰ ਜਿਸ ਘਰ ਵਿੱਚ ਕਰਤੇ ਅਕਾਲ ਪੁਰਖ ਦੀ ਕੀਰਤੀ ਹੁੰਦੀ ਹੈ, ਜਿੱਥੇ ਰੱਬ ਦਾ ਜਸ ਗਾਇਆ ਜਾਂਦਾ, ਸਤਸੰਗ ਵਿੱਚ ਹੀ ਗਾਇਆ ਜਾਂਦਾ ਹੈ। ਸੋ ਘਰ ਰਾਖ ਵਡਾਈ ਤੋਏ। ਉਸ ਘਰ ਵਿੱਚ ਆਪਣੇ ਆਪ ਨੂੰ ਰੱਖ, ਉਸ ਘਰ ਨੂੰ ਸੰਭਾਲ ਲੈ, ਤੇ ਇਸੇ ਵਿੱਚ ਹੀ ਤੇਰੀ ਭਲਾਈ ਹੈ। ਇੱਥੇ ਵਡਾਈ ਦਾ ਅਰਥ ਹੈ ਵਡਿਆਈ, ਭਾਵ ਮਹਾਨਤਾ, ਭਲਾਈ ਤੇਰੀ ਇਸੇ ਗੱਲ ਵਿੱਚ ਹੈ। ਜਿਸ ਘਰ ਵਿੱਚ ਕਰਤੇ ਅਕਾਲ ਪੁਰਖ ਦੀ ਕੀਰਤੀ, ਜਸ ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਸੰਤ ਕੋਲ ਕੀ ਹੈ? ਪ੍ਰਮਾਤਮਾ ਦੀ ਕੀਰਤੀ, ਵਡਿਆਈ। ਸੋ ਇਹ ਸਭ ਤੋਂ ਵੱਡਾ ਘਰ ਉਹ ਹੀ ਮੰਨਿਆ ਗਿਆ। ਸਾਧ ਸੰਗਤ ਸੱਚਖੰਡ ਵਸੰਦਾ ਇਤਿਆਦਿਕ। ਉਸ ਜਿਸ ਘਰ ਵਿੱਚ ਵਾਹਿਗੁਰੂ ਦੀ ਕੀਰਤੀ ਹੁੰਦੀ ਹੈ, ਸੋ ਘਰ ਰਾਖ, ਉਸ ਘਰ ਵਿੱਚ ਆਪਣੇ ਆਪ ਨੂੰ ਰੱਖ, ਇਹੀ ਤੇਰੀ ਭਲਾਈ ਹੈ। ਰਹਾਓ।
ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਵਾ। 15 ਵਾਰੀ ਅੱਖ ਦਾ ਫੁਰਨਾ ਜਿਹੜਾ ਨਾ, ਅੱਖ ਖੁੱਲਣੀ ਤੇ ਮਿਟਣੀ, ਇਹਦਾ ਇੱਕ ਬਣਦਾ ਵਿਸਵਾ। ਤੇ 15 ਵਿਸਵਿਆਂ ਦਾ ਇੱਕ ਚਸਾ, ਤੇ 30 ਚਸਿਆਂ ਦਾ ਬਣਦਾ ਇੱਕ ਪਲ, ਤੇ 60 ਪਲਾਂ ਦੀ ਇੱਕ ਘੜੀ ਬਣਦੀ ਹੈ ਜੋ 24 ਮਿੰਟ ਦੀ ਹੁੰਦੀ ਹੈ। 2.5 ਪਲਾਂ ਦਾ ਇੱਕ ਮਿੰਟ ਹੈ, ਤੇ 24 ਮਿੰਟਾਂ ਦੀ ਇੱਕ ਘੜੀ, ਤੇ 7.5 ਘੜੀਆਂ ਦਾ ਇੱਕ ਪਹਿਰ। 4 ਪਹਿਰ ਦਾ ਦਿਨ, 4 ਪਹਿਰ ਦੀ ਰਾਤ, ਇਹ 8 ਪਹਿਰ ਇਕੱਠੇ ਹੋਣ ਤੇ ਬਣਦੀ ਹੈ ਇੱਕ ਥਿੱਤ। ਫਿਰ ਇਹ 7 ਦਿਨ ਤੇ ਰਾਤਾਂ ਲੰਘਣ ਤੇ ਇੱਕ ਬਣਦਾ ਵਾਰ, ਭਾਵ ਇੱਕ ਦਿਨ ਪੂਰਾ। ਫਿਰ ਇਹ 30 ਦਿਨ ਇਕੱਠੇ ਹੋਣ ਤਾਂ ਬਣਦਾ ਇੱਕ ਮਹੀਨਾ। ਸੋ ਇਸ ਪ੍ਰਕਾਰ 12 ਮਹੀਨਿਆਂ ਦਾ ਇੱਕ ਸਾਲ, 2-2 ਮਹੀਨਿਆਂ ਦੀ ਇੱਕ ਰੁੱਤ, 6 ਰੁੱਤਾਂ ਬਣ ਗਈਆਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਵੇਂ ਵਿਸਵੇ ਚਸੇ ਘੜੀਆਂ ਪਹਿਰ ਥਿੱਤਾਂ ਵਾਰ ਤੇ ਮਹੀਨਾ ਬਣਿਆ। ਇਹ ਕਿੱਥੋਂ ਬਣਿਆ? ਸੂਰਜ ਏਕੋ ਰੁੱਤ ਅਨੇਕ। ਇਉਂ ਸੂਰਜ ਤਾਂ ਇੱਕ ਹੀ ਹੈ, ਪਰ ਇੱਕ ਸੂਰਜ ਤੋਂ ਅਨੇਕਾਂ ਰੁੱਤਾਂ ਬਣ ਗਈਆਂ। ਰੁੱਤਾਂ ਵੀ ਬਣੀਆਂ, ਵਿਸਵੇ ਚਸੇ ਘੜੀਆਂ ਪਹਿਰ ਥਿੱਤਾਂ ਵਾਰ, ਤੇ ਮਹੀਨੇ ਵੀ ਬਣੇ, ਸਾਲ ਬਣ ਗਏ, ਸਾਲਾਂ ਦੀਆਂ ਸ਼ਤਾਬਦੀਆਂ ਬਣ ਗਈਆਂ। ਸੋ ਇਸ ਪ੍ਰਕਾਰ ਜਿਵੇਂ ਇੱਕੋ ਹੀ ਸੂਰਜ ਤੋਂ ਅਨੇਕਾਂ ਰੁੱਤਾਂ ਬਣੀਆਂ। ਨਾਨਕ ਕਰਤੇ ਕੇ ਕੀਤੇ ਵੇਸ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਰਤੇ ਅਕਾਲ ਪੁਰਖ ਦੇ ਕਿੰਨੇ ਕੁ ਵੇਸ, ਲਿਬਾਸ, ਭਾਵ ਸਰੂਪ ਹਨ। ਕਿੱਡੀ ਕੁ ਵੱਡੀ ਕੁਦਰਤ ਹੈ, ਇੱਕੋ ਹੀ ਕਰਤੇ ਤੋਂ ਸਾਰਾ ਪਸਾਰਾ ਬਣਿਆ ਹੈ। ਰਾਗ ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੀਜਾ ਸ਼ਬਦ ਉਚਾਰਨ ਕਰਦੇ ਹਨ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਇਸ ਪਾਠ ਨੂੰ ਗਗਨ ਮੈਂ ਨਹੀਂ ਕਰਨਾ, ਸੰਬੰਧਕ ਪਾਠ ਬਣਾਉਣਾ। ਗਗਨ ਮੈਂ ਥਾਲ, ਮੈਂ ਦਾ ਅਰਥ ਹੈ ਸਰੂਪ, ਆਕਾਸ਼ ਰੂਪੀ ਥਾਲ ਹੈ, ਰਵ ਚੰਦ ਦੀਪਕ ਬਨੇ। ਹਾਂ, ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ ਕਿ ਇਹ ਸ਼ਬਦ ਕਿੱਥੇ ਉਚਾਰਿਆ ਗਿਆ। ਜਦੋਂ ਜਗਨਨਾਥਪੁਰੀ ਸਤਿਗੁਰੂ ਨਾਨਕ ਦੇਵ ਜੀ ਗਏ ਸੀ ਤੇ ਉੱਥੇ ਪਾਂਡੇ ਆਰਤੀ ਕਰ ਰਹੇ ਸੀ, ਥਾਲ ਵਿੱਚ ਦੀਵੇ ਜਗਾ ਕੇ ਰੱਖੇ ਹੋਏ ਸਨ, ਉਹਨਾਂ ਨੂੰ ਘੁਮਾਉਂਦੇ ਸਨ। ਤਾਂ ਉੱਥੇ ਸਤਿਗੁਰੂ ਜੀ ਪਸੱਤੇ ਥੋੜ੍ਹੀ ਵਿਅਸਤ ਤੇ ਬੈਠੇ ਰਹੇ, ਤਾਂ ਕਿਹਾ ਜੀ ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਤਾਂ ਹਜ਼ੂਰ ਕਹਿੰਦੇ ਕਰਤੇ ਅਕਾਲ ਪੁਰਖ ਦੀ ਆਰਤੀ ਤਾਂ ਸਦਾ ਹੋ ਰਹੀ ਆ, ਤੇ ਉਹ ਇੱਕ ਮੰਦਰ ਵਿੱਚ ਨਹੀਂ ਹੈ, ਉਹ ਤਾਂ ਸਰਬ ਵਿਆਪਕ ਹੈ ਵਾਹਿਗੁਰੂ, ਤੇ ਉਹਦੀ ਆਰਤੀ ਆਪਣੇ ਆਪ ਹੀ ਹੋ ਰਹੀ। ਕਹਿੰਦੇ ਕਿਹੜੀ ਆਰਤੀ? ਤਾਂ ਹਜ਼ੂਰ ਕਹਿੰਦੇ ਆਕਾਸ਼ ਰੂਪੀ ਥਾਲ ਹੈ, ਰਵ ਸੂਰਜ ਤੇ ਚੰਦ ਚੰਦਰਮਾ ਦੀਪਕ ਬਣੇ। ਇਹ ਮਾਨੋ ਦੀਵੇ ਬਣੇ ਹੋਏ ਨੇ। ਤਾਰਿਕਾ ਮੰਡਲ ਜਨਕ ਮੋਤੀ, ਜਿਹੜਾ ਤਾਰਾ ਮੰਡਲ ਅਸਮਾਨ ਦੇ ਅੰਦਰ, ਇਹ ਜਨਕ ਜਾਣ ਲਓ ਮੋਤੀ ਹਨ, ਥਾਲ 'ਚ ਰੱਖੇ ਹੋਏ। ਜਨਕ ਦਾ ਅਰਥ ਸੋਹਣੇ ਵੀ ਹੈ। ਇਹ ਸੁੰਦਰ ਮੋਤੀ ਹਨ। ਤਾਰਾ ਮੰਡਲ ਆਕਾਸ਼ ਰੂਪੀ ਥਾਲ ਦੇ ਵਿੱਚ 2 ਦੀਵੇ ਨੇ, ਸੂਰਜ ਤੇ ਚੰਦਰਮਾ, ਤੇ ਤਾਰਾ ਮੰਡਲ ਮਾਨੋ ਸੁੰਦਰ ਮੋਤੀ ਰੱਖੇ ਹੋਏ ਨੇ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੂਲੰਤ ਜੋਤੀ। ਫਿਰ ਧੂਪ ਕਿਹੜੀ ਦਿਖਾਈ ਗਈ ਹੈ ਜੀ? ਮੱਲ ਅਨਲੋ। ਮੱਲ ਨਾਮ ਇੱਕ ਪਹਾੜ ਹੈ, ਉਹਦੇ ਵਿੱਚੋਂ ਬੜੀ ਖੁਸ਼ਬੂ ਆਉਂਦੀ ਹੈ। ਤੇ ਅਨਲ ਨਾਮ ਹੈ ਹਵਾ ਦਾ। ਜਿਹੜੀ ਮੱਲ ਨਾਂ ਦੇ ਪਹਾੜ ਤੋਂ ਹਵਾ ਆ ਰਹੀ ਹੈ, ਪਾਠ ਇੰਝ ਕਰਨਾ, ਧੂਪ ਮਲ ਆਨ ਲੋ। ਸੋ ਇਸ ਪ੍ਰਕਾਰ ਜਿਹੜੀ ਧੂਫ ਹੈ ਉਹ ਮੱਲੇ ਨਾਂ ਦੇ ਪਹਾੜ ਤੋਂ ਖਹਿ ਕੇ ਉਸ ਪਾਸਿਓਂ ਜਿਹੜੀ ਹਵਾ ਆ ਰਹੀ ਹੈ ਬੜੀ ਖੁਸ਼ਬੂਦਾਰ, ਤੇ ਪਵਨ ਚਵਰੋ ਕਰੇ। ਉਹੀ ਧੂਫ ਹੈ ਕਹਿੰਦੇ, ਜਿਹੜਾ ਮੱਲ ਪਹਾੜ ਦੁਆਰਾ ਹਵਾ ਆ ਰਹੀ ਉਸ ਪਾਸਿਓਂ ਖੁਸ਼ਬੂਦਾਰ, ਇਹ ਹੈ ਧੂਪ। ਤੇ ਪਵਨ ਜਿਹੜਾ ਚੱਲ ਰਹੀ ਚਾਰ ਚਫੇਰੇ ਨੂੰ, ਇਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸੀਸ ਤੇ ਚੌਰ ਹੋ ਰਿਹਾ। ਸਗਲ ਬੰਦਰਾਏ ਫੂਲੰਤ ਜੋਤੀ, ਜਿਹੜੀ ਸਾਰੀ ਬਨਸਪਤੀ ਹੈ ਫੁੱਲੀ ਹੋਈ, ਇਹ ਸੁੰਦਰ ਫੁੱਲ ਹਨ ਵਾਹਿਗੁਰੂ ਦੀ ਆਰਤੀ ਕਰਨ ਵਾਸਤੇ। ਜੋਤੀ ਪਰਮਾਤਮਾ ਅਕਾਲ ਪੁਰਖ ਹੈ ਜਿਸ ਦੀ ਆਰਤੀ ਕਰਨੀ ਹੈ, ਉਹ ਜੋਤੀ ਸਰੂਪ ਹੈ। ਉਹ ਸਰੀਰ ਨਹੀਂ, ਉਹ ਪੱਥਰ ਨਹੀਂ, ਉਹ ਮੂਰਤੀ ਘੜੀ ਹੋਈ ਨਹੀਂ, ਉਹ ਜੋਤੀ ਸਰੂਪ ਹੈ ਵਾਹਿਗੁਰੂ।
ਐਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੇ ਵਾਹਿਗੁਰੂ, ਤੇਰੀ ਕੈਸੀ ਅਚਰਜ ਆਰਤੀ ਹੋ ਰਹੀ ਹੈ। ਹੇ ਸਾਰੇ ਡਰਾਂ ਨੂੰ ਕੱਟਣ ਵਾਲੇ, ਭਾਵ ਨਾਮ ਜਨਮ ਦਾ, ਜਨਮ ਨੂੰ ਖੰਡਨ ਕਰਨ ਵਾਲੇ, ਜੇ ਜਨਮ ਨਹੀਂ ਤੇ ਮੌਤ ਵੀ ਨਹੀਂ, ਭਾਵ ਜੰਮਣ ਮਰਨ ਦਾ ਨਾਸ ਕਰਨ ਵਾਲੇ ਵਾਹਿਗੁਰੂ, ਤੇਰੀ ਐਸੀ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਜੰਤ ਭੇਰੀ, ਜਿਸ ਵੇਲੇ ਆਰਤੀ ਕਰਦੇ ਟੱਲੀਆਂ ਵੀ ਖੜਕਾਉਂਦੇ ਨੇ ਨਾ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਅਨਹਤ, ਹੱਥ ਕਰਨ ਤੋਂ ਬਗੈਰ, ਚੋਟ ਦੇਣ ਤੋਂ ਬਗੈਰ ਹੀ ਜਿਹੜਾ ਸ਼ਬਦ ਵਾਹਿਗੁਰੂ ਦੇ ਨਾਮ ਦਾ ਘੰਟਾ ਖੜਕ ਰਿਹਾ, ਭੇਰੀ ਵੱਜ ਰਹੀ ਹੈ, ਸ਼ਨਾਈਆਂ ਵੱਜ ਰਹੀਆਂ ਅਥਵਾ ਨਗਾਰੇ ਵੱਜ ਰਹੇ ਨੇ, ਪਰਮਾਤਮਾ ਦਾ ਜਿਹੜਾ ਅਨਹਦ ਸ਼ਬਦ ਆ, ਇੱਕ ਰਸ, ਇਹ ਨਗਾਰਾ ਖੜਕ ਰਿਹਾ ਹੈ। ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਜਿਹੜਾ ਹਾਹਾ ਤੇ ਹਾਹੇ ਨੂੰ ਸਿਹਾਰੀ ਹੈ ਦਾ ਬਹੁਵਚਨ। ਹੇ ਵਾਹਿਗੁਰੂ ਜੀ, ਪਰਮਾਤਮਾ ਦੇ ਸਨਮੁਖ ਹੋ ਕੇ ਸਤਿਗੁਰੂ ਕਹਿ ਰਹੇ ਨੇ, ਸਹਿਸ ਹਜ਼ਾਰਾਂ ਤਵ ਤੇਰੇ ਨੈਣ, ਨੇਤਰ ਹਨ ਹਜ਼ਾਰਾਂ ਹੀ ਤੇਰੇ ਬਣਾਏ ਹੋਏ। ਜਿੰਨੇ ਸ੍ਰਿਸ਼ਟੀ ਦੇ ਜੀਵ ਹਨ, ਇਹਨਾਂ ਦੇ ਜਿਹੜੇ ਨੇਤਰ ਹਨ, ਇਹ ਤੇਰੇ ਹੀ ਤੇ ਨੇਤਰ ਹਨ। ਨਨ ਨੈਣ ਹੈ ਤੋਹੇ ਕੋ, ਪਰ ਤੇਰੇ ਤਾਈਂ ਆਪਣੇ ਤੇਰੇ ਸਰੂਪ ਦੇ ਉੱਪਰ ਇੱਕ ਵੀ ਨੇਤਰ ਨਹੀਂ, ਬਿਲਕੁਲ ਨੇਤਰ ਨਹੀਂ ਹਨ। ਜੋ ਨਿਰਗੁਣ ਸਰੂਪ ਹੈ ਤੇਰਾ, ਵਾਸਤਵਿਕ ਸਰੂਪ, ਉੱਥੇ ਤੇਰੇ ਸਰੂਪ ਤੇ ਤੇਰੇ ਆਪਣੇ ਕੋਈ ਨੇਤਰ ਨਹੀਂ ਹਨ। ਤੇ ਜੋ ਸ੍ਰਿਸ਼ਟੀ ਰਚੀ ਹੋਈ ਹੈ, ਇਸ ਦੇ ਵਿੱਚ ਤੂੰ ਸਮਾਇਆ ਹੋਇਆ, ਇਹ ਜਿਹੜਾ ਤੇਰਾ ਸਰਗੁਣ ਸਰੂਪ ਹੈ, ਇਹਦੇ ਵਿੱਚ ਤੇਰੇ ਹਜ਼ਾਰਾਂ ਨੇਤਰ ਨੇ। ਸਹਿਸ ਮੂਰਤ ਨਨਾ ਏਕ ਤੋਂ ਹੀ, ਇਹ ਜਿੰਨੀਆਂ ਮੂਰਤਾਂ ਸਰੂਪ ਬਣਾਏ ਹਨ ਤੂੰ, ਇਹ ਤੇਰੇ ਹਨ, ਪਰ ਤੇਰਾ ਆਪਣਾ ਇੱਕ ਵੀ ਸਰੂਪ ਮੂਰਤੀ, ਤੇਰਾ ਆਕਾਰ ਆਪਣਾ ਕੋਈ ਨਹੀਂ, ਤੂੰ ਨਿਰੰਕਾਰ ਹੈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਹ ਵਿਚਲਤ ਮੋਹੀ। ਹਜ਼ਾਰਾਂ ਤੇਰੇ ਪਦ ਚਰਨ ਹਨ, ਪੈਰ ਹਨ, ਬਿਮਲ ਮੈਲ ਤੋਂ ਰਹਿਤ, ਨਨ ਏਕ ਪਦ, ਪਰ ਤੇਰਾ ਇੱਕ ਵੀ ਚਰਨ ਨਹੀਂ, ਇੱਕ ਵੀ ਤੇਰਾ ਪੈਰ ਨਹੀਂ, ਨਿਰਗੁਣ ਸਰੂਪ ਅੰਦਰ। ਗੰਧ ਨਾਸਾਂ ਤੋਂ ਬਗੈਰ ਹੈ ਤੂੰ, ਸਹਿਸ ਤਵ ਗੰਧ, ਤੇ ਇਹ ਜਿੰਨੀਆਂ ਨਾਸਾਂ ਹਨ ਮਨੁੱਖਾਂ, ਪਸ਼ੂ ਪੰਛੀਆਂ, ਜਾਨਵਰਾਂ ਦੀਆਂ, ਤੇਰੀਆਂ ਤਾਂ ਬਣਾਈਆਂ ਹੋਈਆਂ। ਇਹ ਆਕਾਰ ਤੇਰਾ ਹੈ ਧਾਰਾ, ਇਹ ਹਜ਼ਾਰਾਂ ਤੂੰ ਗੰਧ ਨਾਸਕਾ ਬਣਾਈਆਂ ਹੋਈਆਂ ਤੁਹਾਡੀਆਂ ਹਨ ਮਹਾਰਾਜ। ਇਹ ਵੀ ਚਲਤ ਮੋਹੀ, ਤੇਰਾ ਇਹ ਚਲਤ ਕੌਤਕ, ਇਹ ਤੇਰੀ ਖੇਡ ਵੇਖ ਕੇ ਵਾਹਿਗੁਰੂ ਜੀ ਮੇਰੀ ਬਿਰਤੀ ਮੋਹੀ ਗਈ ਹੈ। ਮੈਂ ਜੀਵ ਰੂਪ ਇਸਤਰੀ ਮੋਹਤ ਹੋ ਗਈ ਹਾਂ ਤੇਰੇ ਇਸ ਚਲੱਤਰ ਤੋਂ, ਤੇਰੇ ਇਸ ਕੌਤਕ ਤੋਂ, ਤੇਰੇ ਹੈਰਾਨੀਜਨਕ ਇਸ ਕੌਤਕਾਂ ਤੋਂ ਮੈਂ ਹੈਰਾਨ ਹੋਈ। ਸਭ ਮਹਿ ਜੋਤ, ਸਾਰੇ ਜਿੰਨੇ ਜੀਵ ਜੰਤ ਹਨ, ਛੋਟੇ ਵੱਡੇ, ਸਾਰਿਆਂ ਅੰਦਰ ਵਾਹਿਗੁਰੂ ਜੀ ਤੁਹਾਡੀ ਜੋਤ ਹੈ। ਜੋਤ ਹੈ ਸੋਏ, ਜੋਤ ਉਸ ਪਰਮਾਤਮਾ ਦੀ ਉਹੀ ਹੈ ਜੋ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਸੀ ਨਾ, ਵਾਹਿਗੁਰੂ ਜੋਤੀ ਸਰੂਪ, ਉਸੇ ਦੀ ਜੋਤ ਹੈ ਸਾਰਿਆਂ ਦੇ ਅੰਦਰ। ਤਿਸ ਦਾ ਚਾਨਣ, ਇੱਥੇ ਚਾਨਣ ਦੇ ਨਾਣੇ ਨੂੰ ਸਿਆਰੀ ਲੱਗੀ ਹੋਈ। ਤਿਸ ਵਾਹਿਗੁਰੂ ਜੋਤੀ ਸਰੂਪ ਦੇ ਚਾਨਣ ਕਰਕੇ, ਉਸ ਜੋਤ ਦੇ ਪ੍ਰਕਾਸ਼ ਕਰਕੇ ਸਭ ਮਹਿ ਚਾਨਣ ਹੋਏ। ਹੁਣ ਦੂਜੀ ਵਾਰੀ ਚਾਨਣ ਲਿਖਿਆ ਤੇ ਨਾਣੇ ਨੂੰ ਔਂਕੜ ਹੈ। ਸੋ ਸਾਰਿਆਂ ਦੇ ਅੰਦਰ ਚਾਨਣ ਤਾਂ ਪ੍ਰਕਾਸ਼ ਹੋ ਰਿਹਾ, ਜਿਹੜੀ ਸੂਝ-ਬੂਝ ਗਿਆਤ ਬੁੱਧੀ ਅੰਦਰ ਰੌਸ਼ਨੀ ਹੈ, ਇਹ ਪਰਮਾਤਮਾ ਦੀ ਬਖਸ਼ੀ ਹੋਈ ਹੈ। 6 ਜੋਤਾਂ ਮੰਨੀਆਂ ਹਨ, ਸੂਰਜ, ਚੰਦਰਮਾ, ਤਾਰੇ, ਅਗਨੀ, ਬਿਜਲੀ ਤੇ ਮਨੁੱਖ ਦੀ ਬੁੱਧੀ। ਇਹ 6 ਜੋਤਾਂ ਆਪਣੇ ਆਪ ਨਹੀਂ ਪ੍ਰਕਾਸ਼ਿਤ, ਇਹਨੂੰ ਕਹਿੰਦੇ ਪਰਤੇ ਪ੍ਰਕਾਸ਼। ਤੇ ਸਵਯੰ ਪ੍ਰਕਾਸ਼ ਹੈ ਵਾਹਿਗੁਰੂ, ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਪ੍ਰਕਾਸ਼ ਰੂਪ ਹੈ। ਉਸ ਦੇ ਦਿੱਤੇ ਪ੍ਰਕਾਸ਼, ਉਸ ਦੀ ਸੱਤਾ ਸਫੁਰਤੀ ਕਰਕੇ, ਉਹਦੇ ਘੱਲੇ ਚਾਨਣੇ ਕਰਕੇ ਇਹ 6 ਹੀ ਚਾਨਣ ਕਰ ਰਹੇ ਨੇ। ਗੁਰ ਸਾਖੀ ਜੋਤ ਪ੍ਰਗਟ ਹੋਏ, ਵਾਹਿਗੁਰੂ ਦੀ ਜੋਤ ਤਾਂ ਸਾਰੀ ਕੁਦਰਤ ਅੰਦਰ ਸਮਾਈ ਹੋਈ ਹੈ, ਪਰ ਪ੍ਰਗਟ ਨਹੀਂ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਵਾਹਿਗੁਰੂ ਜੀ ਦੀ ਜੋਤ ਪ੍ਰਗਟ ਹੁੰਦੀ ਆ। ਸੋ ਇਸ ਪ੍ਰਕਾਰ ਹੋਰ ਕਿਸੇ ਤਰੀਕੇ ਨਾਲ ਨਹੀਂ, ਸਤਿਗੁਰੂ ਦੀ ਸਿੱਖਿਆ ਅੰਦਰ ਵਸ ਜਾਏ, ਕੋਈ ਉਸ ਸਿੱਖਿਆ ਨੂੰ ਧਾਰਨ ਕਰ ਲਏ, ਉਸ ਨੂੰ ਮੰਨ ਲਏ, ਵਿਸ਼ਵਾਸ ਕਰੇ, ਉਸ ਤਰ੍ਹਾਂ ਦੀ ਕਮਾਈ ਕਰੇ ਜੋ ਸਿੱਖਿਆ ਸਤਿਗੁਰਾਂ ਬਖਸ਼ੀ ਹੈ, ਤਾਂ ਕਦੇ ਸਮਾਂ ਆਉਂਦਾ ਜਦੋਂ ਸਤਿਗੁਰੂ ਜੀ ਟੁੱਟ ਪੈਂਦੇ ਹਨ, ਬਖਸ਼ਿਸ਼ ਹੋ ਜਾਂਦੀ ਆ, ਫਿਰ ਜੋਤ ਦਾ ਪ੍ਰਗਟਾਵਾ ਹੋ ਜਾਂਦਾ। ਉਸ ਨੂੰ ਕਹਿੰਦੇ ਨੇ ਨਿਰਾਵਰਨ ਗਿਆਨ।
ਪਰੋਖ ਗਿਆਨ, ਗੁਪਤ ਗਿਆਨ ਜਿਹੜਾ ਹਰ ਇੱਕ ਨੂੰ ਨਹੀਂ ਹੈ। ਵਿਦਿਆ ਪੜ੍ਹ ਕੇ ਨਹੀਂ ਪ੍ਰਾਪਤ ਹੁੰਦਾ। ਇੱਕ ਗਿਆਨ ਹੈ ਜਿਹੜਾ ਸੰਸਾਰ 'ਚੋਂ ਬੰਦਾ ਪ੍ਰਾਪਤ ਕਰਦਾ, ਕਿਤਾਬਾਂ ਗ੍ਰੰਥਾਂ 'ਚੋਂ ਪ੍ਰਾਪਤ ਕਰਦਾ। ਇੱਕ ਉਹ ਗਿਆਨ ਹੈ ਜੋ ਅੰਦਰੋਂ ਪ੍ਰਗਟ ਹੁੰਦਾ। ਇਸ ਪ੍ਰਕਾਰ ਗੁਰਾਂ ਦੀ ਸਿੱਖਿਆ ਦੁਆਰਾ ਉਸ ਜੋਤ ਦਾ ਪ੍ਰਗਟਾਵਾ ਹੁੰਦਾ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਜ਼ੂਰ ਕਹਿੰਦੇ ਜੋ ਤਿਸ ਪਰਮਾਤਮਾ ਨੂੰ ਭਾਉਂਦਾ, ਉਸ ਨੂੰ ਮੰਨ ਲੈਣਾ, ਵਾਹਿਗੁਰੂ ਦੀ ਰਜ਼ਾ 'ਚ ਰਹਿਣਾ, ਉਹੀ ਆਰਤੀ ਹੈ। ਜੋ ਤਿਸ ਪਰਮਾਤਮਾ ਨੂੰ ਭਾਉਂਦੀ ਉਹੀ ਆਰਤੀ ਹੋ ਹੀ ਰਹੀ ਹੈ, ਆਪਣੇ ਆਪ ਹੀ ਹੋ ਰਹੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਹੇ ਵਾਹਿਗੁਰੂ ਜੀ, ਤੁਹਾਡੇ ਜੋ ਚਰਨ ਹਨ ਇਹ ਕਮਲ ਦੀ ਨਿਆਈ ਹਨ, ਅਤੇ ਉਹਨਾਂ ਕਮਲਾਂ ਦਾ ਜਿਹੜਾ ਮਕਰੰਦ ਰਸ ਹੈ, ਲੋਭਿਤ ਮਨੋ, ਮੇਰਾ ਮਨ ਉਸ 'ਤੇ ਲੋਭਾਇਮਾਨ ਹੋ ਰਿਹਾ, ਲੋਭੀ ਹੋ ਰਿਹਾ ਉਸ ਮਕਰੰਦ ਰਸ ਦਾ। ਜਿਵੇਂ ਕਮਲ ਫੁੱਲ ਦੇ ਉੱਪਰ ਆ ਕੇ ਭੌਰਾ ਬੈਠਦਾ, ਮਕਰੰਦ ਰਸ ਵਿੱਚ ਇੰਨਾ ਗੁਲਤਾਨ, ਇੰਨਾ ਲੀਨ ਹੁੰਦਾ। ਇਹ ਸ਼ਾਮਾਂ ਨੂੰ ਸੂਰਜ ਅਸਤ ਹੋਣ ਵੇਲੇ ਕਮਲ ਫੁੱਲ ਬੰਦ ਹੁੰਦਾ, ਪਰ ਭੌਰਾ ਨਹੀਂ ਉੱਡਦਾ। ਜਿਵੇਂ ਜਿਵੇਂ ਕਮਲ ਫੁੱਲ ਬੰਦ ਹੋਈ ਜਾਂਦਾ, ਭੌਰਾ ਵਿੱਚੇ ਮਗਨ ਹੋਇਆ ਬੈਠਾ ਰਹਿੰਦਾ, ਅਤੇ ਰਾਤ ਰਾਤ ਉਹਦੇ ਪ੍ਰਾਣ ਹੀ ਨਿਕਲ ਜਾਂਦੇ ਨੇ, ਜੀਵਨ ਨਹੀਂ ਰਹਿੰਦਾ। ਪਰ ਉਹਦੀ ਮਕਰੰਦ ਰਸ ਨਾਲ ਪ੍ਰੀਤ ਹੀ ਐਸੀ ਹੈ। ਇੱਥੇ ਸਤਿਗੁਰੂ ਉਹ ਦ੍ਰਿਸ਼ਟਾਂਤ ਦੇ ਕੇ ਬੇਨਤੀ ਕਰ ਰਹੇ ਨੇ ਵਾਹਿਗੁਰੂ ਨੂੰ, ਸਾਨੂੰ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ ਕਿ ਵਾਹਿਗੁਰੂ ਜੀ ਦੇ ਨਾਮ ਰੂਪ ਚਰਨ ਕਮਲ ਦੀ ਨਿਆਈ ਬੜੇ ਸੁੰਦਰ ਹਨ। ਚਿੱਤ ਚਰਨ ਨਾਮ, ਚਿੱਤ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਣਾ, ਪ੍ਰੇਮ ਪੈਦਾ ਹੋ ਜਾਣਾ, ਇਹੀ ਨਾਮ, ਇਹੀ ਚਰਨ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹੇ ਵਾਹਿਗੁਰੂ ਜੀ, ਤੁਹਾਡੇ ਚਰਨ ਜੋ ਕਮਲ ਸਰੀਖੇ ਹਨ, ਕਮਲ ਫੁੱਲ ਬਰਾਬਰਤਾ ਨਹੀਂ ਕਰ ਸਕਦਾ। ਵਿਦਵਾਨਾਂ ਨੇ ਲਿਖਿਆ ਨੇ ਐਸੇ ਬਚਨ ਵੀ ਇਹ ਇਕੰਗੀ ਦ੍ਰਿਸ਼ਟਾਂਤ ਹੈ ਕੇਵਲ। ਉਸ ਤਰ੍ਹਾਂ ਕਮਲ ਫੁੱਲ ਦੀ ਕੀ ਪਾਇਆ ਕਿ ਵਾਹਿਗੁਰੂ ਜੀ ਜਾਂ ਸਤਿਗੁਰੂ ਦੇ ਚਰਨਾਂ ਦੀ ਬਰਾਬਰਤਾ ਕਰ ਸਕੇ। ਕਮਲ ਫੁੱਲ ਚਿੱਕੜ ਵਿੱਚ ਉੱਗਦਾ, ਜੇ ਪਾਣੀ ਹੈ ਤਾਂ ਉੱਗਦਾ, ਜੇ ਪਾਣੀ ਨਾ ਰਹੇ, ਚਿੱਕੜ ਨਾ ਰਹੇ, ਸਿੱਲ ਨਾ ਰਹੇ, ਤੇ ਮੁਰਝਾ ਜਾਂਦਾ। ਔਰ ਪਾਣੀ ਦੇ ਉੱਤੇ ਉੱਤੇ ਤਰਦਾ ਤੇ ਸੂਰਜ ਵੱਲ ਨੂੰ ਮੁੱਖ ਰੱਖਦਾ। ਸੂਰਜ ਡੁੱਬਦਾ ਤੇ ਕਮਲ ਫੁੱਲ ਵੀ ਬੰਦ ਹੋ ਜਾਂਦਾ। ਫਿਰ ਕਮਲ ਫੁੱਲ ਦੇ ਵਿੱਚ ਦੋਸ਼ ਹੈ, ਭੌਰਾ ਉੱਪਰ ਆਉਂਦਾ ਬੈਠਦਾ ਤੇ ਉਹਦੇ ਪ੍ਰਾਣ ਲੈ ਲੈਂਦਾ। ਸਤਿਗੁਰੂ ਦੇ ਚਰਨਾਂ ਵਿੱਚ ਇਹ ਦੋਸ਼ ਨਹੀਂ ਹਨ। ਵਾਹਿਗੁਰੂ ਦੇ ਚਰਨਾਂ 'ਚ ਦੋਸ਼ ਨਹੀਂ ਵੀ ਕਿਸੇ ਦੇ ਜੀਵਨ ਹੀ ਖਤਮ ਕਰ ਦੇਣ, ਨਹੀਂ, ਅਸਲੀ ਜੀਵਨ ਪ੍ਰਦਾਨ ਕਰਦੇ ਹਨ ਵਾਹਿਗੁਰੂ ਦੇ ਚਰਨ, ਜਿਹੜਾ ਜੁੜ ਜਾਂਦਾ। ਔਰ ਕਿਸੇ ਚੀਜ਼ ਦੇ ਮੁਥਾਜ ਨਹੀਂ ਵੀ ਉਹ ਚੀਜ਼ ਹੋਵੇਗੀ ਤੇ ਚਰਨ ਹੋਣਗੇ, ਫਲਾਣੀ ਚੀਜ਼ ਨਾ ਹੋਈ ਤੇ ਚਰਨ ਵੀ ਨਹੀਂ ਰਹਿਣਗੇ, ਐਸਾ ਨਹੀਂ ਹੈ। ਸੂਰਜ ਅਸਤ ਹੋਏ ਤੇ ਜਿਹੜਾ ਕਮਲ ਫੁੱਲ ਹੈ ਉਹ ਖੜਾਵਟ ਹੀ ਆਪਣੀ ਖਤਮ ਕਰ ਲੈਂਦਾ ਤੇ ਰਸ ਦੇਣੋਂ ਹਟ ਜਾਂਦਾ। ਹੋਰਨਾਂ ਨੂੰ ਰਸ ਨਹੀਂ ਮਿਲ ਸਕਦਾ ਜਿਹੜੇ ਹੋਰ ਭੌਰੇ ਆਉਣਗੇ ਉੱਤੇ, ਕਿਉਂਕਿ ਕਮਲ ਫੁੱਲ ਬੰਦ ਹੋ ਚੁੱਕਾ। ਪਰ ਵਾਹਿਗੁਰੂ ਦੇ ਚਰਨ ਐਸੇ ਨਹੀਂ, ਕਿਸੇ ਚੀਜ਼ ਦੇ ਮੁਥਾਜ ਨਹੀਂ, ਜਾਂ ਕੁਝ ਸਮੇਂ ਲਈ ਨਹੀਂ ਖੇੜਾ ਵੰਡਦੇ ਤੇ ਕੁਝ ਸਮੇਂ ਲਈ ਰਸ ਨਹੀਂ ਦਿੰਦੇ, ਸਦੀਵੀ ਹਨ। ਇਸ ਪ੍ਰਕਾਰ ਇਹ ਕਮਲ ਫੁੱਲ ਦੀ ਨਿਰਲੇਪਤਾ, ਉਹਦੀ ਸੁੰਦਰਤਾ ਤੇ ਉਹਦੇ 'ਚ ਜਿਹੜਾ ਰਸ ਹੈ ਉਹਦੀ ਉਪਮਾ ਹੈ, ਤੇ ਉਹ ਤਸ਼ਬੀਹ ਦੇਣ ਲਈ ਵਰਤਿਆ ਗਿਆ। ਵੈਸੇ ਤਾਂ ਵਾਹਿਗੁਰੂ ਦੇ ਚਰਨਾਂ ਦੇ ਬਰਾਬਰ ਕੋਈ ਵਸਤੂ ਹੈ ਹੀ ਨਹੀਂ। ਹਰ ਚਰਨ ਕਵਲ, ਸੋਹਣੇ ਹਨ ਕਮਲ ਫੁੱਲ ਵਾਂਗ, ਬੜਾ ਖਿੜਾਵਟ ਦੇਣ ਵਾਲੇ ਤੇ ਬੜਾ ਰਸ ਦੇਣ ਵਾਲੇ। ਇਹਨਾਂ ਚਰਨਾਂ ਤੇ ਮੇਰਾ ਮਨ ਲੋਭਿਤ ਹੋ ਗਿਆ, ਲੁਭਾਏ ਮਨ। ਆਨੰਦ ਨੂੰ ਮੋਹੇ ਆਹੀ ਪਿਆਸਾ। ਆਨੰਦ ਨੂੰ ਮਤਲਬ ਰਾਤ ਦਿਨ ਮੇਰੇ ਤਾਈਂ ਇਹੀ ਪਿਆਸ ਲੱਗੀ ਰਹਿੰਦੀ ਹੈ ਕਿ ਤੁਹਾਡੇ ਚਰਨ ਮੇਰੇ ਹਿਰਦੇ 'ਚ ਵਸੇ ਰਹਿਣ, ਪਾਸੇ ਨਾ ਹੋਣ। ਇੱਕ ਭਾਈ ਗੋਇੰਦਾ ਜੀ ਹੋਏ ਨੇ, 7ਵੇਂ ਪਾਤਸ਼ਾਹ ਵੇਲੇ ਕਾਬਲ 'ਚ ਗਏ ਸਨ ਪ੍ਰਚਾਰ ਕਰਨ ਲਈ, ਤੇ ਇੱਧਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਵੇਰੇ ਆਸਾ ਦੀ ਵਾਰ ਦੀਵਾਨ ਦੀ ਸੰਪੂਰਨਤਾ ਹੋ ਗਈ, ਸੰਗਤਾਂ ਲੰਗਰ ਵਿੱਚ ਚਲੀਆਂ ਗਈਆਂ, ਪਰ ਸਤਿਗੁਰੂ ਜੀ ਨਹੀਂ ਉੱਠ ਕੇ ਗਏ। ਸੇਵਕ ਆਏ, ਬੇਨਤੀ ਕੀਤੀ, ਜੀ ਮਹਾਰਾਜ ਲੰਗਰ ਵਿੱਚ ਚਰਨ ਪਾਓ ਤੇ ਭੋਗ ਲਾਓ, ਫਿਰ ਸੰਗਤਾਂ ਛਕਣ। ਹਜ਼ੂਰ ਕਹਿਣ ਲੱਗੇ ਅਰਦਾਸਾਂ ਕਰਕੇ ਵਰਤਾ ਦਿਓ, ਅਸੀਂ ਨਹੀਂ ਉੱਠ ਸਕਦੇ। ਸ਼ਾਮਾਂ ਦੇ ਸਮੇਂ ਸਤਿਗੁਰੂ ਮਹਾਰਾਜ ਜੀ ਉੱਠੇ ਸੀ, ਚੌਂਕੜਾ ਨਹੀਂ ਸੀ ਖੋਲ੍ਹਿਆ। ਫਿਰ ਪੁੱਛਿਆ ਨਿਕਟਵਰਤੀ ਸਿੱਖਾਂ ਨੇ ਵੀ ਮਹਾਰਾਜ ਕਿਉਂ? ਤਾਂ ਕਿਹਾ ਸੀ ਕਾਬਲ 'ਚ ਬੈਠਾ ਭਾਈ ਗੋਂਦਾ, ਉਹਨੇ ਧਿਆਨ ਦੁਆਰਾ ਸਾਡੇ ਚਰਨਾਂ ਨੂੰ ਜਫਾ ਮਾਰਿਆ। ਜੇ ਅਸੀਂ ਆਪਣੇ ਚਰਨ ਹਿਲਾਉਂਦੇ ਸੀ ਤੇ ਉਹਦੇ ਪ੍ਰੇਮ 'ਚ ਫਰਕ ਪੈਂਦਾ ਸੀ, ਉਹਦੀ ਸਮਾਧੀ 'ਚ ਵਿਘਨ ਪੈਂਦਾ ਸੀ। ਇਸ ਕਰਕੇ ਉਹਨੇ ਅੱਜ ਉੱਠਣ ਨਹੀਂ ਦਿੱਤਾ, ਅਸੀਂ ਉਹਦੇ ਪ੍ਰੇਮ ਦੇ ਬੱਝੇ ਬੈਠੇ ਰਹੇ।
ਤਾਂ ਸਿੱਖਾਂ ਨੇ ਉਹ ਦਿਨ ਤੇ ਸਮਾਂ ਨੋਟ ਕਰ ਲਿਆ ਸੀ। ਜਦੋਂ ਭਾਈ ਗੋਇੰਦਾ ਜੀ ਕਾਬਲ ਤੋਂ ਸੰਗਤਾਂ ਸਮੇਤ ਆਏ ਤੇ ਨਿਕਟ ਵਰਤੀਆਂ ਨੂੰ ਪੁੱਛਿਆ ਸੀ ਕਿ ਫਲਾਨੀ ਤਰੀਕ ਨੂੰ ਭਾਈ ਗੋਇੰਦਾ ਜੀ ਕੀ ਕਰਦੇ ਰਹੇ, ਉਹਨਾਂ ਦੱਸਿਆ ਕਿ 4 ਪਹਿਰ ਸਮਾਧੀ ਲੱਗੀ ਰਹੀ ਸੀ। ਸੋ ਇਸ ਪ੍ਰਕਾਰ ਜਿਨ੍ਹਾਂ ਦਾ ਪ੍ਰੇਮ ਹੈ ਵਾਹਿਗੁਰੂ ਸਤਿਗੁਰੂ ਦੇ ਚਰਨਾਂ ਦੇ ਨਾਲ, ਇਉਂ ਦਿਨੇ ਰਾਤ ਉਹੀ ਪਿਆਸ ਕਹਿੰਦੇ ਲੱਗੀ ਹੋਈ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹੋਏ ਕਹਿ ਰਹੇ ਨੇ ਕਿ ਭਗਤ ਨੂੰ ਸਾਰੰਗ ਨਾਮ ਪਪੀਏ ਦਾ। ਸੋ ਇਸ ਪ੍ਰਕਾਰ ਸਾਰੰਗ ਪਪੀਏ ਦੇ ਤਾਈਂ ਕਿਰਪਾ ਜਲ ਬਖਸ਼ ਦਿਓ। ਇੱਕ ਤਾਂ ਕਮਲ ਫੁੱਲ ਦਾ ਦ੍ਰਿਸ਼ਟਾਂਤ ਦੇ ਕੇ ਭੌਰੇ ਵੱਤ ਕਿਹਾ ਨਾ, ਮਨ ਜਿਹੜਾ ਉਹਨੂੰ ਭੌਰੇ ਵੱਤ ਤੋਂ ਲੁਭਾਏ ਮਨ ਹੋ ਰਿਹਾ। ਇੱਥੇ ਹੁਣ ਜਿਹੜਾ ਸਵਾਂਤੀ ਬੂੰਦ ਦਾ ਪਿਆਸਾ ਹੈ ਪਪੀਆ, ਉਹਦਾ ਦ੍ਰਿਸ਼ਟਾਂਤ ਦੇ ਕੇ ਬੇਨਤੀ ਕਰ ਰਹੇ ਨੇ। ਭਾਵੇਂ ਨਦੀਆਂ, ਨਾਲੇ, ਟੋਭੇ, ਦਰਿਆ, ਸਮੁੰਦਰ ਸਭ ਪਾਣੀ ਨਾਲ ਭਰੇ ਹੋਏ ਨੇ, ਪਰ ਬਬੀਹਾ ਜਾਂ ਪਪੀਹੇ ਦੀ ਪਿਆਸ ਉਹ ਨਹੀਂ ਬੁਝਾ ਸਕਦੇ, ਕਿਉਂਕਿ ਉਹਦੇ ਗਲੇ ਵਿੱਚ ਛੇਕ ਹੁੰਦਾ। ਪਾਣੀ ਪੀਏ ਤੇ ਉਹ ਵਗ ਜਾਂਦਾ, ਉਹਦੇ ਅੰਦਰ ਨਹੀਂ ਪਹੁੰਚਦਾ। ਇਸ ਕਰਕੇ ਉਹ ਪ੍ਰਯੋ ਦੀ ਟੇਰ ਲਾਈ ਰੱਖਦਾ। ਤੇ ਨਛੱਤਰ ਦੀ ਸਵਾਂਤੀ ਬੂੰਦ ਜਦੋਂ ਬੱਦਲ ਚੜ੍ਹ ਕੇ ਆਉਂਦਾ ਤੇ ਫਿਰ ਕਹਿੰਦੇ ਉਹ ਖਾਸ ਨਛੱਤਰ ਦੀ ਇੱਕ ਬੂੰਦ ਉਹਦੇ ਮੁਖ 'ਚ ਪੈਂਦੀ ਹੈ। ਮੁਖ ਪਰੈ ਹਰੈ ਪਿਆਸ ਮੇਰੀ। ਇਸ ਤਰ੍ਹਾਂ ਬਬੀਏ ਦੀ ਪਿਆਸ ਬੁਝਦੀ ਹੈ, ਔਰ ਉਹਨੇ ਆਸ ਰੱਖੀ ਹੈ ਵਾਹਿਗੁਰੂ ਦੇ ਉੱਤੇ ਵੀ ਬੱਦਲ ਆਵੇਗਾ, ਮੇਰੇ ਮੁਖ 'ਚ ਪਾਣੀ ਪਵੇਗਾ, ਪਿਆਸ ਬੁਝੇਗੀ, ਤਾਂ ਪਿਆਸ ਬੁਝ ਜਾਂਦੀ। ਇਸੇ ਤਰ੍ਹਾਂ ਇਹ ਵਾਹਿਗੁਰੂ ਜੀ ਵੇਦ ਸ਼ਾਸਤਰ ਪੁਰਾਣ ਧਰਮ ਪੁਸਤਕ ਗ੍ਰੰਥ ਗਿਆਨ ਨਾਲ ਭਰੇ ਹੋਏ ਨੇ, ਪਰ ਜਦੋਂ ਤੱਕ ਤੁਸੀਂ ਗੁਰੂ ਰੂਪ ਬੱਦਲ ਹੋ ਕੇ ਨਾਮ ਦੀ ਸਵਾਂਤੀ ਬੂੰਦ ਸਾਡੇ ਹਿਰਦੇ ਤੱਕ ਨਹੀਂ ਪਹੁੰਚਾਉਂਦੇ, ਸਾਡੀ ਪਿਆਸ ਨਹੀਂ ਬੁਝ ਸਕਦੀ। ਸਾਡੇ ਅੰਦਰ ਸ਼ਾਂਤੀ, ਟਿਕਾ, ਸਕੂਨ, ਆਨੰਦ, ਖੇੜਾ, ਵਿਗਾਸ ਨਹੀਂ ਬਣ ਸਕਦਾ। ਇਸ ਕਰਕੇ ਵਾਹਿਗੁਰੂ ਜੀ ਕਿਰਪਾ ਰੂਪੀ ਜਲ ਮੈਨੂੰ ਪਪੀਏ ਦੇ ਤਾਈਂ ਸੱਚੇ ਪਾਤਸ਼ਾਹ ਬਖਸ਼ ਦਿਓ। ਹੋਏ ਜਾ ਤੇ ਤੇਰਾ ਨਾਏ ਵਾਸਾ। ਤੇਰੀ ਕਿਰਪਾ ਹੋਣ ਦੇ ਨਾਲ ਸੱਚੇ ਪਾਤਸ਼ਾਹ ਕਿਰਪਾ ਜਲ ਦੁਆਰਾ ਮੇਰੇ ਹਿਰਦੇ ਅੰਦਰ ਤੇਰੇ ਨਾਮ ਦਾ ਨਿਵਾਸ ਹੋ ਸਕਦਾ ਹੈ। ਤੂੰ ਬਖਸ਼ੇ ਤਾਂ ਹੋ ਜਾਏਗਾ, ਜੇ ਤੂੰ ਆਪਣਾ ਕਿਰਪਾ ਰੂਪੀ ਜਲ ਨਾ ਵਰਸਾਏ ਤਾਂ ਇਹ ਪਪੀਆ ਤੜਫਦਾ ਮਰ ਜਾਏਗਾ। ਇਸ ਪ੍ਰਕਾਰ ਦੀ ਹਾਲਤ ਹੀ ਹੈ ਜੀਆਂ ਦੀ। ਵਾਹਿਗੁਰੂ ਜੀ ਦਾ ਨਾਮ ਤੋਂ ਬਗੈਰ ਸਭ ਦੁਖੀ ਹਨ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਜਿਹੜਾ ਪ੍ਰੇਮੀ ਬਣ ਗਿਆ ਇਸ ਤਰ੍ਹਾਂ ਪਪੀਏ ਵਰਗੀ ਅਵਸਥਾ ਬਣਾ ਲਈ ਜਿਸ ਨੇ ਗੁਰਾਂ ਦੇ ਉਪਦੇਸ਼ ਰਾਹੀਂ, ਫਿਰ ਉਸ ਨੂੰ ਮਹਾਰਾਜ ਜ਼ਰੂਰ ਇਹ ਸਵਾਂਤੀ ਬੂੰਦ ਦੀ ਨਿਆਈ ਪ੍ਰਮਾਤਮਾ ਅਕਾਲ ਪੁਰਖ ਆਪਣਾ ਨਾਮ ਬਖਸ਼ ਕੇ ਉਹਦੀ ਪਿਆਸ ਬੁਝਾ ਦਿੰਦੇ ਨੇ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੁੱਖ ਵਾਕ ਇਹ ਬਚਨ ਹੈ। ਗੌੜੀ ਰਾਗ ਦੀ ਵੰਨਗੀ ਹੈ ਪੂਰਬੀ। ਕਾਮ ਕ੍ਰੋਧ ਨਗਰ ਬਹੁ ਭਰਿਆ। ਹਜ਼ੂਰ ਕਹਿੰਦੇ ਨੇ ਕਾਮ ਕਰਕੇ, ਕਾਮ ਵਾਸ਼ਨਾ ਕਰਕੇ ਤੇ ਕ੍ਰੋਧ ਦੀ ਅੱਗ ਕਰਕੇ ਇਹ ਜਿਹੜਾ ਨਗਰ ਸਰੀਰ ਕਾਇਆ ਦੇਹੀ, ਇਹ ਮਾਨੋ ਇੱਕ ਨਗਰ ਹੈ, ਪਿੰਡ ਹੈ, ਬਹੁਤ ਭਰਿਆ ਹੋਇਆ। ਮਿਲ ਸਾਧੂ ਖੰਡਲ ਖੰਡਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਧੂ ਹਨ, ਉਹਨਾਂ ਨੂੰ ਮਿਲ ਕੇ ਹੀ ਚੰਗੀ ਤਰ੍ਹਾਂ ਇਹਨੂੰ ਖੰਡਿਆ ਜਾ ਸਕਦਾ, ਨਾਸ ਕੀਤਾ ਜਾ ਸਕਦਾ। ਕਾਮ ਵਾਸ਼ਨਾ ਦੀ ਅੱਗ ਨੂੰ, ਕ੍ਰੋਧ ਦੀ ਅਗਨੀ ਨੂੰ ਸਤਿਗੁਰੂ ਮਹਾਰਾਜ ਦੇ ਨਾਲ ਮਿਲ ਕੇ, ਕਿਉਂਕਿ ਓੰਗ ਸਾਧ ਸਤਿਗੁਰ ਨਮਸਕਾਰੰ। ਸਤਿਗੁਰਾਂ ਵਰਗਾ ਤੇ ਸਾਧੂ ਨਹੀਂ ਮਿਲ ਸਕਦਾ ਸੰਸਾਰ ਤੇ। ਹਾਂ, ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਲੇ ਸਾਧੂ ਸੰਤ ਭਗਤ ਗੁਰਮੁਖ ਹੁੰਦੇ ਨੇ। ਸਾਧੂ ਦੀ ਸੰਗਤ 'ਚ ਮਿਲ ਕੇ ਕਿਵੇਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਨਾਸ ਹੁੰਦੇ ਨੇ, ਕਿਉਂਕਿ ਉਹਨਾਂ ਦੇ ਪਾਸ ਵੀ ਵਾਹਿਗੁਰੂ ਜੀ ਦਾ ਨਾਮ ਹੈ। ਔਰ ਵੱਡਿਆਂ ਭਾਗਾਂ ਕਰਕੇ ਸਾਧੂਆਂ ਗੁਰਮੁਖ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਉੱਥੋਂ ਇਹੀ ਵੱਡਾ ਲਾਭ ਹੈ ਕਿ ਇਹਨਾਂ ਵਿਕਾਰਾਂ ਨੂੰ ਨਾਸ ਕੀਤਾ ਜਾ ਸਕਦਾ। ਹਰ ਜਪ ਜਪ ਔਖਦ ਖਾਧਿਆ, ਸੋ ਰੋਗ ਗਵਾਤੇ ਦੁੱਖਾ ਘਾਣ। ਸਾਧੂ ਸੰਗ ਮਸਕਤੇ ਤੁਠੈ ਪਾਵਾਂ ਦੇਵ ਹਜ਼ੂਰ ਨੇ ਕਿਹਾ ਹੈ। ਉਹਨਾਂ ਦੀ ਪ੍ਰੇਰਨਾ ਨਾਲ, ਉਹਨਾਂ ਦੀ ਸੰਗਤ 'ਚ ਰਹਿੰਦਿਆਂ ਸੁਤੇ ਸਿੱਧੀ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ। ਹੇ ਸਾਹਿਬ, ਤੇਰਿਆਂ ਭਗਤਾਂ ਦੇ ਦਰਸ਼ਨ ਕਰੀਏ ਤਾਂ ਸੁਤੇ ਸਿੱਧੀ ਤੂੰ ਚੇਤੇ ਆ ਜਾਣਾ, ਤੇਰਾ ਨਾਮ ਚੇਤੇ ਆਉਂਦਾ। ਜੋ ਹੋਣ ਰੱਬ ਦੇ ਪਿਆਰੇ ਸਵਾਸ ਸਵਾਸ ਭਜਨ ਕਰਨ ਵਾਲੇ, ਉਹਨਾਂ ਦੀ ਸੰਗਤ ਵਿੱਚ ਇਹਨਾਂ ਦਾ ਡਰ ਕੱਟਿਆ ਜਾਂਦਾ, ਖੰਡਾ ਨਾਸ ਕੀਤਾ ਜਾਂਦਾ। ਮਿਲ ਸਾਧੂ ਖੰਡਲ ਖੰਡਾ ਹੈ। ਚੰਗੀ ਤਰ੍ਹਾਂ ਨਾਸ ਕੀਤਾ ਜਾਂਦਾ ਇਹਨਾਂ ਕਾਮ ਕ੍ਰੋਧ ਆਦਿਕ ਅਗਨੀਆਂ ਨੂੰ।
ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬ ਜਨਮ ਪਰਚੂਨ ਕਮਾਏ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੂਰਬਲੇ ਕਰਮ ਜਿਹੜੇ ਕਮਾਏ ਹੋਏ ਆ ਥੋੜੇ ਥੋੜੇ ਕਰਕੇ ਜਮ੍ਹਾਂ ਹੁੰਦੇ ਗਏ, ਤੇ ਇਸ ਪ੍ਰਕਾਰ ਉਹ ਅੰਕੁਰ ਉਹਨਾਂ ਕਰਮਾਂ ਦੇ ਫੁੱਟੇ ਜੋ ਮਸਤਕ ਤੇ ਭਾਗ ਵਾਹਿਗੁਰੂ ਨੇ ਲਿਖ ਦਿੱਤੇ ਸੀ, ਰੱਬ ਦੀ ਅਗੰਮੀ ਕਲਮ ਨੇ। ਉਹ ਜਿਹੜੇ ਲਿਖੇ ਹੋਏ ਸੀ, ਲਿਖਤ ਸੀ, ਉਹਨਾਂ ਦੁਆਰਾ ਗੁਰੂ ਪ੍ਰਾਪਤ ਹੁੰਦਾ। ਇੱਕ ਬਚਨ ਹੈ, ਹਉ ਢੂੰਢੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨਹੁ, ਲੇਖ ਲਿਖਿਓ ਧੁਰ ਮਾਥੈ, ਇਹ ਬਿਦ ਨਾਨਕ ਹਰਿ ਨੈਣ ਲੋਏ। ਮੈਂ ਵਾਹਿਗੁਰੂ ਜੀ ਦੀ ਖੋਜ ਕਰਦੀ ਗਲੀਆਂ ਗਲੀਆਂ 'ਚ ਤੁਰੀ ਫਿਰਦੀ ਸੀ, ਬੀਥੀ ਬੀਥੀ ਗਲੀ ਗਲੀ ਵਿੱਚ ਵੇਖਿਆ ਪਰ ਗੱਲ ਨਾ ਬਣੀ। ਔਰ ਹਉ ਢੂੰਢੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰਮਿਲ ਭਰਮ ਗਵਾਇਆ ਹੈ। ਗੁਰੂ ਨੂੰ ਮਿਲ ਕੇ ਭਰਮ ਗਵਾਇਆ ਹੈ। ਪਰ ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਕੰਨੋਂ ਤਰਫੋਂ ਪਹਾੜੀ ਬੋਲੀ ਹੈ, ਇਹ ਬੁੱਧੀ ਮੈਂ ਸਾਧੂਆਂ ਦੇ ਪਾਸੋਂ ਪ੍ਰਾਪਤ ਕੀਤੀ ਕਿ ਪੂਰਾ ਗੁਰੂ ਚਾਹੀਦਾ ਹੈ। ਜਿਵੇਂ ਬਾਬਾ ਅਮਰਦਾਸ ਜੀ ਨੂੰ ਉਹ ਬ੍ਰਹਮਚਾਰੀ ਮਹਾਤਮਾ ਮਿਲੇ ਤੇ ਇੰਨੀ ਕੁ ਟਾਂਚ ਕੀਤੀ ਵੀ ਤੇਰੇ ਘਰ ਦਾ ਤੇ ਮੈਂ ਭੋਜਨ ਛਕ ਕੇ ਆਪਣਾ ਜਨਮ ਭ੍ਰਸ਼ਟ ਕਰ ਲਿਆ। ਐਸਾ ਅਸਰ ਹੋਇਆ ਪੂਰਬਲੇ ਭਾਗਮਾਨ ਨੂੰ ਜਾਗੇ। ਤਾਂ ਬੀਬੀ ਅਮਰੋ ਜੀ ਦੁਆਰਾ ਸ੍ਰੀ ਗੁਰੂ ਅੰਗਦ ਸਾਹਿਬ ਦੀ ਸ਼ਰਨ 'ਚ ਆ ਕੇ ਉਹੀ ਬਾਬਾ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਿਆਈ ਦੇ ਵਾਰਸ ਬਣੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਪੂਰਬ ਲਿਖਤ ਲਿਖੇ ਗੁਰ ਪਾਇਆ। ਬਿਨਾਂ ਪੂਰਬਲੇ ਕਰਮਾਂ ਤੋਂ ਭਾਗ ਨਹੀਂ ਬਣਦੇ। ਪੂਰਬਲੇ ਕਰਮਾਂ ਦੀ ਲਿਖਤ ਲਿਖੀ ਹੋਈ ਸੀ ਤਾਂ ਸਤਿਗੁਰੂ ਮਹਾਰਾਜ ਨਾਲ ਮਿਲਾਪ ਹੋਇਆ। ਮਨ ਹਰ ਲਿਵ ਮੰਡਲ ਮੰਡਾ ਹੈ। ਮਨ ਦੇ ਅੰਦਰ ਹਰੀ ਪਰਮਾਤਮਾ ਦੀ ਲਿਵ ਦਾ ਮੰਡਾ ਮੈਨੇ ਸਜਿਆ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਦੀ ਲਿਵ ਜਿਹੜੀ ਸੀ, ਤੇਲ ਧਾਰਾਵਤ ਬਿਰਤੀ ਦਾ ਪ੍ਰਵਾਹ, ਉਹ ਮੰਡਾ ਸਜ ਗਿਆ, ਸਜ ਫੱਬ ਗਿਆ, ਉਹ ਲੱਗ ਗਿਆ। ਲਿਵ ਇੱਕ ਰਸ ਜੁੜ ਗਈ ਪਰਮਾਤਮਾ ਨਾਲ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹਜ਼ੂਰ ਕਹਿੰਦੇ ਨੇ ਸਾਧੂ ਸਤਿਗੁਰੂ ਨੂੰ ਅੰਜਲੀ ਹੱਥ ਜੋੜ ਕੇ ਨਮਸਕਾਰ ਕਰਨ ਦਾ ਨਾਮ ਹੈ। ਹੱਥ ਜੋੜ ਕੇ ਸਾਧੂ ਨੂੰ, ਸਤਿਗੁਰੂ ਨੂੰ ਨਮਸਕਾਰ ਕਰੋ, ਇਹ ਵੱਡਾ ਪੁੰਨ ਹੈ, ਬਹੁਤ ਵੱਡਾ ਮਹਾਤਮ ਹੈ ਇਸ ਦਾ। ਜੇ ਕੋ ਜੀਓ ਕਹੈ ਉਹਨਾਂ ਕੋ, ਜਮ ਕੀ ਤਲਬ ਨਾ ਹੋਈ। ਦੇਖੋ ਕਿੱਡਾ ਸੁਖੈਨ ਮਾਰਗ ਹੈ। ਜੇ ਰੱਬ ਦੇ ਪਿਆਰਿਆਂ ਨੂੰ, ਸਤਿਗੁਰੂ ਜੀ ਨੂੰ ਹੱਥ ਜੋੜ ਕੇ ਆਓ ਜੀ, ਜੀ ਆਇਆਂ ਨੂੰ ਜੀਓ ਕਹਿਣਾ ਭਾਵਨਾ ਨਾਲ ਅੰਦਰੋਂ, ਤਾਂ ਫਿਰ ਜਮਾਂ ਵੱਲੋਂ ਪੁੱਛ-ਗਿੱਛ ਤਲਬ ਨਹੀਂ ਹੁੰਦੀ। ਐਸਾ ਫਲ ਹੈ ਝੁਕਣ ਦਾ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਵੱਡਾ ਪੁੰਨ ਭਾਵ ਪਵਿੱਤਰ ਕਰਮ ਹੈ। ਸਾਧੂ ਜਨਾਂ ਨੂੰ ਅੰਜਲੀ ਕਰਨੀ, ਹੱਥ ਜੋੜ ਕੇ ਨਮਸਕਾਰ ਕਰਨੇ। ਹੰਕਾਰ ਵਾਲਾ ਨਹੀਂ ਝੁਕਦਾ, ਨਿਮਰਤਾਵਾਨ ਝੁਕਦਾ ਹੈ। ਤੇ ਜਿਵੇਂ ਨੀਵੀਆਂ ਥਾਵਾਂ ਤੇ ਪਾਣੀ ਠਹਿਰਦਾ, ਜਿੰਨਾ ਮਰਜ਼ੀ ਬਾਰਿਸ਼ ਮੀਂਹ ਪਵੇ, ਟਿੱਬਿਆਂ ਤੇ ਪਾਣੀ ਨਹੀਂ ਖੜਦਾ, ਇਸੇ ਤਰ੍ਹਾਂ ਹੰਕਾਰ ਵਾਲਾ ਜੋ ਹਿਰਦਾ ਖਾਲੀ ਰਹਿ ਜਾਂਦਾ, ਨਿਮਰਤਾਵਾਨ ਲਾਭ ਲੈ ਜਾਂਦੇ ਹਨ। ਸੋ ਇਸ ਲਈ ਸਤਿਗੁਰੂ ਨੂੰ ਨਮਸਕਾਰ ਕਰਨੇ। ਗੁਰੂ ਤੁਲ ਤਾਂ ਨਹੀਂ ਕਿਸੇ ਨੂੰ ਜਾਣਨਾ, ਪਰ ਜਿਵੇਂ ਅਸੀਂ ਆਪਣੇ ਮਾਤਾ ਪਿਤਾ, ਵੱਡੇ ਭੈਣ ਭਰਾਵਾਂ ਨੂੰ, ਜਿਹੜੇ ਸਾਡੇ ਤੋਂ ਵੱਡੇ ਨੇ, ਉਹਨਾਂ ਦਾ ਸਤਿਕਾਰ ਕਰੀਦਾ, ਨਮਸਕਾਰ ਕਰੀਦੀ ਹੈ। ਇਸੇ ਤਰ੍ਹਾਂ ਰੱਬ ਦੇ ਸਾਧੂ ਹੋਣ, ਬੰਦਗੀ ਵਾਲੇ ਭਜਨੀਕ ਲੋਕ, ਜਿਵੇਂ ਗੁਰਸਿੱਖਾਂ ਨੂੰ ਮੇਰੀ ਖੱਲੋਂ ਮੌਜੜੇ ਗੁਰਸਿੱਖਾਂ ਢਾਂਦੇ ਭਾਈ ਗੁਰਦਾਸ ਨੇ ਕਿਹਾ। ਇਸ ਪ੍ਰਕਾਰ ਨਮਸਕਾਰ ਕਰਨਾ ਕੋਈ ਬੁਰੀ ਬਾਤ ਨਹੀਂ, ਸਤਿਕਾਰ ਕਰਨਾ ਚਾਹੀਦਾ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੇ ਵੱਤ ਲੰਮੇ ਪੈ ਕੇ ਸਤਿਗੁਰੂ ਦੇ ਅੱਗੇ ਆਪਣਾ ਆਪ ਨਿਸ਼ਾਵਰ ਕਰਨਾ, ਡੰਡੇ ਵੱਤ, ਡੰਡੇ ਵਾਂਗ ਲੰਮੇ ਪੈ ਕੇ ਨਮਸਕਾਰ ਕਰਨੀ, ਇਹ ਉਦੋਂ ਵੱਡਾ ਪੁੰਨ ਹੈ। ਹਜ਼ੂਰ ਕਹਿੰਦੇ ਰਹਾਓ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਸ਼ਬਦ ਬਣਿਆ ਸ਼ਕਤੀ ਦੇ ਉਪਾਸ਼ਕ ਲੋਕ। ਸਾਕਤ, ਸਖਤ, ਸ਼ਕਤੀ, ਮਾਇਆ, ਰੱਬ ਤੋਂ ਬੇਮੁਖ ਯਾਨੀ ਰੱਬ ਤੋਂ ਟੁੱਟੇ ਹੋਏ ਲੋਕ ਮਾਇਆ ਨੂੰ ਮੁੱਖ ਰੱਖ ਕੇ ਮਾਇਆ ਧਾਰੀਆਂ ਅੱਗੇ ਮੱਥੇ ਟੇਕੀ ਜਾਂਦੇ ਨੇ। ਸਾਕਤ ਹਰ ਰਸ ਸਾਧ ਨਾ ਜਾਣਿਆ। ਉਹਨਾਂ ਨੇ ਮਾਇਆ ਵੇਖੀ ਆ, ਪਰਮਾਤਮਾ ਦਿਖਾਈ ਨਹੀਂ ਦਿੰਦਾ, ਤੇ ਵਿਸ਼ਵਾਸ ਉਹਨਾਂ ਦਾ ਬਣਿਆ ਨਹੀਂ ਸਤਿਗੁਰੂ ਦੇ ਬਚਨਾਂ ਤੇ। ਇਸ ਕਰਕੇ ਉਹਨਾਂ ਨੇ ਹਰੀ ਪਰਮਾਤਮਾ ਦੇ ਨਾਮ ਰਸ ਦੇ ਸਵਾਦ ਨੂੰ ਬਿਲਕੁਲ ਨਹੀਂ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ। ਉਹਨਾਂ ਸਵਾਦ ਨੂੰ ਕੀ ਜਾਣਨਾ ਸੀ, ਕਿਉਂਕਿ ਉਹਨਾਂ ਦੇ ਅੰਦਰ ਹਿਰਦੇ ਦੇ ਹਉਮੈ ਦਾ ਸੂਲ ਹੈ।
ਹਉਮੈ ਕੰਡਾ ਬਣ ਕੇ ਵਜੀ ਹੋਈ ਹੈ ਹਿਰਦੇ ਨੂੰ, ਤਾਂ ਹੀ ਉਹਨੇ ਵਿੰਨ ਛੱਡਿਆ ਹਉਮੈ। ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਹਉਮੈ ਦੀਰਘ ਰੋਗ ਪੱਕਾ ਰੋਗ, ਪੁਰਾਣਾ ਰੋਗ ਹੈ। ਜਦੋਂ ਤੋਂ ਜੀਵ ਪਰਮਾਤਮਾ ਤੋਂ ਵਿਛੜਿਆ ਹੈ ਤਿਵੇਂ ਤੋਂ ਉਦੋਂ ਤੋਂ ਲੈ ਕੇ ਵੱਧਦੀ ਹਉਮੈ ਨੇ ਵੱਡਾ ਰੂਪ ਧਾਰਨ ਕਰ ਲਿਆ। ਇਹ ਹਉਮੈ ਦਾ ਕੰਡਾ, ਹਉਮੈ ਦਾ ਸੂਲ ਉਹਨਾਂ ਦੇ ਅੰਦਰ ਚੁੱਭ ਰਿਹਾ। ਜਿਉਂ ਚੱਲੈ ਹੈ ਚੁੱਭੈ ਦੁੱਖ ਪਾਵੈ। ਜਿਵੇਂ ਸੰਸਾਰ ਦੇ ਵਿੱਚ ਮਾਰਗ ਵਿੱਚ ਉਹ ਚੱਲਦੇ ਨੇ, ਜੀਵਨ ਬਤੀਤ ਕਰਦੇ ਨੇ, ਤੇ ਉਹ ਚੁੱਭਦਾ ਹਉਮੈ ਦਾ ਕੰਡਾ, ਇਸ ਕਰਕੇ ਉਹ ਦੁੱਖ ਬੜਾ ਪਾਉਂਦੇ ਹਨ। ਇਸ ਹਉਮੈ ਦਾ ਦੁਆਰਾ ਹੀ ਜੀਵ ਸਾਰੇ ਦੁੱਖ ਪਾ ਰਹੇ ਨੇ। ਹਉਮੈ ਧਾਰ ਕੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ, ਤੇ ਇਸ ਕਰਕੇ ਸਾਰੇ ਜੀਵ ਜਿਵੇਂ ਜੀਵਨ ਯਾਤਰਾ ਕਰ ਰਹੇ ਨੇ ਤੇ ਤੁਰਨ ਕਰਕੇ ਉਹ ਕੰਡਾ ਹੋਰ ਚੁੱਭਦਾ ਹੈ ਤੇ ਉਹ ਦੁੱਖ ਪਾਉਂਦੇ ਨੇ। ਜਮ ਕਾਲ ਸਹ ਹੈ ਸਿਰ ਡੰਡਾ ਹੈ। ਜਮ ਕਾਲ ਧਰਮਰਾਜ ਦਾ, ਉਹਦੇ ਦੂਤਾਂ ਦਾ, ਮੌਤ ਦਾ ਦੁਖਦਾਈ ਡੰਡਾ ਆਪਣੇ ਸਿਰ ਤੇ ਉਹ ਸਹਾਰਦੇ ਨੇ, ਭਾਵ ਜਮਾਂ ਦੇ ਵਸ ਪੈਂਦੇ ਨੇ। ਜਿਹੜੀ ਮੌਤ ਹੈ ਉਹਦੇ ਅਧੀਨ ਹਨ, ਕਾਲ ਦੇ ਅਧੀਨ ਹਨ। ਸੋ ਇਸ ਪ੍ਰਕਾਰ ਉਹ ਜਿਹੜਾ ਜਮਜੰਦਾਰ ਹੈ, ਇੱਕ ਰੱਤੀ ਬਿਲਮਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਉਹਨੇ ਤਕੜੇ ਪਾਏ ਹਾਥ, ਬੜੇ ਜ਼ਬਰਦਸਤ ਹਾਥ ਉਹ ਪਾਉਂਦੇ ਹਨ ਜਮਦੂਤ। ਜ਼ਬਰਦਸਤੀ ਧੂੰਦੇ ਘੜੀਸਦੇ ਲੈ ਕੇ ਜਾਂਦੇ ਇਸ ਜੀਵ ਨੂੰ। ਇਸ ਤਰ੍ਹਾਂ ਉਹ ਜਮਾਂ ਦਾ ਡੰਡਾ ਸਿਰ ਤੇ ਸਹਾਰਦੇ ਹਨ। ਹਰ ਜਨ ਹਰ ਹਰ ਨਾਮ ਸਮਾਣੇ, ਜੋ ਹਰੀ ਦੇ ਜਨ ਹਨ ਭਗਤ ਸੇਵਕ ਹਨ, ਉਹ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹੋਏ ਨਾਮ ਦੁਆਰਾ ਵਾਹਿਗੁਰੂ ਵਿੱਚ ਹੀ ਸਮਾ ਜਾਂਦੇ ਨੇ। ਨਾਮ ਤੇ ਨਾਮੀ ਦੋਵੇਂ ਅਭੇਦ ਹਨ। ਨਾਮ ਸਗੋਂ ਨਾਮੀ ਨਾਲੋਂ ਵੀ ਵੱਡਾ ਹੈ। ਨਾਮ ਹੀ ਕੜੀ ਹੈ ਨਾਮੀ ਪਰਮਾਤਮਾ ਨਾਲ ਮਿਲਾਉਣ ਵਾਲੀ। ਇਸ ਕਰਕੇ ਸਤਿਗੁਰੂ ਨੇ ਨਾਮ ਦਾ ਪੱਲਾ ਫੜਾਇਆ ਆਪਣੇ ਸਿੱਖਾਂ ਨੂੰ, ਸਾਰੇ ਸੰਸਾਰ ਦੇ ਜੀਆਂ ਨੂੰ ਉਪਦੇਸ਼ ਦਿੱਤਾ ਵੀ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੋ। ਹਰੀ ਦੇ ਜਨ ਵਾਹਿਗੁਰੂ ਨਾਮ ਉਚਾਰਦੇ ਹੋਏ ਉਸ ਨਾਮ ਦੁਆਰਾ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ। ਦੁੱਖ ਜਨਮ ਮਰਨ ਭਵ ਖੰਡਾ ਹੈ। ਜੋ ਉਹਨਾਂ ਦਾ ਸੰਸਾਰ ਵਿੱਚ ਬਾਰ-ਬਾਰ ਜਨਮ ਲੈ ਕੇ ਤੇ ਮਰਨ ਦਾ ਦੁੱਖ ਹੈ, ਭਵ ਸੰਸਾਰ, ਜਨਮ ਮਰਨ ਦਾ ਦੁੱਖ, ਜਨਮ ਮਰਨ ਵੱਡਾ ਵਿਛੋੜਾ। ਭਗਤਾਂ ਨੇ ਹੋਰ ਦੁੱਖ ਨੂੰ ਦੁੱਖ ਨਹੀਂ ਮੰਨਿਆ, ਪਰ ਜਦੋਂ ਇਹ ਜੰਮਣ ਮਰਨ ਦੇ ਦੁੱਖ ਦੀ ਗੱਲ ਆਈ ਤੇ ਭਗਤਾਂ ਨੇ ਵੀ ਇਹ ਬਚਨ ਕੀਤਾ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਬਾਰ-ਬਾਰ ਅੱਗ 'ਚ ਸੜਨਾ, ਮਾਂ ਦੇ ਗਰਭ ਵਿੱਚ ਵਾਸਾ ਹੋਣਾ, ਜਨਮ ਲੈ ਕੇ ਤ੍ਰਿਸ਼ਨਾ ਦੀ ਅੱਗ ਨੇ ਸਾੜਨਾ, ਮਾਂ ਦੇ ਪੇਟ ਦੀ ਅੱਗ 'ਚ ਸੜਨਾ, ਇਹ ਬੜੇ ਭਾਰੀ ਦੁੱਖ ਹਨ। ਸੋ ਇਸ ਪ੍ਰਕਾਰ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਸ ਪ੍ਰਕਾਰ ਦੇ ਵੱਡੇ ਦੁੱਖ ਜੀਆਂ ਨੂੰ ਚੰਬੜੇ ਹੋਏ ਨੇ। ਇਹਨਾਂ ਦੁੱਖਾਂ 'ਚੋਂ ਸਾਰੇ ਦੁੱਖਾਂ ਦਾ ਜਨਮ ਹੈ। ਜਨਮ ਮਰਨ ਦਾ ਦੁੱਖ ਵੱਡਾ ਹੈ, ਤੇ ਉਹਨਾਂ ਗੁਰਮੁਖਾਂ ਨੇ ਸੰਸਾਰ ਵਿੱਚ ਜੰਮਣ ਮਰਨ ਦਾ ਜੋ ਦੁੱਖ ਹੈ, ਇਹਨੂੰ ਖੰਡਾ ਨਾਸ ਕਰ ਲਿਆ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਅਬਿਨਾਸੀ ਵਿਨਾਸ਼ ਤੋਂ ਰਹਿਤ, ਜਿਹਦਾ ਕਦੇ ਨਾਸ਼ ਨਾ ਹੋਏ, ਜੋ ਕਦੇ ਖਤਮ ਨਾ ਹੋਏ, ਪੁਰਖ ਪੂਰਨ ਪਰਮ ਈਸ਼ਰ ਪਰਮਾਤਮਾ ਅਕਾਲ ਪੁਰਖ ਸਾਰੇ ਸ੍ਰਿਸ਼ਟੀ ਨੂੰ ਸਾਜਣ ਵਾਲਾ, ਉਹ ਉਹਨਾਂ ਨੇ ਪਾ ਲਿਆ ਹੈ, ਪ੍ਰਾਪਤ ਕਰ ਲਿਆ। ਮਨੁੱਖਾ ਦੇਹੀ ਦਾ ਪ੍ਰਯੋਜਨ ਸਿੱਧ ਹੋ ਗਿਆ। ਤੇ ਫਿਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਧਰਤੀ ਦੇ ਜਿੰਨੇ ਖੰਡ ਹਨ, ਮਾਤ ਲੋਕ ਆਦਿਕ ਤੇ ਜਾਂ ਉੱਪਰ ਵੀ, ਉਹਨਾਂ 'ਚ ਤੇ ਬ੍ਰਹਮੰਡਾਂ 'ਚ, ਸਾਰਿਆਂ ਖੰਡਾਂ ਬ੍ਰਹਮੰਡਾਂ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਸੋਭਾ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਔਰ ਸੱਚੀ ਸੋਭਾ ਹੈ। ਏਵੜ ਸੋਭਾ ਜਨੈ ਕੀ ਜੀਵੜ ਹਰ ਪ੍ਰਤਾਪ ਹੈ। ਜਿੱਡਾ ਵੱਡਾ ਹਰੀ ਪਰਮਾਤਮਾ ਦਾ ਆਪਣਾ ਪ੍ਰਤਾਪ ਹੈ, ਓਡੀ ਵੱਡੀ ਉਹਦੇ ਪਿਆਰਿਆਂ ਦੀ ਸੋਭਾ ਹੈ। ਸੋ ਇਸ ਪ੍ਰਕਾਰ ਉਹ ਸੱਚੀ ਹੈ, ਕਦੇ ਨਾਸ ਹੋਣ ਵਾਲੀ ਨਹੀਂ। ਜਿਹੜੇ ਵੀ ਲੋਕ ਉਹਨਾਂ ਦੀ ਸੋਭਾ ਕਰਦੇ, ਭਾਵਨਾ ਸਹਿਤ ਕਰਦੇ ਨੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹੇ ਵਾਹਿਗੁਰੂ ਅਸੀਂ ਬਹੁਤ ਗਰੀਬ ਹਾਂ, ਮਸਕੀਨ ਆਜ਼ਿਜ਼ ਨਿਮਾਣੇ, ਭਾਵ ਸਾਡੇ ਵਿੱਚ ਤਾਕਤ ਹੀ ਕੋਈ ਨਹੀਂ, ਪਰ ਹਾਂ ਅਸੀਂ ਮਹਾਰਾਜ ਤੁਹਾਡੇ। ਹਰ ਰਾਖ ਰਾਖ, ਹੇ ਹਰੀ ਵਾਹਿਗੁਰੂ ਰੱਖ ਲਓ। ਤਰਾਹੇ ਤਰਾਹੇ ਕਰ ਸਰਣੀ ਆਏ, ਜਲ ਤੋਂ ਕਿਰਪਾ ਤਰਾ ਬੜਾ ਡਰ ਹੈ।
ਆਪ ਜੀ ਦੀ ਸ਼ਰਨ ਵਿੱਚ ਹਾਂ। ਸੋ ਇਸ ਪ੍ਰਕਾਰ ਰੱਖ ਲਓ ਵਾਹਿਗੁਰੂ ਜੀ, ਵੱਡ ਵੱਡਾ ਹੈ, ਵੱਡਿਆਂ ਤੋਂ ਵੱਡੇ ਹੋ ਵਾਹਿਗੁਰੂ ਜੀ, ਆਪ ਜੀ ਨਾਲੋਂ ਤੇ ਵੱਡਾ ਹੋਰ ਕੋਈ ਹੈ ਨਹੀਂ, ਵੱਡੀ ਵਡਿਆਈ ਵਾਲੇ ਤੁਸੀਂ ਹੋ। ਜਨ ਨਾਨਕ ਨਾਮ ਆਧਾਰ ਟੇਕ ਹੈ। ਸਤਿਗੁਰੂ ਰਾਮਦਾਸ ਕਹਿੰਦੇ ਨੇ ਤੇਰੇ ਜਨਾਂ ਨੂੰ ਤੇਰੇ ਨਾਮ ਦੀ ਹੀ ਟੇਕ ਤੇ ਆਧਾਰ ਆਸਰਾ ਹੈ। ਨਾਮਦੇਵ ਜੀ ਕਹਿੰਦੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮੈਂ ਅੰਧੇ ਦੀ ਜਿਹੜੀ ਟੇਕ ਹੈ, ਡੰਗੂਰੀ ਹੈ, ਉਹ ਤੇਰਾ ਨਾਮ ਹੀ ਹੈ ਸੱਚੇ ਪਾਤਸ਼ਾਹ, ਉਹੀ ਆਸਰਾ ਹੈ। ਸਾਚਾ ਨਾਮ ਮੇਰਾ ਆਧਾਰੋ। ਇਸ ਪ੍ਰਕਾਰ ਨਾਮ ਤੇਰੇ ਕੀ ਆਸ ਮਨ ਧਾਰੀ, ਇਉਂ ਟੇਕ ਆਸ ਓਟ ਸਹਾਰਾ ਆਸਰਾ ਇੱਕ ਵਾਹਿਗੁਰੂ ਜੀ ਦਾ ਨਾਮ ਦਾ ਹੀ ਲੈਣਾ ਚਾਹੀਦਾ। ਹਜ਼ੂਰ ਇੱਥੇ ਸਿੱਖਿਆ ਦੇ ਰਹੇ ਨੇ ਕਿ ਹੇ ਵਾਹਿਗੁਰੂ ਜੀ, ਸਾਨੂੰ ਤੁਹਾਡੇ ਨਾਮ ਦਾ ਹੀ ਆਧਾਰ ਹੈ, ਆਸਰਾ ਹੈ, ਤੇ ਟੇਕ ਵੀ ਓਟ ਵੀ ਇੱਕ ਤੁਹਾਡੇ ਨਾਮ ਤੇ ਰੱਖੀ ਹੋਈ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਹਰੀ ਨਾਮ ਦੁਆਰਾ ਹੀ ਸੁਖ ਮੰਡਾ ਹੈ। ਮੰਡਾ ਮੈਨੇ ਸਜ ਗਿਆ ਹੈ, ਸੁਖ ਦੀ ਬਨਾਵਟ ਬਣ ਗਈ ਹੈ ਸਾਡੇ ਅੰਦਰ। ਸਦੀਵੀ ਕਾਲ ਦਾ ਸੁਖ ਤੁਹਾਡੇ ਨਾਮ ਦੁਆਰਾ ਹੀ ਪ੍ਰਾਪਤ ਹੋਇਆ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇਹ ਵੀ ਗੌੜੀ ਰਾਗ ਦੀ ਪੂਰਬੀ ਵੰਨਗੀ ਵਿੱਚ ਸ਼ਬਦ ਉਚਾਰਿਆ ਹੈ ਤੇ ਇਹ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਹਜ਼ੂਰ ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੇ ਮੇਰੇ ਮਿੱਤਰ ਜੀ, ਵਾਹਿਗੁਰੂ ਜੀ ਮੈਂ ਬੇਨਤੀ ਕਰਦਾ ਹਾਂ, ਤੁਸੀਂ ਕਿਰਪਾ ਕਰਕੇ ਮਹਾਰਾਜ ਮੇਰੀ ਬੇਨਤੀ ਸੁਣੋ। ਤਾਂ ਇਸ ਪ੍ਰਕਾਰ ਸਾਨੂੰ ਸਿੱਖਿਆ ਦੇ ਰਹੇ ਨੇ। ਹੇ ਮੇਰੇ ਮਿੱਤਰ ਗੁਰਸਿੱਖ ਪਿਆਰਿਓ, ਜਿਵੇਂ ਕਿਹਾ ਜੋ ਗੁਰ ਕੇ ਸਿੱਖ ਮੇਰੇ ਭਾਈ, ਇੱਥੇ ਵੀ ਕਹਿ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਮਿੱਤਰ ਜੀ ਸੁਣੋ। ਸੰਤ ਟਹਿਲ ਕੀ ਵੇਲਾ, ਜੋ ਰੱਬ ਦੇ ਸੰਤ ਹਨ, ਮਹਾਤਮਾ ਹਨ, ਗੁਰਮੁਖ ਹਨ, ਸੰਤ ਸਤਿਗੁਰੂ ਜੀ ਹਨ। ਸੰਤਾਂ ਦੀ ਟਹਿਲ ਕਰਨ ਦੀ ਵੇਲਾ ਇਹ ਘੜੀ ਹੈ, ਭਾਵ ਮਨੁੱਖਾ ਜਨਮ। ਰੱਬ ਦੇ ਸੰਤਾਂ ਭਗਤਾਂ ਦੀ ਟਹਿਲ ਕਰਨ ਦਾ ਇਹ ਵੇਲਾ ਸਮਾਂ ਹੈ, ਮੁੜ ਕੇ ਨਹੀਂ, ਦੁਬਾਰਾ ਨਹੀਂ ਇਹ ਸਮਾਂ ਮਿਲੇਗਾ। ਇਹਾਂ ਖਾਟ ਚੱਲੋ ਹਰ ਲਾਹਾ, ਇਹਾਂ ਇੱਥੇ ਮਾਤ ਲੋਕ ਵਿੱਚ ਖੱਟ ਕੇ ਲੈ ਕੇ ਜਾਓ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਲਾਹਾ। ਹਰੀ ਨਾਮ ਦਾ ਲਾਹਾ ਇੱਥੋਂ ਮਾਤ ਲੋਕ ਤੋਂ ਖੱਟ ਕੇ ਜੇ ਚੱਲੋਗੇ ਤਾਂ ਆਗੇ ਬਸਨ ਸੁਹੇਲਾ। ਅੱਗੇ ਵਾਹਿਗੁਰੂ ਦੇ ਦਰ ਤੇ ਅਗਲੇ ਜਹਾਨ, ਉੱਥੇ ਵਸਣਾ ਸੁਖਦਾਈ ਹੋਵੇਗਾ, ਸੁਖ ਵਾਲਾ ਵਸੇਬਾ ਹੋਵੇਗਾ ਅਗਲੀ ਦਰਗਾਹ ਅੰਦਰ। ਕੁਝ ਲੋਕ ਸੰਸਾਰ ਵਿੱਚ ਐਸੇ ਨੇ ਕਿ ਉਹ ਅਗਲੇ ਜਹਾਨ ਬਾਰੇ ਮੁਨਕਰ ਨੇ, ਅਗਲੇ ਜਹਾਨ ਦੀ ਹੋਂਦ ਤੋਂ ਮੁਨਕਰ, ਕਹਿੰਦੇ ਨਹੀਂ ਅੱਗੇ ਕੋਈ ਜਹਾਨ ਨਹੀਂ ਹੈ, ਕੋਈ ਨਰਕ ਸੁਰਗ ਅਗਲਾ ਜਹਾਨ ਪਰਲੋਕ ਹੈ ਨਹੀਂ। ਪਰ ਕਈ ਲੋਕ ਐਸੇ ਜੋ ਚੜ੍ਹਾਈ ਕਰਨ ਤੋਂ ਬਾਅਦ ਅਗਲੇ ਜਹਾਨ ਤੋਂ ਮੁੜ ਕੇ ਆਏ। ਇੱਕ ਮਸਕੀਨ ਜੀ ਨੇ ਵੀ ਬਚਨ ਦੱਸਿਆ ਤੇ ਉਹਦਾ ਨਾਂ ਸੀ ਬਿਸ਼ਨ ਸਿੰਘ, ਬਾਬਾ ਬਿਸ਼ਨ ਸਿੰਘ ਜਾਨੀ ਬਜ਼ੁਰਗ ਸਨ ਤੇ ਹਲਦਵਾਨੀ ਜਿਹੜਾ ਰਾਜਸਥਾਨ 'ਚ ਉੱਥੇ ਸਨ ਉਹ। ਤੇ ਚੜ੍ਹਾਈ ਕਰਨ ਤੋਂ ਬਾਅਦ ਉਹ 8 ਘੰਟਿਆਂ ਬਾਅਦ ਫਿਰ ਦੁਬਾਰਾ ਜਿਉਂਦੇ ਹੋਏ ਸੀ। ਤੇ ਇੱਕ ਕਿਤਾਬ ਵਿੱਚ ਉਹਨਾਂ ਬਾਰੇ ਲਿਖਿਆ ਹੋਇਆ ਸੀ। ਡਾਕਟਰ ਸਤਵੰਤ ਕੌਰ ਜੀ ਸਨ ਬੰਗਲੌਰ ਦੇ, ਉਹਨਾਂ ਨੇ ਉਹ ਘਟਨਾ ਲਿਖੀ ਸੀ। ਤੇ ਮਸਕੀਨ ਜੀ ਫਿਰ ਜਾ ਕੇ ਮਿਲੇ ਸਨ ਤਾਂ ਦੱਸਿਆ ਸੀ ਕਿ ਉਹ ਬਜ਼ੁਰਗ ਕਹਿੰਦੇ ਨੇ ਕਿ ਹੁਣ ਮਸਕੀਨ ਜੀ ਇਹਦੋਂ ਅੱਗੇ ਤੇ ਕੁਛ ਨਹੀਂ, ਮੈਂ ਤਾਂ ਇਸ ਦੁਨੀਆ ਤੋਂ ਜਾ ਚੁੱਕਾ ਸੀ ਤੇ ਅਗਲਾ ਜਹਾਨ ਵੇਖ ਆਇਆ, ਹੁਣ ਤੇ ਪੱਕਾ ਹੀ ਵਿਸ਼ਵਾਸ ਹਨ, ਹੁਣ ਤਾਂ ਨਹੀਂ ਨਾ ਕਿਸੇ ਦੀ ਗੱਲ 'ਚ ਮੈਂ ਆ ਸਕਦਾ। ਤੇ ਹੁਣ ਬਸ 8-9 ਘੰਟੇ ਰੋਜ਼ ਗੁਰਦੁਆਰਾ ਸਾਹਿਬ ਉਹ ਸੇਵਾ ਤੇ ਸਿਮਰਨ ਦੀ ਕਮਾਈ ਕਰਦਾ ਸੀ। ਸੋ ਇਸ ਪ੍ਰਕਾਰ ਹੋਰ ਵੀ ਇੱਕ ਮਿਸਾਲ, ਦਾਸ ਦਾ ਇੱਕ ਰਿਸ਼ਤੇਦਾਰ ਸੀ, ਦੂਰ ਦੀ ਥੋੜ੍ਹੀ ਰਿਸ਼ਤੇਦਾਰੀ ਸੀ, ਬਾਪੂ ਸੋਹਣ ਸਿੰਘ ਜੀ। ਤੇ ਉਹ ਸਾਡੇ ਇਲਾਕੇ 'ਚ ਸੀ, ਮਹਿਤੇ ਤੋਂ ਬਟਾਲਾ ਰੋਡ ਤੇ ਨੱਤ ਪਿੰਡ ਆ, ਉੱਥੇ ਉਹ ਬਜ਼ੁਰਗ ਰਹਿੰਦੇ ਸਨ। ਚੜ੍ਹਾਈ ਕਰਨ ਤੋਂ ਬਾਅਦ ਕਈ ਘੰਟਿਆਂ ਬਾਅਦ ਆਏ ਸੀ ਤੇ ਫਿਰ ਉਹਨਾਂ ਅਖੰਡ ਪਾਠ ਸਾਹਿਬ ਕਰਾਇਆ। ਤੇ ਅਖੰਡ ਪਾਠ ਸਾਹਿਬ ਦੇ ਭੋਗ ਵੇਲੇ ਉਹ ਮਾਈਕ ਫੜ ਕੇ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਉਹਨਾਂ ਦੱਸਿਆ ਸੀ ਕਿ ਉਹ 2 ਜਣੇ ਸੀ ਜਿਹੜੇ ਮੈਨੂੰ ਲੈ ਕੇ ਗਏ, ਕਾਲੇ ਦਾੜੇ ਸੀ ਉਹਨਾਂ ਦੇ ਤੇ ਚਿੱਟੇ ਬਸਤਰ ਸਨ। ਮੈਨੂੰ ਉਹਨਾਂ ਵਿੱਚ ਕਰ ਲਿਆ, ਇੱਕ ਅੱਗੇ ਇੱਕ ਪਿੱਛੇ ਹੋ ਗਿਆ। ਤੇ ਅੱਗੇ ਜਹਾਨ ਵਿੱਚ ਮੈਂ ਵੇਖਿਆ, ਅਗਲੇ ਜਹਾਨ ਬਹੁਤ ਕੁੱਟ ਮਾਰ ਪੈ ਰਹੀ ਸੀ, ਸਜ਼ਾਵਾਂ ਮਿਲ ਰਹੀਆਂ ਸੀ। ਇੱਕ ਉਹ ਵੀ ਸਨ ਭਗਤ ਲੋਕ ਜਿਹੜੇ ਬੜੇ ਸਤਿਕਾਰ ਨਾਲ ਜਾ ਰਹੇ ਸੀ। ਬਹੁਤ ਕੁਝ ਵੇਖਿਆ। ਤੇ ਫਿਰ
ਉੱਥੇ ਦੇ ਜਿਹੜੇ ਕੋਈ ਇੰਚਾਰਜ ਸੀ ਉਹਨਾਂ ਕਿਹਾ ਵੀ ਤੁਸੀਂ ਜਿਹੜੇ ਲੈਣ ਗਏ ਸੀ ਤੁਸੀਂ ਹੋਰ ਬੰਦਾ ਲੈ ਆਂਦਾ। ਇਹ ਬਟਾਲੇ ਤੋਂ ਅੰਮ੍ਰਿਤਸਰ ਰੋਡ ਤੇ ਇੱਕ ਢਡਿਆਲਾ ਨੱਤ ਪਿੰਡ ਆ, ਉੱਥੋਂ ਦਾ ਅਧਖੜ ਉਮਰ ਦਾ ਬੰਦਾ ਸੋਹਣ ਸਿੰਘ ਆ, ਉਹ ਲਿਆਉਣਾ। ਇਹਨੂੰ ਫਟਾਫਟ ਛੱਡ ਕੇ ਆਓ ਤੇ ਉਹਨੂੰ ਲੈ ਕੇ ਆਓ। ਤੇ ਜਿਸ ਵੇਲੇ ਇਹ ਜਿਉਂਦਾ ਹੋਇਆ ਸੀ ਬਾਪੂ ਸੋਹਣ ਸਿੰਘ, ਤੇ ਢਡਿਆਲਾ ਨੱਤ ਪਿੰਡ ਦਾ ਅਧਖੜ ਉਮਰ ਦਾ ਸੋਹਣ ਸਿੰਘ ਚੜ੍ਹਾਈ ਕਰ ਗਿਆ ਸੀ। ਉੱਥੋਂ ਪੜਤਾਲ ਕੀਤੀ ਸੀ ਜਾ ਕੇ। ਸੋ ਇਸ ਪ੍ਰਕਾਰ ਦੀ ਉਹ ਖੇਡ ਹੈ। ਸੂਖਮ ਸਰੀਰ ਨੂੰ ਲੈ ਕੇ ਜਾਂਦੇ ਹਨ ਉਹ। ਕਈਆਂ ਨੇ ਸਵਾਲ ਖੜਾ ਕੀਤਾ ਵੀ ਜਦੋਂ ਬੰਦਾ ਮਰ ਜਾਂਦਾ, ਇੱਥੇ ਉਹਦਾ ਸੰਸਕਾਰ ਹੋ ਜਾਂਦਾ, ਅੱਗ ਵਿੱਚ ਸਾੜਿਆ ਜਾਂਦਾ, ਤੇ ਫਿਰ ਸਜ਼ਾਵਾਂ ਕਿਹਨੂੰ ਮਿਲਦੀਆਂ? ਉਹ ਸੂਖਮ ਸਰੀਰ ਹੈ। ਸਾਨੂੰ ਤਾਂ ਗਿਆਨ ਐਸੇ ਸਰੀਰ ਦਾ ਹੀ ਹੈ ਨਾ ਜਿਹੜਾ ਸਥੂਲ ਸਰੀਰ ਹੱਡ ਚੰਮ ਦਾ ਦਿਸ ਰਿਹਾ, ਪਰ ਉਹ ਸੂਖਮ ਸਰੀਰ ਹੈ ਜਿਸ ਨੂੰ ਸਜ਼ਾਵਾਂ ਮਿਲਦੀਆਂ ਹਨ। ਸੋ ਇਸ ਪ੍ਰਕਾਰ ਹਜੂਰ ਕਹਿ ਰਹੇ ਨੇ ਕਿ ਇੱਥੇ ਮਾਤ ਲੋਕ ਤੇ ਜੇ ਖੱਟ ਕੇ ਲੈ ਚੱਲੋਗੇ ਨਾ ਵਾਹਿਗੁਰੂ ਦੇ ਨਾਮ ਦਾ ਲਾਹਾ ਲਾਭ ਹਰ ਭਗਤ ਹੈ, ਹਜੂਰ ਨੇ ਕਿਹਾ। ਸੋ ਇਸ ਪ੍ਰਕਾਰ ਲਾਭ ਲੈਹੋ ਹਰ ਹਿਰਦੈ ਅਰਾਧੋ, ਛੁਟ ਕੇ ਆਵਣ ਜਾਣੀ। ਸੋ ਇਸ ਪ੍ਰਕਾਰ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾਓਗੇ ਪ੍ਰਾਣ ਜਾਹਾਂਗੇ ਛੂਟ। ਜਦੋਂ ਪ੍ਰਾਣ ਹੀ ਨਿਕਲ ਗਏ ਫਿਰ ਪਛਤਾਵੇਂਗਾ। ਸੋ ਇਸ ਪ੍ਰਕਾਰ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਮਨੁੱਖਾ ਦੇਈ ਦਾ ਇਹੋ ਹੀ ਲਾਭ ਪ੍ਰਯੋਜਨ ਹੈ, ਲਾਭ ਹੈ। ਖੱਟ ਲਓ ਲਾਹਾ, ਇਹ ਸਾਨੂੰ ਬਾਰ-ਬਾਰ ਸਮਝਾ ਰਹੇ ਨੇ। ਜੇ ਖੱਟ ਲਓਗੇ ਤਾਂ ਆਗੇ ਬਸਨ ਸੁਹੇਲਾ, ਅੱਗੇ ਵਸਣਾ ਸੁਖਦਾਈ ਹੋਏਗਾ। ਔਦ ਘਟੈ ਦਿਨ ਸੁਰੈਣ ਆਰੇ, ਇਸ ਸਥੂਲ ਸਰੀਰ ਦੀ ਜੋ ਉਮਰ ਮੁਕਰਰ ਕੀਤੀ ਹੋਈ ਹੈ। ਕਿਆ ਪ੍ਰਵਾਸਾ ਇਸ ਭਾਂਡੇ ਕਾ, ਇਤਨੁਕ ਲੱਗੈ ਠਨਕਾ। ਇਹਦਾ ਕੋਈ ਭਰੋਸਾ ਹੈ? ਜਦੋਂ ਸਵਾਸ ਪੂਰੇ ਕਰ ਦਿੱਤੇ ਨਾ ਰੱਬ ਨੇ, ਸਮਾਂ ਹੋ ਗਿਆ, ਤੇ ਇੱਕ ਛੋਟਾ ਜਿਹਾ ਰੋਗ ਰੂਪੀ ਠੋਲਾ ਵੱਜਾ, ਠਣਕਾ ਵੱਜਾ, ਤੇ ਭਾਂਡਾ ਟੁੱਟ ਗਿਆ ਹੋ ਜਾਣਾ। ਇਹ ਮਿਥਿਆ ਕਾਚੀ ਗਗਰੀ, ਇਹ ਕੱਚੀ ਗਾਗਰ ਹੈ। ਕਾਚ ਗਗਰੀਆ ਅੰਬ ਮਜਰੀਆ, ਅੰਬ ਪਾਣੀ ਵਿੱਚ ਪਈ ਹੋਈ ਕੱਚੀ ਗਾਗਰ ਦੀ ਨਿਆਈ ਇਹ ਸਰੀਰ ਹੈ। ਕਾਲ ਰੂਪੀ ਪਾਣੀ ਦੇ ਅੰਦਰ ਇਹ ਕੱਚੀ ਗਾਗਰ ਰੱਖੀ ਹੋਈ ਹੈ। ਹਜੂਰ ਕਹਿੰਦੇ ਨੇ ਦਿਨ ਰਾਤ ਇਸ ਦੀ ਉਮਰ ਘਟਦੀ ਜਾ ਰਹੀ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨ ਜਨ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਵਿਚਾਰੀ ਇਹ ਸਮਝਦੀ ਮੇਰੇ ਪੁੱਤ ਦੀ ਉਮਰ ਵੱਡੀ ਹੋ ਰਹੀ ਹੈ, ਪੁੱਤ ਵੱਡਾ ਹੋ ਰਿਹਾ, ਪਰ ਇਹ ਗੱਲ ਨਹੀਂ ਜਾਣਦੀ ਕਿ ਦਿਨ ਤੇ ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ। ਜਦੋਂ ਅਜੇ ਸੂਰਜ ਦਿਖਾਈ ਨਹੀਂ ਦਿੰਦਾ ਉਦੋਂ ਹੀ ਦਿਨ ਦੀ ਉਮਰ ਹੁੰਦੀ ਹੈ 4 ਪਹਿਰ। ਜਦੋਂ ਸੂਰਜ ਦਿਖਾਈ ਦੇ ਦਿੰਦਾ ਤੇ ਦਿਨ 4 ਟੁਕੜਿਆਂ 'ਚ ਵੰਡਿਆ ਗਿਆ, 4 ਪਹਿਰ ਬਣ ਗਏ। ਪਹਿਰਾਂ ਤੋਂ ਬਾਅਦ ਫਿਰ ਮੰਨਿਆ ਜਾਂਦਾ ਵੀ ਇਹ ਪਹਿਲੇ ਪਹਿਰ ਦੀਆਂ ਇੰਨੀਆਂ ਘੜੀਆਂ ਬਤੀਤ ਹੋ ਗਈਆਂ। ਦਿਨ ਤੇ ਪਹਿਰ ਤੇ ਘੜੀਆਂ। ਇਸੇ ਤਰ੍ਹਾਂ ਜਦੋਂ ਮਾਂ ਦੇ ਗਰਭ ਦਾ ਕੋਰਸ ਪੂਰਾ ਹੋ ਗਿਆ, ਅਜੇ ਜਨਮ ਨਹੀਂ ਹੋਇਆ, ਉਦੋਂ ਹੀ ਉਮਰ ਪੂਰੀ ਸੀ। ਜਦੋਂ ਜਨਮ ਹੋ ਗਿਆ, ਸਵਾਸ ਚੱਲ ਪਏ, ਸਰੀਰ ਦੇ ਬਾਹਰ ਆ ਕੇ ਸਵਾਸ ਲੈਣ ਲੱਗ ਪਿਆ, ਤਾਂ ਉਮਰ ਘਟਣੀ ਸ਼ੁਰੂ ਹੋ ਗਈ। ਤੇ ਇਸ ਪ੍ਰਕਾਰ ਵਾਹਿਗੁਰੂ ਨੇ ਗਿਣ ਕੇ ਸਵਾਸ ਪਾਏ ਨੇ। ਜਦੋਂ ਇਹ ਸਵਾਸ ਪੂਰੇ ਹੋ ਗਏ ਉਸ ਵੇਲੇ ਇਹ ਸਰੀਰ ਨਹੀਂ ਰਹੇਗਾ। ਇਸ ਤਰ੍ਹਾਂ ਉਮਰ ਘਟਦੀ ਜਾ ਰਹੀ ਹੈ। ਜਨਮ ਵੇਲੇ ਪੂਰੀ ਸੀ ਜਿੰਨੀ ਵੀ ਵਾਹਿਗੁਰੂ ਨੇ ਬਖਸ਼ੀ ਸੀ, 10 20 50 100 ਸਾਲ ਜਿੰਨੀ ਵੀ ਹੈ ਸੀ। ਪਰ ਹੁਣ ਕਹਿੰਦੇ ਨੇ ਹਜੂਰ ਕਿ ਦਿਨ ਤੇ ਰਾਤ ਦੀ ਸੰਗਿਆ ਨਾਲ ਹਰ ਰੋਜ਼ ਹਰ ਰਾਤ ਨੂੰ ਉਮਰ ਘਟਦੀ ਜਾ ਰਹੀ। ਮਨ ਗੁਰਮਿਲ ਕਾਜ ਸਵਾਰੇ, ਹੇ ਮਨਾ, ਇਸ ਕਰਕੇ ਤੈਨੂੰ ਚਾਹੀਦਾ ਵੀ ਪੂਰੇ ਸਤਿਗੁਰੂ ਦੇ ਚਰਨਾਂ ਨਾਲ ਮਿਲ ਕੇ, ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ, ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣਾ ਕਾਜ ਸਵਾਰ ਲਾ। ਰਹਾਓ ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਨੇ, ਇਹੋ ਸੰਸਾਰ ਬੇਕਾਰ ਸੰਸੇ ਮੈਂ। ਜੇ ਕਹੇ ਵੀ ਜੋ ਕੁਝ ਸੰਸਾਰ ਕਰਦਾ ਮੈਂ ਵੀ ਇਹੋ ਕੁਝ ਕਰਨਾ, ਤਾਂ ਇਹ ਸਾਰਾ ਸੰਸਾਰ ਵਿਕਾਰਾਂ ਵਿੱਚ ਗਰਸਿਆ ਹੋਇਆ। ਇਹ ਸੰਸਾਰ ਵਿਕਾਰਾਂ ਦਾ ਰੂਪ ਹੀ ਬਣਿਆ ਹੋਇਆ, ਸੰਸੇ ਵਿੱਚ ਪਿਆ ਹੋਇਆ ਹੈ। ਜੰਮਣ ਮਰਨ ਦਾ ਸੰਸਾ ਸਹਿਮ ਤੌਖਲਿਆਂ ਵਿੱਚ ਪਿਆ ਹੋਇਆ। ਤਰਿਓ ਬ੍ਰਹਮ ਗਿਆਨੀ, ਵਿਰਲਾ ਟਾਵਾਂ ਕੋਈ ਬ੍ਰਹਮ ਗਿਆਨੀ ਹੈ। ਬ੍ਰਹਮ ਦਾ ਗਿਆਨ ਜਿਸ ਨੇ ਹਾਸਲ ਕੀਤਾ ਗੁਰੂ ਮਹਾਰਾਜ ਦੇ ਪਾਸੋਂ ਨਾਮ ਨਾਲ ਜੁੜ ਕੇ, ਉਹ ਬਾਬਾ ਬੁੱਢਾ ਜੀ ਵਰਗਾ ਗੁਰਮੁਖ ਤਰਿਆ ਹੈ ਸੰਸਾਰ ਤੋਂ, ਬਾਕੀ ਡੁੱਬ ਗਏ। ਇਹ ਵਿਕਾਰ ਤੇ ਸੰਸਿਆਂ ਦੇ ਵਿੱਚ ਸਾਰਾ ਸੰਸਾਰ ਗਰਸਿਆ ਹੋਇਆ, ਡੁੱਬ ਰਿਹਾ ਹੈ। ਤਰਿਆ ਹੈ ਕੋ ਵਿਰਲਾ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ।
ਸਾਰਾ ਸੰਸਾਰ ਸੁੱਤਾ ਹੋਇਆ, ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗਿਆ ਜਗਾਵੈ ਸੋਈ। ਸਿਮਰ ਸਿਮਰ ਗੁਰ ਸਤਿਗੁਰੇ ਆਪਣਾ, ਸੋਇਆ ਮਨ ਜਾਗਾਈ। ਮਨ ਸੁੱਤਾ ਹੋਇਆ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਵਿਕਾਰ ਦੀ ਭਾਵਨਾ ਨਾਲ ਬਾਕੀ ਬਗਾਨੇ ਰੂਪਾਂ ਨੂੰ ਦ੍ਰਿਸ਼ਟੀ ਭੈੜੀ ਨਾਲ ਤੱਕਣਾ, ਇਹ ਨੇਤਰਾਂ ਦਾ ਸੋਹਣਾ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਿਆ ਚੁਗਲੀ ਦੀਆਂ ਵਿਚਾਰਾਂ ਸੰਸਾਰ ਦੀਆਂ ਸੁਣਨ ਵਿੱਚ ਕੰਨ ਵੀ ਸੁੱਤੇ ਹੋਏ ਨੇ। ਦਾਸ ਦੇ ਨਗਰ ਦਾ ਗੁਆਂਢੀ ਨਗਰ ਹੈ ਇੱਕ, ਜ਼ਿਲ੍ਹਾ ਗੁਰਦਾਸਪੁਰ ਚ ਆਦੋ ਵਾਲੀ ਪਿੰਡ। ਉੱਥੇ ਇੱਕ ਮਾਤਾ ਜੀ ਸਨ, ਗੁਰੂ ਕੇ ਸ਼ਬਦ ਨਾਲ ਜੁੜੇ ਹੋਏ। ਪਤਾ ਨਹੀਂ ਕੀ ਪੂਰਬਲੇ ਉਹਨਾਂ ਦੇ ਕਰਮ ਸੀ, ਐਸਾ ਸੁਭਾਅ ਸੀ। ਇਸਤਰੀ ਜਾਮਾ ਹੋਣ ਦੇ ਬਾਵਜੂਦ ਵੀ ਉਹ ਮਾਤਾ ਜੀ ਨਾ ਕਿਸੇ ਦੀ ਚੁਗਲੀ ਤੇ ਨਾ ਕਿਸੇ ਦੀ ਨਿੰਦਿਆ ਕਰਦੇ ਸੀ। ਕੋਈ ਨਗਰ ਦੀ ਮਾਈ ਆਉਂਦੀ ਸੀ ਗੱਲਬਾਤ ਕਰਨ ਲਈ, ਜੇ ਕਿਸੇ ਦੀ ਗੱਲ ਸ਼ੁਰੂ ਕਰੇ ਚੁਗਲੀ ਆਦਿਕ ਨਿੰਦਿਆ, ਤਾਂ ਉਸੇ ਵੇਲੇ ਉਸ ਮਾਤਾ ਜੀ ਨੇ ਰੋਕ ਦੇਣਾ, ਬਸ ਭੈਣੇ ਆਪਣੀ ਗੱਲ ਕਰ ਕੋਈ, ਜਾਂ ਮੇਰੀ ਗੱਲ ਸੁਣ, ਜਾਂ ਰੱਬ ਦਾ ਨਾਮ ਲੈ, ਨਿੰਦਿਆ ਚੁਗਲੀ 'ਚ ਕੀ ਰੱਖਿਆ। ਔਰ ਆਪਣੀਆਂ ਨੂੰਹਾਂ ਧੀਆਂ ਨੂੰ ਵੀ ਰੋਕਦੇ ਸਨ ਮਾਤਾ ਜੀ। ਔਰ ਏਡੀ ਬਖਸ਼ਿਸ਼ ਵਾਲੇ ਸੀ, ਸਾਲ ਪਹਿਲਾਂ ਦੱਸ ਦਿੱਤਾ ਸੀ ਕਿ ਫਲਾਨੀ ਤਰੀਕ ਨੂੰ ਮੈਂ ਚੜ੍ਹਾਈ ਕਰਨੀ ਹੈ, ਇੱਕ ਵਰੇ ਨੂੰ। ਤੇ ਵੀ ਦੱਸਦਾ ਸੀ ਇੰਨੇ ਦਿਨ ਮੇਰੇ ਸਰੀਰ ਤੇ ਕਸ਼ਟ ਆਏਗਾ। ਉਸ ਦਾ ਬੇਟਾ ਦਾਸ ਦੇ ਨਾਲ ਅਸੀਂ ਇਕੱਠੇ ਅਖੰਡ ਪਾਠ ਸਾਹਿਬ ਕਰਦੇ ਰਹੇ ਹਾਂ। ਉਹਨੇ ਪੁੱਛ ਲਿਆ, ਹਰਜਿੰਦਰ ਸਿੰਘ ਨਾਂ ਉਹਨਾਂ ਦਾ, ਵੀ ਮਾਤਾ ਜੀ ਕਿਉਂ ਕਸ਼ਟ ਆਉਣਾ। ਤਾਂ ਮਾਤਾ ਜੀ ਕਹਿਣ ਲੱਗੇ ਵੀ ਗੁਰੂ ਮਹਾਰਾਜ ਨੇ ਮੈਨੂੰ ਇਹ ਸੋਝੀ ਬਖਸ਼ੀ ਹੈ, ਦਰਸ਼ਨ ਦਿੱਤੇ ਕਲਗੀਧਰ ਪਾਤਸ਼ਾਹ ਨੇ, ਵੀ ਪੂਰਬਲਾ ਕੋਈ ਕਰਮ ਐਸਾ ਹੈ, ਉਸ ਕਰਕੇ ਚੜ੍ਹਾਈ ਕਰਨ ਵੇਲੇ ਕਸ਼ਟ ਆਏਗਾ। ਜੇ ਤਾਂ ਨਹੀਂ ਕਸ਼ਟ ਝੱਲਣਾ ਤਾਂ ਇੱਕ ਜਨਮ ਹੋਰ ਹੋਵੇਗਾ, ਤੇ ਜੇ ਇਹ ਨਿਬੇੜਨਾ ਤੇ ਫਿਰ ਚੜ੍ਹਾਈ ਕਰਨ ਤੋਂ ਪਹਿਲਾਂ ਇੰਜ ਕੁਝ ਦਿਨ ਕਸ਼ਟ ਆਵੇਗਾ। ਤਾਂ ਮੈਂ ਬੇਨਤੀ ਕਰ ਦਿੱਤੀ, ਜੀ ਗੁਰੂ ਮਹਾਰਾਜ ਸਰੀਰ ਤੇ ਕਸ਼ਟ ਆਏਗਾ, ਸਰੀਰ ਤਾਂ ਰਹਿਣਾ ਹੀ ਨਹੀਂ। ਕਸ਼ਟ ਆਏ ਜਾਂ ਨਾ ਆਏ ਫਿਰ ਵੀ ਸਰੀਰ ਤਾਂ ਖਤਮ ਹੋਣਾ ਹੀ ਹੈ। ਤਾਂ ਮਹਾਰਾਜ ਮੈਂ ਨਹੀਂ ਚਾਹੁੰਦੀ ਹੋਰ ਮੇਰਾ ਜਨਮ ਹੋਵੇ, ਕਿਤੇ ਕੁਸੰਗ ਵਿੱਚ ਚਲੇ ਗਏ, ਤੁਹਾਡੇ ਚਰਨਾਂ ਨਾਲੋਂ ਵਿਛੜ ਜਾਵਾਂਗੇ। ਹੁਣ ਤਾਂ ਤੁਸੀਂ ਬਖਸ਼ਿਸ਼ ਕੀਤੀ ਹੋਈ ਆ, ਤੇ ਮਹਾਰਾਜ ਸਿੱਖੀ ਨਿਭ ਜਾਏ ਤੇ ਕਸ਼ਟ ਝੱਲਣ ਦੀ ਸਮਰੱਥਾ ਦੇ ਦਿਓ, ਸਿੱਖੀ ਆਪਣੀ ਨਿਭਾ ਲਿਓ ਬਖਸ਼ਿਸ਼ ਕਰਕੇ। ਤਾਂ ਸਤਿਗੁਰਾਂ ਨੇ ਕਿਹਾ 13 ਦਿਨ ਕਸ਼ਟ ਆਵੇਗਾ ਪਰ ਤੂੰ ਝੱਲ ਜਾਏਂਗੇ, ਮਤਲਬ ਜ਼ਿਆਦਾ ਦੁੱਖ ਮਹਿਸੂਸ ਨਹੀਂ ਹੋਵੇਗਾ। ਤੇ ਠੀਕ ਇਸੇ ਤਰ੍ਹਾਂ ਇੰਜ ਪ੍ਰਤੀਤ ਹੁੰਦਾ ਸੀ ਕਿ ਮਾਤਾ ਜੀ ਬੇਹੋਸ਼ ਹੋ ਗਏ। ਤੇ 13 ਦਿਨਾਂ ਬਾਅਦ, ਜਿੰਨੇ ਦਿਨ ਉਹਨਾਂ ਨੂੰ ਦੱਸੇ ਸੀ 13 ਜਾਂ ਸ਼ਾਇਦ 17, ਉਹਨੇ ਦਿਨਾਂ ਬਾਅਦ ਹੀ ਜਿਹੜੀ ਤਰੀਕ ਦੱਸੀ ਸੀ ਉਸ ਤਰੀਕ ਨੂੰ ਸਰੀਰ ਸ਼ਾਂਤ ਹੋ ਗਿਆ, ਚੜ੍ਹਾਈ ਕਰ ਗਏ। ਇਸ ਪ੍ਰਕਾਰ ਇਹ ਲਾਭ ਖੱਟਿਆ ਉਹਨਾਂ ਨੇ। ਜਾਗ ਪਿਆ ਮਨ ਵਾਹਿਗੁਰੂ ਦੇ ਸ਼ਬਦ ਨਾਲ, ਗੁਰੂ ਕੀ ਬਾਣੀ ਨਾਲ, ਮਹਾਰਾਜ ਸਾਹਿਬ ਦੇ ਨਾਮ ਨਾਲ ਜੁੜਿਆ ਹੋਇਆ ਮਨ ਸੋਇਆ ਮਾਇਆ ਬਿਸ। ਨੈਨੋ ਦ੍ਰਿਸ਼ਟ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਿਆ ਚੁਗਲੀ ਵਿੱਚ ਬੜਾ ਤਤਪਰ ਰਹਿੰਦਾ ਮਨ, ਕੰਨਾਂ ਦੁਆਰਾ ਬੜਾ ਕੁਝ ਸੁਣਦਾ ਤੇ ਜ਼ਬਾਨ ਤੋਂ ਸਾਨੂੰ ਮਨ ਹੀ ਸਾਥੋਂ ਬੁਲਾਉਂਦਾ। ਪਰ ਵਾਹਿਗੁਰੂ ਦਾ ਨਾਮ ਬੋਲਣ ਵੇਲੇ ਇਹ ਜ਼ਬਾਨ ਨੂੰ ਵੀ ਮੌਤ ਪੈਂਦੀ, ਕੰਨ ਸੁਣਨਾ ਨਹੀਂ ਚਾਹੁੰਦੇ। ਔਰ ਹਜ਼ੂਰ ਕਹਿੰਦੇ ਨੇ ਰਸਨਾ ਸੋਈ ਲੋਭ ਮਿੱਠਾ ਸਾਧ। ਰਸਨਾ ਜ਼ਬਾਨ, ਸਵਾਦੀਕ ਜਿਹੜੇ ਪਦਾਰਥ ਮਿੱਠੇ, ਕੌੜੇ, ਕਸੈਲੇ, ਖੱਟੇ, ਚਟਪਟੇ, ਸਲੂਣੇ ਆਦਿਕ, ਇਹਨਾਂ ਦੇ ਸਵਾਦਾਂ ਵਿੱਚ ਵੀ ਇਹਨੂੰ ਬੜੇ ਮਿੱਠੇ ਲੱਗਦੇ ਨੇ। ਇਹਨਾਂ ਦੇ ਸਵਾਦਾਂ 'ਚ ਲੋਭ 'ਚ ਪਈ ਹੋਈ ਰਸਨਾ ਵੀ ਸੁੱਤੀ ਪਈ ਹੈ। ਮਨ ਸੋਇਆ ਮਾਇਆ ਬਿਸਮਾਦ। ਮਨ ਮਾਇਆ ਦੇ ਬਿਸਮਾਦ, ਹੈਰਾਨੀਜਨਕ ਕੌਤਕਾਂ ਵਿੱਚ ਬੜਾ ਹੈਰਾਨ ਹੋ ਰਿਹਾ ਕੌਤਕ ਵੇਖ ਕੇ ਮਾਇਆ ਦੇ। ਇਸ ਤਰ੍ਹਾਂ ਮਨ ਸੁੱਤਾ ਹੋਇਆ, ਸਾਰੀ ਮਾਇਆ ਹੀ ਪਸਰੀ ਹੋਈ ਹੈ ਜਿਹਦੇ ਵਿੱਚ ਮਨ ਖਚਤ ਹੋ ਰਿਹਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹਿ। ਮੇਰੇ ਇਲਾਕੇ 'ਚ ਇੱਕ ਬਜ਼ੁਰਗ ਸਨ ਤੇ ਉਹਨਾਂ ਨੇ ਕਈ ਵਾਰੀ ਮੈਨੂੰ ਰੋਕ ਲੈਣਾ ਤੇ ਕਹਿਣਾ, ਦਲਜੀਤ ਸਿੰਘਾ, ਲੋਕ ਰੰਗ ਤਮਾਸ਼ੇ ਵੇਖਣ ਸ਼ਹਿਰਾਂ ਨੂੰ ਜਾਂਦੇ ਆ, ਸਿਨੇਮੇ ਵੇਖਣ, ਪੈਸੇ ਖਰਚ ਕੇ ਵੇਖਦੇ ਨੇ। ਮੈਂ ਕਿਹਾ ਜੀ ਹਾਂ। ਕਹਿਣ ਲੱਗੇ ਆ ਵੀ ਸਾਰਾ ਤਮਾਸ਼ਾ ਹੀ ਆ, ਜਗਤ ਇਹੋ ਹੀ ਵੇਖੀ ਜਾਣ, ਤਮਾਸ਼ੇ ਵੇਖਣ ਦੀ, ਫਿਲਮਾਂ ਵੇਖਣ ਦੀ ਕੀ ਲੋੜ ਆ। ਇਹ ਵੀ ਤਾਂ ਫਿਲਮਾਂ ਹੀ ਚੱਲ ਰਹੀਆਂ ਨੇ, ਹੈ ਤਾਂ ਤਮਾਸ਼ਾ, ਰਹਿਣਾ ਤਾਂ ਹੈ ਨਹੀਂ। ਸੋ ਇਸ ਪ੍ਰਕਾਰ ਮੈਂ ਕਹਿਣਾ ਜੀ ਹਾਂ ਬਿਲਕੁਲ ਸਹੀ ਹੈ। ਪਰ ਅੱਖੀਂ ਵੇਖ ਨਾ ਰੱਜੀਆਂ ਉਹ ਰੰਗ ਤਮਾਸ਼ੇ। ਮਨ ਹੀ ਵੇਖਦਾ ਅੱਖਾਂ ਵਿੱਚ ਦੀ ਹੋਰ ਤਮਾਸ਼ੇ ਜ਼ਿਆਦਾ ਵੇਖਣਾ ਚਾਹੁੰਦਾ। ਜੋ ਵੇਖ ਲੈਂਦਾ ਉਧਰੋਂ ਮਨ ਭਰ ਜਾਂਦਾ, ਫਿਰ ਕਹਿੰਦਾ ਹੋਰ ਵੇਖਾਂ। ਇਸ ਪ੍ਰਕਾਰ ਅੱਖੀਂ ਵੇਖ ਨਾ ਰੱਜੀਆਂ ਉਹ ਰੰਗ ਤਮਾਸ਼ੇ, ਉਸ ਤੋਂ ਰਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਵ ਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ।
ਰੱਜ ਨਾ ਕੋਈ ਜੀਵਿਆ ਕੂੜੈ ਪ੍ਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਅਸਲੀ ਰਾਸ ਪੂੰਜੀ ਜਿਹੜੀ ਪੀਰ ਗੁਰਾਂ ਦੇ ਚਰਨਾਂ ਨਾਲ ਮੁਰੀਦਾਂ ਦੀ ਪਿਰਹੜੀ ਪ੍ਰੀਤ ਹੈ, ਇਹ ਸੱਚੀ ਰਹੁ ਰੀਤ, ਇਹ ਸੱਚੀ ਰਾਸ ਪੂੰਜੀ ਹੈ ਜੋ ਨਾਲ ਨਿਭਣ ਵਾਲੀ ਹੈ। ਇਸ ਤਰ੍ਹਾਂ ਹਜੂਰ ਕਹਿੰਦੇ ਨੇ ਕਿ ਇਹ ਸੰਸਾਰ ਵਿਕਾਰ ਸੰਸੇ, ਮੈਂ ਵਿਕਾਰਾਂ 'ਚ ਤੇ ਸੰਸਿਆਂ 'ਚ ਰੁੜਿਆ ਪਿਆ ਇਹ ਸੰਸਾਰ। ਤਰਿਓ ਬ੍ਰਹਮ ਗਿਆਨੀ, ਤਰ ਗਿਆ ਹੈ ਬ੍ਰਹਮ ਗਿਆਨੀ, ਪਰ ਜਿਸੇ ਜਗਾਏ ਪੀ ਆਵੈ ਇਹ ਰਸ। ਕੀ ਵਸ ਹੈ ਇਸ ਜੀਵ ਦੇ, ਜਿਸ ਨੂੰ ਇਸ ਦੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਵਾਹਿਗੁਰੂ ਜਗਾ ਦਿੰਦਾ ਹੈ ਤੇ ਪਿਆ ਦਿੰਦਾ ਹੈ ਇਹ ਆਪਣੇ ਨਾਮ ਦਾ ਰਸ। ਅਕਥ ਕਥਾ ਤਿਨ ਜਾਨੀ, ਅਕਥ ਜੋ ਪ੍ਰਮਾਤਮਾ ਪੂਰਨ ਤੌਰ ਤੇ ਕਥਿਆ ਨਹੀਂ ਜਾ ਸਕਦਾ, ਜਿਸ ਦੀ ਕਥਾ ਅਕਥ ਹੀ ਰਹੇਗੀ। ਕਦੋਂ ਤੋਂ ਸ੍ਰਿਸ਼ਟੀ ਸਾਜੀ ਆ ਉਦੋਂ ਤੋਂ ਲੈ ਕੇ ਕਥਨ ਕਰਨ ਵਾਲੇ ਕਥ ਦੇ ਯਾਰ, ਤੇ ਜਦੋਂ ਸ੍ਰਿਸ਼ਟੀ ਸਮਾਪਤ ਹੋ ਜਾਏਗੀ, ਸ੍ਰਿਸ਼ਟੀ ਤਾਂ ਮੁੱਕ ਜਾਏ ਪਰ ਵਾਹਿਗੁਰੂ ਦੀ ਕਥਾ ਨਹੀਂ ਮੁੱਕੇਗੀ। ਅਕਥ ਹੀ ਕਥਾ ਹੈ, ਅਕਥਾ ਹਰ ਅਕਥ ਕਥਾ ਕਹਿ ਜਾਏ ਨਾ ਜਾਣੀ ਰਾਮ। ਐਸੀ ਅਕਥ ਦੀ ਕਥਾ ਉਹਨਾਂ ਨੇ ਕਰਨੀ ਜਾਣੀ ਹੈ ਜਿਨ੍ਹਾਂ ਨੂੰ ਇਹ ਨਾਮ ਦਾ ਰਸ ਪਿਆ ਦਿੱਤਾ। ਉਹ ਵਾਹਿਗੁਰੂ ਦੀ ਅਸਲੀ ਕਥਾ ਉਹ ਉਚਾਰਨ ਕਰਦੇ ਨੇ। ਅਕਥ ਪਰਮਾਤਮਾ ਦੀ ਕਥਾ, ਉਹਦੀ ਭਾਵ ਮਹਿਮਾ ਵਡਿਆਈਆਂ ਨੂੰ ਉਹਨਾਂ ਨੇ ਜਾਣਿਆ। ਜਾ ਕਉ ਆਏ ਸੋਈ ਬਿਹਾਜਾ ਹੋ, ਜਿਸ ਵਸਤੂ ਦੀ ਖਰੀਦਦਾਰੀ ਕਰਨ ਵਾਸਤੇ ਤੁਸੀਂ ਆਏ ਹੋ ਉਸੇ ਵਸਤੂ ਦਾ ਵਿਹਾਜ ਵਪਾਰ ਕਰੋ, ਉਹੀ ਚੀਜ਼ ਖਰੀਦੋ। ਅਸੀਂ ਇੱਥੇ ਆਏ ਹਾਂ, ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹੱਟ ਹੋਵਾ ਵਪਾਰ, ਇਹ ਹੱਟੀਆਂ ਖੁੱਲੀਆਂ ਹੋਈਆਂ ਇਸ ਦਾ ਸੰਸਾਰ ਹੈ, ਤੇ ਜਿੰਨੇ ਜੀਵ ਆਏ ਵਣਜਾਰੇ ਵਪਾਰੀ ਨੇ, ਤੇ ਜੋ ਪਹੁੰਚਿਆ ਸੋ ਚੱਲਣਹਾਰ। ਜੋ ਵੀ ਇੱਥੇ ਆਇਆ ਹੈ ਉਹ ਚੱਲਣਹਾਰ, ਇੱਥੋਂ ਚਲੇ ਜਾਣਾ। ਤੇ ਜੇ ਇੱਥੇ ਰਹਿਣਾ ਹੋਵੇ ਫਿਰ ਤੇ ਇੱਥੋਂ ਵਾਸਤੇ ਸਾਰਾ ਕੁਝ ਕਰੀਏ। ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁੜ ਦੁਨੀਆ ਆਈ ਹੈ। ਜਦੋਂ ਕਾਰੂ ਬਾਦਸ਼ਾਹ ਕੋਲ ਹਜ਼ੂਰ ਗੁਰੂ ਨਾਨਕ ਸਾਹਿਬ ਗਏ ਤੇ ਉੱਥੇ ਜੋ ਬਚਨ ਸਿੱਖਿਆਦਾਇਕ ਕਹੇ, ਉਹਨਾਂ ਨੂੰ ਲਿਖਾਰੀਆਂ ਨੇ ਨਸੀਹਤਨਾਮੇ ਦਾ ਨਾਮ ਦਿੱਤਾ, ਦਮੜਾ ਤਿਸੀ ਕਾ ਜੋ ਖਰਚੇ ਵਾ ਖਾਏ। ਮਾਰੇ ਕਹਿੰਦੇ ਦਮੜਾ ਤੇ ਉਹਦੇ ਕੰਮ ਦਾ ਨਾ ਜਿਹੜਾ ਖਰਚ ਕਰੇ ਤੇ ਖਾਏ ਤੇ ਹੋਰਾਂ ਨੂੰ ਵੰਡੇ। ਦੇਵੈ ਦਿਲਾਵੈ ਰਜਾਵੈ ਖੁਦਾਏ, ਜੇ ਪ੍ਰਮਾਤਮਾ ਦੇ ਭਰੋਸਾ ਰੱਖੇ ਤੇ ਪ੍ਰਮਾਤਮਾ ਦਿੰਦਾ ਹੈ, ਦਵਾਉਂਦਾ ਹੈ, ਰਜਾ ਦਿੰਦਾ ਜੀਵ ਨੂੰ। ਦੇਵੈ ਦਿਲਾਵੈ ਰਜਾਵੈ ਖੁਦਾਏ, ਹੋਤਾ ਨਾ ਰੱਖੈ, ਕੋਲ ਹੁੰਦੇ ਹੋਏ ਫਿਰ ਲਕਾ ਲਕਾ ਨਾ ਰੱਖੇ ਤੇ ਵਰਤਣਾ ਹੀ ਨਹੀਂ, ਇਹਨਾਂ ਕੰਜੂਸੀ ਕਰੇ। ਅਕੇਲਾ ਨਾ ਖਾਏ, ਇਕੱਲਾ ਹੀ ਨਾ ਖਾਏ ਚੋਰੀ ਚੋਰੀ। ਹੋਤਾ ਨਾ ਰੱਖਿਆ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਵਹੀ ਪਿਸ਼ਤ ਜਾਏ। ਦਿਲ ਵਿੱਚ ਇਹ ਤਹਿਕੀਕਾਰ ਨਿਸ਼ਚੇ ਕਰਕੇ ਗੱਲ ਜਾਣ ਲਵੇ ਤਾਂ ਫਿਰ ਉਹ ਪਿਸ਼ਤ ਨੂੰ, ਭਾਵ ਸਵਰਗ ਨੂੰ, ਰੱਬ ਦੇ ਦਰ ਤੇ ਦਰਗਾਹ 'ਚ ਸੁਰਖਰੂ ਹੋ ਕੇ ਜਾਂਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਅਸਲ ਧਨ ਜਿਹੜਾ ਹੈ ਉਹ ਵਾਹਿਗੁਰੂ ਜੀ ਦਾ ਨਾਮ ਦਾ ਹੈ। ਗੁਰਮੁਖ ਪਿਆਰਿਆਂ ਨੇ ਸੰਤੀ ਹਰ ਨਾਮ ਧਨ ਖਟਿਆ, ਉਹਨਾਂ ਦੇ ਇਹ ਕੰਮ ਆਵੇਗਾ। ਪਰ ਜਿਹੜੇ ਬਾਕੀ ਲੋਕ ਹਨ ਉਹ ਜੋ ਕੁਝ ਉਹਨਾਂ ਖਟਿਆ ਕਮਾਇਆ ਇੱਥੇ ਹੀ ਸਾਥ ਛੱਡ ਜਾਏਗਾ, ਜਾਣ ਲੱਗਿਆ ਕੁਝ ਵੀ ਨਾਲ ਨਹੀਂ ਜਾਏਗਾ। ਜਾ ਕਉ ਆਏ, ਜਿਸ ਧਨ ਦਾ ਵਪਾਰ ਕਰਨ ਲਈ, ਜਿਸ ਖਰੀਦਦਾਰੀ ਕਰਨ ਲਈ, ਜਿਸ ਦਾ ਵਿਹਾਜ ਕਰਨ ਲਈ ਆਏ ਸੀ, ਉਹ ਵਿਹਾਜੋ ਖਰੀਦੋ। ਹਰ ਗੁਰ ਤੇ ਮਨਿ ਬਸੇਰਾ, ਗੁਰਾਂ ਦੁਆਰਾ ਹਰੀ ਪ੍ਰਮਾਤਮਾ ਦਾ ਮਨ ਵਿੱਚ ਵਾਸਾ ਹੁੰਦਾ। ਗੁਰਾਂ ਦੀ ਸ਼ਰਨ ਤੋਂ ਬਗੈਰ ਵਾਹਿਗੁਰੂ ਜੀ ਦੇ ਨਾਮ ਦਾ ਮਨ ਵਿੱਚ ਵਸੇਰਾ ਨਹੀਂ ਹੁੰਦਾ। ਇਹ ਕਰਨ ਆਏ ਸੀ, ਇਹ ਸੌਦਾ ਖਰੀਦਣ ਆਏ ਸੀ। ਇਹ ਸੌਦਾ ਗੁਰਮੁਖ ਨੇ ਵਿਰਲੇ ਪਾਇਆ, ਕਿਸੇ ਵਿਰਲੇ ਗੁਰਮੁਖ ਨੇ ਇਹ ਸੌਦਾ ਖਰੀਦਿਆ ਹੈ। ਗੁਰੂ ਮਹਾਰਾਜ ਨੂੰ ਤਨ ਮਨ ਧਨ ਅਰਪਣ ਕਰਕੇ ਸਤਿਗੁਰਾਂ ਦੇ ਪਾਸੋਂ ਧੰਨ ਧੰਨ ਸੋ ਗੁਰਸਿੱਖ ਕਹੀਆ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਹਜੂਰ ਕਹਿੰਦੇ ਨੇ ਨਿਜ ਘਰ, ਆਪਣੇ ਘਰ 'ਚ ਬੈਠੇ ਹੋਏ ਮਹਿਲ ਪਾਵੋ, ਜੋ ਸਰੂਪ ਰੂਪੀ ਮਹੱਲ ਹੈ ਉਸ ਦੀ ਪ੍ਰਾਪਤੀ ਕਰੋ। ਵਾਹਿਗੁਰੂ ਦਾ ਮਹੱਲ ਪ੍ਰਾਪਤ ਕਰ ਲਵੋਗੇ। ਨਿਜ ਘਰ ਸਰੀਰ ਹਿਰਦਾ, ਸਰੀਰ ਤੇ ਸਰੀਰ ਦੇ ਅੰਦਰ ਘਰ ਹੈ। ਜਿਵੇਂ ਬਚਨ ਹੈ ਘਰ ਮੈਂ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਘਰ ਸਰੀਰ, ਘਰ ਅੰਦਰ ਹਿਰਦਾ, ਹਿਰਦੇ ਦੇ ਅੰਦਰ ਘਰ ਸਰੂਪ ਦਾ ਗਿਆਨ। ਸੋ ਇਸ ਪ੍ਰਕਾਰ ਆਪਣਾ ਨਿਜ ਘਰ ਮਹੱਲ ਜਿਹੜਾ ਸਰੂਪ ਦਾ ਗਿਆਨ ਹੈ ਇਹ ਪ੍ਰਾਪਤ ਕਰ ਲਵੋਗੇ। ਸੁਖ ਸਹਿਜੇ, ਸੁਖ ਪੂਰਵਕ ਤੇ ਸਹਿਜੇ ਮਾਨਸਿਕ ਅਡੋਲਤਾ ਦੁਆਰਾ, ਮਨ ਦੀ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੋਵੇਗੀ। ਸਹਿਜੇ ਸੁਭਾਵਕ ਹੀ ਉਸ ਮਹਿਲਾਂ ਦਾ ਸੁਖ ਪ੍ਰਾਪਤ ਹੋਵੇਗਾ।
ਬਹੁ ਰੰਨਾ ਹੋਏਗੋ ਫੇਰਾ। ਜੇ ਇਸ ਅਵਸਥਾ 'ਚ ਕੋਈ ਪਹੁੰਚ ਗਿਆ ਤੇ ਬਹੁਰੋਂ ਦੁਬਾਰਾ ਉਸ ਦਾ ਫੇਰਾ ਨਹੀਂ ਹੋਵੇਗਾ। ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੇ ਕਾ ਹੁਕਮੈ ਬੁੱਝ ਸਮਾਵਹਿਗੇ। ਜਿਵੇਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਲਸੀਆਂ ਨਗਰ ਤੋਂ ਸੋਲਨ ਨੂੰ ਤਿਆਰ ਹੋਏ ਜਾਣ ਲਈ, ਤੇ ਪ੍ਰੇਮੀਆਂ ਘਰ ਵਾਲਿਆਂ ਨੇ ਬੇਨਤੀ ਕਰਕੇ ਪੁੱਛਿਆ, ਨਗਰ ਨਿਵਾਸੀਆਂ ਨੇ ਇਕੱਠਿਆਂ ਹੋ ਗਏ, ਜੀ ਫਿਰ ਕਦੋਂ ਆਓਗੇ? ਤਾਂ ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਹੁਣ ਸਾਡੇ ਸਰੀਰ ਦਾ ਅੰਤ ਹੋ ਜਾਣਾ, ਅਸੀਂ ਵਾਹਿਗੁਰੂ ਦੇ ਦੇਸ਼ ਜਾ ਰਹੇ ਹਾਂ। ਕਹਿਣ ਲੱਗੇ ਬਹੁਰ ਹਮ ਕਾਹੇ ਆਵਾਂਗੇ, ਔਰ ਨਾਲ ਸ਼ਬਦ ਪੜ੍ਹਾਇਆ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਔਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਖੜੇ ਸੀ, ਕਹਿੰਦੇ ਆਓ ਮਹਾਂਪੁਰਸ਼ੋ ਲੈ ਚੱਲੀਏ। ਹੱਸ ਕੇ ਕਹਿਣ ਲੱਗੇ ਤੁਸੀਂ ਚਲੋ, ਅਸੀਂ ਪਿੱਛੇ ਆ ਰਹੇ ਹਾਂ। ਸੋ ਇਸ ਪ੍ਰਕਾਰ ਇਉਂ ਰੱਬ ਦੇ ਪਿਆਰਿਆਂ ਨੇ ਜਦੋਂ ਇਹ ਦਾਤ ਪ੍ਰਾਪਤ ਕਰ ਲਈ ਤੇ ਬਹੁਰ ਨਾ ਹੋਏਗੋ ਫੇਰਾ, ਦੁਬਾਰਾ ਫਿਰ ਫੇਰਾ ਨਹੀਂ ਹੋਏਗਾ। ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ। ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਹੋਏ ਨੇ ਉਹਨਾਂ ਬਾਰੇ ਇਹ ਭਾਵਨਾ ਕਿ ਹੇ ਵਾਹਿਗੁਰੂ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ ਪ੍ਰਮਾਤਮਾ, ਜੋ ਜਾਮੇ ਦੇ ਅੰਦਰ ਆ ਉਸ ਨੂੰ ਤੁਸੀਂ ਜਾਣਦੇ ਹੋ। ਪੁਰਖ ਪੂਰਨ ਵਿਦਾਤੇ, ਕਰਮਾਂ ਦਾ ਫਲ ਲਿਖਣ ਵਾਲੇ, ਮਸਤਕ ਤੇ ਲੇਖ ਲਿਖਣ ਵਾਲੇ, ਫਲ ਭੁਗਤਾਉਣ ਵਾਲੇ ਵਾਹਿਗੁਰੂ, ਮੇਰੇ ਮਨ ਦੀ ਇੱਕ ਸ਼ਰਧਾ ਹੈ, ਉਹ ਤੁਸੀਂ ਪੂਰੀ ਕਰੋ। ਸ਼ਰਧਾ ਭਾਵਨੀ ਉਹ ਤੁਸੀਂ ਪੂਰੀ ਕਰੋ। ਕੀ ਹੈ ਜੀ? ਨਾਨਕ ਦਾਸ ਇਹ ਸੁਖ ਮੰਗੈ। ਇਹ ਤੁਹਾਡਾ ਦਾਸ ਇਹੋ ਹੀ ਸੁਖ ਮੰਗਦਾ ਤੁਹਾਡੇ ਦਰ ਤੋਂ, ਵੱਡਾ ਸੁਖ। ਮੋਕਉ ਕਰ ਸੰਤਨ ਕੀ ਧੂਰੇ। ਜਿਹੜੇ ਤੇਰੇ ਸੰਤ ਜਨ ਹਨ, ਤੇਰੇ ਭਗਤ ਹਨ, ਤੇਰੇ ਭਗਤ, ਦੁਨੀਆ ਦੇ ਭਗਤ ਨਹੀਂ। ਦੁਨੀਆ 'ਚ ਵਿਖਾਵਾ ਕਰ ਲੈਣਾ ਹੋਰ ਗੱਲ ਹੈ, ਤੇ ਵਾਹਿਗੁਰੂ ਦੇ ਅਸਲੀ ਸੰਤ ਭਗਤ ਬਣਨਾ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੁੰਦਾ। ਸਾਧ ਰੂਪ ਆਪਣਾ ਤਨ ਧਾਰਿਆ, ਮੰਨੋ ਕਿ ਵਾਹਿਗੁਰੂ ਸਾਧੂ ਦਾ ਤਨ ਧਾਰ ਕੇ ਸੰਸਾਰ ਦੇ ਵਿੱਚ ਰਿਹਾ। ਦਾਸ ਇਹ ਸੁਖ ਮੰਗਦਾ ਕਿ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਬਣਾ ਲਾ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਜਾਤ ਕੁਲੀਨ ਸੇਵਕ ਜੇ ਹੋਏ, ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਮੈਂ ਜੁੱਤੀ ਬਣ ਜਾਵਾਂ ਤੇ ਉਹ ਪੈਰੀ ਹੰਡਾਵੇ, ਸਨਾਤ ਜਾਤੀ 'ਚ ਵੀ ਤੇਰਾ ਭਗਤ ਪੈਦਾ ਹੋਇਆ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਬਚਨ ਬਾਣੀ ਵਿੱਚ ਐਸੇ ਕੀਤੇ ਹਨ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੈ, ਹਉ ਕਾਟੋਂ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ੍ਹ ਜਾਵੈ। ਸੋ ਇਸ ਪ੍ਰਕਾਰ ਦੇ ਬਹੁਤ ਬਚਨ ਹਨ ਗੁਰੂ ਕੀ ਬਾਣੀ ਅੰਦਰ। ਰੱਬ ਦੇ ਪਿਆਰਿਆਂ ਦੀ ਮਹਿਮਾ, ਕਿਉਂਕਿ ਉਹਨਾਂ ਦੇ ਹਿਰਦੇ 'ਚ ਨਾਮ ਹੈ, ਤੇ ਉਸ ਨਾਮ ਕਰਕੇ ਉਹਨਾਂ ਦੇ ਪ੍ਰਤੀ ਐਸੀ ਭਾਵਨਾ ਕਿ ਵਾਹਿਗੁਰੂ ਜੀ ਇਹ ਸਾਡੇ ਤੇ ਕਿਰਪਾ ਕਰੋ, ਸਾਡੀ ਇਹ ਭਾਵਨਾ ਪੂਰੀ ਕਰੋ ਕਿ ਇਹ ਤੁਹਾਡਾ ਦਾਸ ਤੁਹਾਡੇ ਦਰ ਤੋਂ ਇਹੋ ਹੀ ਇੱਕ ਸੁਖ ਮੰਗਦਾ ਹੈ ਕਿ ਮੈਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ ਬਣਾ ਲਾ। ਇਹ ਹੈ ਸੋਹਲਾ ਸਾਹਿਬ ਬਾਣੀ ਦੀ ਵਿਚਾਰ, ਜਿੰਨੀ ਕੁ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹਦੇ ਅਨੁਸਾਰ ਇਹ ਵਿਚਾਰ ਹੋਈ ਹੈ। ਇਸ ਤੋਂ ਅੱਗੇ ਸ੍ਰੀ ਰਾਗ ਦੀ ਆਰੰਭਤਾ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰਨ ਤੇ ਅੱਗੇ ਤੋਂ ਅੱਗੇ ਵਿਚਾਰ ਇਹ ਸਾਰੀ ਦੀ ਸਾਰੀ ਬਾਣੀ ਦੀ ਸੰਖੇਪ ਰੂਪ ਵਿੱਚ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸਾਰੀ ਵਿਚਾਰ ਆਪਾਂ ਕਰ ਲਵਾਂਗੇ, ਨਹੀਂ, ਜਿੰਨੀ ਕੁ ਸਤਿਗੁਰੂ ਜੀ ਸਮਰੱਥਾ ਬਖਸ਼ਦੇ ਨੇ ਉਨੀ ਕੁ ਉਡਾਰੀ ਮਾਰ ਕੇ ਕੁਝ ਲਾਭ ਲਿਆ ਜਾ ਸਕਦਾ ਸਤਿਗੁਰੂ ਦੇ ਚਰਨਾਂ ਵਿੱਚੋਂ। ਜਿੰਨਾ ਕੁ ਲਾਭ ਸਤਿਗੁਰੂ ਬਖਸ਼ਦੇ ਨੇ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।